ਸੋ ਦੇਖੋ 34 ਆਪਣੇ ਆਪ ਕਈ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਉਹ ਇੱਕ ਹੀ ਪਾਰਟ ਵਿੱਚ ਆ ਗਏ ਤਿੰਨੋਂ ਅਸਲ ਵਿੱਚ। ਸੋ ਮੈਂ ਇਹਦੇ ਵਿੱਚ ਇਕੁਏਸ਼ਨ ਇਹਦੇ ਵਿੱਚ ਹੀ ਡਰਾ ਕਰਕੇ ਬਣਾ ਦਿੰਦਾ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਲੱਗ ਜਾਏ ਸਾਰਾ ਕੁਝ ਦਿਖ ਹੀ ਰਿਹਾ ਹੈ। ਸੋ ਪਹਿਲਾ ਕੁਐਸਚਨ ਕਰਦੇ ਹਾਂ। ਪਹਿਲੇ ਕੁਐਸਚਨ ਕਿ ਫਾइंड द एक्सेलरेशन ऑफ द ब्लॉक्स A and B in the three situations। ਸੋ ਅੱਜ एक्सेलरेशन ऑफ ब्लॉक A and B करनी है। ਸੋ ਤੁਸੀਂ ਐ ਕਰੋ A ਬਲੌਕ ਦੀ एक्सेलरेशन ਜਿਹੜੀ ਹੈ ਹਨਾ, ਅੱਛਾ ਤੁਸੀਂ ਦੇਖੋ ਇੱਧਰ ਜਿਹੜਾ ਆਪਣਾ 5 ਵਾਲਾ ਉਹ ਹੈ 5 kg ਆਪਾਂ ਇਹਦੀ एक्सेलरेशन ਨੀਚੇ ਨੂੰ ਬਣਾਈਏ। यस सर। ਉਹਨੂੰ ਆਪਾਂ A ਬਣਾ ਦਿੰਨੇ ਆ ਤੇ ਜੇ ਇਹਦੀ A ਹੈ ਤੇ ਇਹਦੇ ਵਿੱਚ ਦੇਖੋ ਡਬਲ ਹੈ ਹਨਾ, ਸਟ੍ਰਿੰਗ ਜਿਹੜੀ ਡਬਲ ਹੈ ਇੱਥੇ। यस सर। ਤੇ ਇਹ ਜੇ x ਇੱਧਰ ਆਏਗੀ ਤਾਂ ਇੱਧਰ ਕਿੰਨਾ ਉੱਪਰ ਖਿੱਚੇਗਾ ਇਹਨੂੰ 2x ਹੈ ਨਾ, ਤੇ एक्सेलरेशन 2a ਲੈ ਲਵਾਂ ਮਤਲਬ ਇਹਦੀ ਡਬਲ ਹੋਏਗੀ ਹੈ ਨਾ। यस सर। एक्सेलरेशन ਆਪਾਂ ਐ ਲੈ ਲਈ, ਟੈਂਸ਼ਨ ਜਿਹੜੀ ਆ ਉਹ ਤਾਂ ਬਰਾਬਰ ਹੀ ਰਹਿਣੀ ਹੈ, ਇੱਧਰ ਵੀ ਟੈਂਸ਼ਨ ਬਰਾਬਰ ਰਹਿਣੀ ਹੈ, ਇੱਧਰ ਵੀ ਟੈਂਸ਼ਨ ਬਰਾਬਰ ਰਹਿਣੀ ਹੈ, ਠੀਕ ਹੈ, ਕਿਉਂਕਿ ਉਹ ਸਾਰੀ ਸਟ੍ਰਿੰਗ ਸੇਮ ਹੈ ਤੇ ਸਾਰਾ ਕੁਝ ਫ੍ਰਿਕਸ਼ਨਲੈਸ ਵਗੈਰਾ ਅੰਡਰਸਟੂਡ ਹੀ ਹੈ, ਜੇ ਨਹੀਂ ਕੁਝ ਦਿੱਤਾ ਤਾਂ ਅੰਡਰਸਟੂਡ ਹੀ ਹੈ ਇਹ। ਤੇ ਹੁਣ ਤੁਸੀਂ ਦੱਸੋ ਇਹਦੇ ਵਿੱਚ ਜਿਹੜੀ ਇਕੁਏਸ਼ਨ ਬਣੇਗੀ ਉਹ ਕਿਵੇਂ ਬਣੇਗੀ। ਪਹਿਲਾਂ ਤੁਸੀਂ 4 kg ਬਲੌਕ ਲਈ ਬਣਾਓ, ਇੱਧਰ 4 kg ਬਲੌਕ ਬਣਾਓ, ਐ ਲਿਖਿਆ ਕਰੋ ਦੇਖੋ 4 kg ਇੱਥੇ ਲਿਖ ਦੋ, ਇਹਦਾ weight ਨੀਚੇ ਨੂੰ ਬਣਾਓ 4 ਟਾਈਮਸ g ਤੇ 4 ਟਾਈਮਸ g ਤੇ ਇਹਦੇ ਵਿੱਚ ਉੱਪਰ ਟੈਂਸ਼ਨ ਕਿੰਨੀ ਹੈ t ਤੇ ਜਾ ਕਿੱਧਰ ਨੂੰ ਰਿਹਾ ਹੈ ऊपर नु 2a है ना सर। बढ़ाओ तो की बन जाएगा, ये आ जाएगा t माइनस 4g इक्वल टू 2a 4 into 2a आ गया, ये पहली इक्वेशन आ गई। उस तो बाद दूजी ਇਹਦੀ ਬਣਾਓ ਜਿਹੜਾ ਇਹ ਹੈਗਾ 5 kg ਵਾਲਾ, 5 kg ਲਈ ਇਧਰ ਬਣਾ ਲਓ ਨਾ, ਇਧਰ ਐ ਬਣਾ ਲਿਆ ਕਰੋ 5 kg ਲਈ। ਦੇਖੋ ਨੀਚੇ ਨੂੰ ਬਣਾਓਗੇ 5g ਤੇ ਉੱਪਰ ਨੂੰ ਕੀ ਬਣਾਓਗੇ 2t ਬਣਾ ਦਿਓ, ਇਕੱਠੇ ਬਣਾ ਦਿਆ ਕਰੋ, ਕੋਈ ਦਿੱਕਤ ਨਹੀਂ ਹੈ। ਤੇ ਇਹਦਾ ਕੀ ਇਹਦੀ ਐਕਸੈਲਰੇਸ਼ਨ ਕਿੱਧਰ ਨੂੰ ਹੈਗੀ, ਨੀਚੇ ਨੂੰ ਹੈਗੀ, ਇਹ ਨੀਚੇ ਨੂੰ ਹੈਗੀ ਨਾ। यस सर। 5g minus 2t is equal to कितना आएगा 5 times a 5 times a है ना। ਤੇ ਆ ਇਹਨੂੰ ਇਕੁਏਸ਼ਨ ਨੂੰ ਸੋਲਵ ਕਿਵੇਂ ਕਰਨਾ, ਇਹਦੇ ਲਈ ਪਤਾ ਕੀ ਕਰੋ ਤੁਸੀਂ, ਇਹਨੂੰ 2 ਨਾਲ ਮਲਟੀਪਲਾਈ ਕਰ ਲਓ ਉੱਪਰਲੀ ਇਕੁਏਸ਼ਨ ਪਹਿਲਾਂ। यस सर। ਉਹਨੂੰ 2t ਲਿਖ ਦਿਓ, 2t minus 8g ਬਰਾਬਰ ਹੈ 16a 16a ਤੇ ਇਸ ਤੋਂ ਬਾਅਦ ਇਹਨਾਂ ਨੂੰ ਜੋੜ ਦੋ ਕਿਤਾ ਕਿੰਨਾ ਬਚੇਗਾ -3g है ना। एक्सेलरेशन 2a ਕਿਵੇਂ ਲਈ, इधर आ डबल है ना इधर स्ट्रिंग, इधर देखो डबल है, देखो इधर जाके इधर निकल रही है फिर इस दोबारा। सर हाँ जी सर ਜਿਹੜੀ ਆ B ਬਲੌਕ ਨਾਲ ਸਟ੍ਰਿੰਗ ਹੈ, ਤੁਸੀਂ ਇਹਦੀ ਟੈਂਸ਼ਨ ਕਿਉਂ ਨਹੀਂ ਮਾਰਕ ਕੀਤੀ। ਆਪਾਂ ਇਸ ਪੁਲੀ ਦੇ ਬਾਰੇ ਗੱਲ ਕਰ ਰਹੇ ਨਾ, ਇਸ ਪੁਲੀ ਦੇ ਬਾਰੇ। ਉਹ ਜਿਹੜੀ ਟੈਂਸ਼ਨ ਹੈ ਉੱਪਰ ਵਾਲੀ, ਆਹੀ ਟੈਂਸ਼ਨ ਹੀ ਤਾਂ ਇੱਥੇ ਆਏਗੀ ਨਾ, ਜਿਹੜੀ ਇਹਨੂੰ ਕਰੇਗੀ ਉਠਾਏ ਉਹ ਡਬਲ ਹੋ ਜਾਏਗੀ। ਫਿਰ ਆਬਵੀਅਸਲੀ ਆ ਪੁਲੀ ਤਾਂ ਮਾਸਲੈਸ ਹੈਗੀ, ਆਪਾਂ ਪਹਿਲਾਂ ਹੀ ਕਰ ਰਹੇ ਹਾਂ, ਇਹਨੂੰ ਟੂਟੀ ਕਰ ਲਓ, ਫਿਰ ਇੱਥੋਂ ਮੈਂ ਮਾਰਕ ਕਰ ਲਓ, ਇੱਕੋ ਗੱਲ ਹੀ ਹੈ, ਉਹੀ ਆਪਾਂ ਸਿੱਧਾ ਹੀ ਕਰਤੀ। ਤੇ ਫਿਰ ਤੁਸੀਂ ਜਦੋਂ ਇਹਦੀ FBD ਬਣਾਈ ਸੀ, ਮਤਲਬ ਜਦੋਂ 2t ਨਾਲ ਲਵਾਂਗੇ ਹਾਂ ਫਿਰ ਉਹ 2 ਤੇ 2 ਫਿਰ 40 ਹੋ ਜਾ। ਉਹ ਨਹੀਂ ਜਿਹੜੀ ਟੈਂਸ਼ਨ ਹੁੰਦੀ ਨਾ, ਦੇਖੋ ਨਾ ਹੁਣ ਜਿਵੇਂ ਟੈਂਸ਼ਨ ਨੂੰ ਪਿਕ ਕਰਨ ਲਈ ਜਿਹੜੀ ਉੱਪਰ ਵਾਲਾ ਕੰਪੋਨੈਂਟ ਆਪਾਂ ਲੈ ਰਹੇ, ਟੈਂਸ਼ਨ ਤਾਂ ਨੀਚੇ ਨੂੰ ਵੀ ਐਕਟ ਕਰ ਰਹੀ ਹੈ, ਟੈਂਸ਼ਨ ਤਾਂ ਦੋਨੋਂ ਪਾਸੇ ਹੁੰਦੀ ਨਾ। ਪਰ ਆਪਾਂ ਇਹਦੇ ਉੱਪਰ ਲੱਗਣ ਵਾਲੀ ਗੱਲ ਕਰਾਂਗੇ ਕਿ ਮਤਲਬ ਜਿਹੜਾ ਇਹਦੇ ਉੱਪਰ ਫੋਰਸ ਲੱਗ ਰਿਹਾ, ਇਹਦੇ ਉੱਪਰ ਫੋਰਸ ਆ ਲੱਗ ਰਿਹਾ, ਆਹ ਵਾਲੀ ਟੈਂਸ਼ਨ ਜਿਹੜੀ ਹੈ ਇਹਦੇ ਕਰਕੇ ਉੱਪਰਲੀ ਤੇ ਲੱਗ ਰਿਹਾ ਪੁਲੀ ਤੇ। ਆਪਾਂ ਇਹਦਾ ਫ੍ਰੀ ਬੋਡੀ ਡਾਇਗਰਾਮ ਬਣਾ ਰਹੇ ਨਾ ਵੀ ਇਹਦੇ ਉੱਪਰ ਕੀ ਲੱਗ ਰਿਹਾ, ਬੜੀ ਇੰਪੋਰਟੈਂਟ ਚੀਜ਼ ਹੈ। ਤਾਂ ਆਪਾਂ ਉਹ ਜਿਹੜੀ 2t ਹੈਗੀ ਆ ਉਹਦੇ ਕੋਰਸਪੋਂਡਿੰਗਲੀ ਆਪਾਂ ਇੱਥੇ ਜਿਹੜੀ ਟੈਂਸ਼ਨ ਜਿਹੜੀ ਹੈ ਇਹਨਾਂ ਦੋਨਾਂ ਨੂੰ ਕਲੈਕਟਿਵਲੀ ਇਹਦੇ ਨਾਲ ਆਪਾਂ ਉਹ ਕਰ ਲਿਆ। ਜਿਵੇਂ ਕਹਿੰਦੇ ਹੁਣ ਇੱਥੇ ਟੈਂਸ਼ਨ ਬਣਾਓਗੇ ਵੀ ਤਾਂ ਕੀ ਬਣਾਓਗੇ, ਇੱਥੇ ਵੀ 2t ਬਣੇਗੀ, ਕਿਉਂਕਿ ਆ ਤਾਂ ਇਹ ਜਿਹੜੀ ਆ ਤਾਂ ਮਾਸਲੈਸ ਹੈ ਨਾ, ਮਾਸਲੈਸ ਹੈ ਤਾਂ ਇਹਦੇ ਉੱਪਰ ਵਾਲਾ ਤੇ ਨੀਚੇ ਵਾਲਾ ਸਭ ਸੇਮ ਹੋਣਾ ਚਾਹੀਦਾ ਹੈ। ਕੱਲ ਵੀ ਆਪਾਂ ਇਦਾਂ ਦੇ ਕੁਐਸਚਨ ਕੀਤੇ ਆ ਵੀ ਆ 2t ਬਣਾਤਾ ਇਹਨੂੰ ਆਪਾਂ, ਹਾਂਜੀ ਉਹ ਆ ਇਕੁਏਸ਼ਨ ਬਣਾਤੀ। ਹੁਣ -3g ਕਿਹਦੇ ਬਰਾਬਰ ਆਏਗਾ ਦੇਖੋ 21a kgl ਤੇ a/2 ਨਹੀਂ ਲੱਗੇਗੀ ਐਕਸਲ ਹੈ ਕਿਤੇ 4 kgl ਤੇ a/4 kg/2 ਬਾਈ 2 ਕਿਉਂ ਹੋਏਗੀ, ਡਬਲ ਨਹੀਂ ਹੋ ਜਾਏਗੀ, ਉਹ ਤਾਂ ਸਿੰਗਲ ਹੈ, ਉਹ ਸਿੰਗਲ ਇੱਥੇ ਸਿੰਗਲ ਨਿਕਲ ਰਹੀ ਹੈ ਸਟ੍ਰਿੰਗ ਦੇ, ਦੋ ਸਟ੍ਰਿੰਗਸ ਨੇ। ਜਦੋਂ ਇਹ ਉੱਪਰ ਆਵਲਾ ਨੀਚੇ ਨੂੰ ਜਾਏਗਾ, ਮੰਨ ਲਓ ਜਸਟ ਮੈਂ ਮੰਨ ਲਓ ਨੀਚੇ ਨੂੰ ਜਾਏਗਾ, ਤਾਂ ਆਬਵੀਅਸਲੀ ਆਹ ਵਾਲਾ ਵੈਸੇ ਅਸਲ ਵਿੱਚ ਤਾਂ ਮੈਨੂੰ ਲੱਗਦਾ ਇਕੁਏਸ਼ਨ ਨਾ ਆਪਣੇ ਆ ਦੇਖੋ ਇੱਥੇ ਨੈਗੇਟਿਵ ਆਂਸਰ ਆ ਰਿਹਾ ਨਾ। ਮੈਂ ਤੁਹਾਨੂੰ ਇੱਥੋਂ ਵੀ ਦੱਸਦਾ ਇੱਕ ਗੱਲ, ਦੇਖੋ ਇੱਥੇ ਪਹਿਲਾ ਆਂਸਰ ਦੇਖੋ ਕੀ ਆਇਆ ਤੁਹਾਡਾ, ਆ ਇਹ ਵਾਲੀ ਇਹਦੇ ਨਾਲ ਤਾਂ ਕਨਵਿੰਸ ਹੈਗੇ ਹੋ ਕਿ ਨਹੀਂ ਹੈਗੇ ਆ ਦੋਨੋਂ ਚੀਜ਼ਾਂ ਨਾਲ। ਦੇਖੋ ਧਿਆਨ ਨਾਲ, ਇਹਦੀ ਐਕਸਲਰੇਸ਼ਨ ਨੂੰ ਅਗਰ ਮੈਂ ਇਹ ਨੀਚੇ ਨੂੰ ਲਿਆ ਸੀ ਨਾ ਮੈਂ, यस सर
ਨਹੀਂ ਸਰ ਉੱਪਰ ਨੂੰ ਲੈਤਾ ਸੀ। ਉੱਪਰ ਨੂੰ ਉੱਪਰ ਨੂੰ ਲੈਤਾ ਲਿਆ ਸੀ, ਉੱਪਰ ਨੂੰ ਲਿਆ ਸੀ, ਮੰਨ ਲਓ ਇਹਦੀ ਉੱਪਰ ਨੂੰ ਲਿਆ ਸੀ, ਇਹਨੂੰ ਨੀਚੇ ਨੂੰ ਲਿਆ ਸੀ ਮੈਂ, ਯੈਸ ਨੀਚੇ ਨੂੰ ਐਕਸਲਰੇਸ਼ਨ a ਨਾਲ ਜਾ ਰਹੀ ਹੈ ਤਾਂ ਆਟੋਮੈਟਿਕਲੀ ਇਹ 2a ਨਾਲ ਜਾਏਗੀ ਕਿ ਨਹੀਂ, ਡਬਲ ਹੋਏਗੀ ਕਿ ਹਾਫ ਹੋ ਜਾਏਗੀ? ਸੋਚੋ ਤਾਂ ਸਹੀ, ਤਣੀ ਇੱਥੇ 2 ਨਿਕਲ ਰਹੀ ਹੈ ਤੇ 1 ਨਿਕਲ ਰਹੀ ਹੈ। ਤੁਸੀਂ ਸੋਚੋ ਆ ਸਟ੍ਰਿੰਗ ਦੀ ਲੈਂਥ ਇੰਨੀ ਹੈ ਨਾ, ਆ ਸਟ੍ਰਿੰਗ ਐ ਕਰਕੇ ਹੈਗੀ ਆ ਤੇ ਉਸ ਤੋਂ ਬਾਅਦ ਇੱਧਰ ਆ ਲਮਕਿਆ ਹੋਇਆ ਵਾ। ਹੁਣ ਜਦੋਂ ਆ ਵਾਲੀ ਚੀਜ਼ ਨੂੰ ਤੁਸੀਂ ਨੀਚੇ ਖਿੱਚੋਗੇ ਤਾਂ ਇੱਥੋਂ ਆ ਡਬਲ ਸਪੀਡ ਨਾਲ ਉੱਪਰ ਜਾਏਗੀ ਕਿ ਨਹੀਂ, ਕਿਉਂਕਿ ਇਹ ਵਾਲੀ ਇਹਨੇ ਜਾ ਕੇ ਉੱਥੇ ਡਬਲ ਹੋ ਜਾਣਾ ਨਾ। ਸੋਚੋ, ਕਾਮਨ ਸੈਂਸ ਹੈ ਇਹਨੂੰ, ਤੁਸੀਂ ਇਹਦੇ ਲਈ ਬਹੁਤ ਫਿਜ਼ਿਕਸ ਦੀ ਲੋੜ ਨਹੀਂ ਹੈ, ਇਹਦੇ ਲਈ ਕੋਈ ਨਹੀਂ ਉਹਦਾ ਕੋਈ ਫਾਰਮੂਲਾ ਨਹੀਂ ਹੈ, ਇਹ ਆਪਣੀ ਸੈਂਸ ਦੇ ਵਿੱਚ ਆਪ ਫਿੱਟ ਕਰਕੇ ਦੇਖੋ। ਜਦੋਂ ਬੈਗ ਦੀ ਤਣੀਆਂ ਨੂੰ ਤੁਸੀਂ ਲੰਬਾ ਕਰਦੇ ਹੋ, ਇੱਕ ਪਾਸੇ ਡਬਲ ਹੁੰਦੀ ਹੈ, ਇੱਥੇ ਪਲਾਸਟਿਕ ਦਾ ਬੱਕਲ ਜਿਹੜਾ ਕਹਿੰਦਾ, ਇੱਕ ਪਾਸੇ ਸਿੰਗਲ ਹੁੰਦੀ ਹੈ, ਤੇ ਜਦੋਂ ਆ ਬੱਕਲ ਨੂੰ ਤੁਸੀਂ ਥੋੜਾ ਇੰਨਾ ਵੀ ਕਰਦੇ ਹੋ ਤਾਂ ਆ ਦੋਨੋਂ ਲੈਂਥਸ ਇੱਧਰ ਨਿਕਲ ਜਾਂਦੀਆਂ ਨੇ ਨਾ ਇਸ ਪਾਸੇ ਕਿ ਨਹੀਂ? ਹਾਂਜੀ ਤੇ ਉਹਦੇ ਕਰਕੇ ਹੁਣ ਉੱਥੇ ਆ 2 ਲੈਂਥਸ ਨੇ, ਇੱਥੇ ਡਬਲ ਹੈ, ਇੱਥੇ ਲੈਂਥ, ਇੱਥੇ ਸਿੰਗਲ ਹੈ, ਇਹਦੇ ਲਈ ਡਬਲ ਹੈ। ਹੁਣ ਇਹਦੇ ਨਾਲ ਇੱਕ ਨਾ ਗੱਲ ਦਾ ਤੁਹਾਨੂੰ ਮੈਂ ਦੱਸ ਰਿਹਾ ਕਿ ਕਈ ਵਾਰ ਆਪਾਂ ਕੁਐਸਚਨ ਦਾ ਆਨਸਰ ਕੱਢਣ ਲਈ ਆਪਾਂ ਇਸ ਗੱਲ ਦਾ ਬਹੁਤਾ ਧਿਆਨ ਨਹੀਂ ਵੀ ਦੇ ਪਾਉਂਦੇ, ਆਪਾਂ ਸਿੱਧਾ ਹੀ ਕਰ ਦਿੰਦੇ ਆ, ਤੇ ਉਹਦੇ ਨਾਲ ਕੀ ਹੈ ਆਨਸਰ ਐਟ ਲਾਸਟ ਜਦੋਂ ਆਉਂਦਾ ਨਾ ਆਪਾਂ ਨੂੰ ਪਤਾ ਲੱਗ ਜਾਂਦੀ ਇੱਕ ਚੀਜ਼ ਨਵੀਂ। ਮੈਂ ਦੱਸਦਾ ਕੀ, ਇੱਥੇ ਐਕਸਲਰੇਸ਼ਨ ਕਿੰਨੀ ਆਈ ਦੇਖੋ, g/7 ਆਈ ਹੈ, ਪਰ ਨੈਗੇਟਿਵ ਸਾਈਨ ਨਾਲ ਆਈ ਹੈ ਨਾ? ਯੈਸ ਸਰ। ਠੀਕ ਹੈ, ਤੇ ਇਹਦਾ ਮਤਲਬ ਕੀ ਹੈ ਕਿ ਜੋ ਤੁਸੀਂ ਮੰਨਿਆ ਆ a ਦੀ ਵੈਲਿਊ ਆਈ ਨਾ -g/7, ਜੋ ਤੁਸੀਂ ਮੰਨਿਆ ਉਹਦਾ ਪੁੱਠਾ ਵਾ ਅਸਲ ਵਿੱਚ, ਜੋ ਤੁਸੀਂ ਮੰਨਿਆ ਆ ਅਸਲ ਵਿੱਚ ਉਹਦਾ ਉਲਟਾ ਆ, ਕਿ ਇਹ ਅਸਲ ਵਿੱਚ ਇਹ ਨਹੀਂ ਹੈ, ਇਹ ਉੱਪਰ ਨੂੰ ਜਾ ਰਿਹਾ ਹੈ ਤੇ ਆ ਨੀਚੇ ਨੂੰ ਆ ਰਿਹਾ। ਇਹ ਸਾਨੂੰ ਕਿਵੇਂ ਪਤਾ ਲੱਗਿਆ? ਜਦੋਂ ਆਨਸਰ ਨੈਗੇਟਿਵ ਆਇਆ ਤਾਂ। ਹੁਣ ਤੁਸੀਂ ਸੋਚ ਕੇ ਦੇਖੋ ਕਿ ਕਿਉਂ ਇਸ ਤਰ੍ਹਾਂ ਹੈਗਾ ਵਾ। ਤੁਸੀਂ ਸੋਚੋ ਜਿਹੜਾ 4 kg ਹੈ ਉਹ 4 kg ਤਾਂ ਹੈ, ਪਰ 4 kg ਨੂੰ ਉੱਪਰ ਚੱਕਣ ਦੇ ਲਈ ਤੁਹਾਡੇ ਕੋਲ ਕਿੰਨੀ ਟੈਂਸ਼ਨ ਹੈ? T ਤੇ 5 kg ਨੂੰ ਉੱਪਰ ਚੱਕਣ ਲਈ ਤੁਹਾਡੇ ਕੋਲ ਕਿੰਨੀ ਟੈਂਸ਼ਨ ਹੈ? 2T ਹੈ ਨਾ? ਤਾਂ ਬੇਸਿਕਲੀ ਆ 2T ਨੂੰ ਚੱਕ ਲੇਗੀ, 5G ਉੱਪਰ ਨੂੰ ਜਾਏਗਾ, ਉਹ ਨੀਚੇ ਨੂੰ ਆਏਗਾ, ਇਕੁਏਸ਼ਨਾਂ ਸਾਰੀਆਂ ਪੁੱਠੀਆਂ ਬਣਨਗੀਆਂ ਤੇ ਆਨਸਰ ਫਿਰ ਤੁਹਾਡਾ ਕੀ ਆਏਗਾ? a g/7 ਤਾਂ ਪੁੱਠੀਆਂ ਇਕੁਏਸ਼ਨਾਂ ਬਣਨਗੀਆਂ। ਹੁਣ ਮੈਂ ਤੁਹਾਨੂੰ ਇਹ ਬਣਾ ਕੇ ਦਿਖਾ ਦੇਣਾ ਇੱਥੇ। ਵੈਸੇ ਤਾਂ ਉੱਥੇ ਆਪਾਂ ਨੂੰ ਇਹੀ ਪਤਾ ਲੱਗ ਜਾਂਦਾ, ਆਪਾਂ ਆਨਸਰ ਦੇ ਦਿੰਦੇ ਆ ਕਿਉਂਕਿ ਆਨਸਰ ਆਪਣੇ ਕੋਲ ਸਾਹਮਣੇ ਆਪਸ਼ਨ 'ਚ ਹੁੰਦਾ ਹੈ ਤੇ ਪਤਾ ਲੱਗ ਜਾਂਦਾ ਕਿ ਵੀ ਬੇਸਿਕਲੀ। ਅਦਰਵਾਈਜ਼ ਆਪਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਕਿ ਜਿਹਨੂੰ ਇਹ ਤੁਸੀਂ ਡਾਇਰੈਕਸ਼ਨ ਡਰਾ ਕਰਕੇ ਮੰਨ ਲਈ ਨਾ, ਤੁਸੀਂ ਡਰਾ ਕਰਕੇ ਦਿਖਾਤਾ, ਇੱਥੇ ਮੈਂ ਡਰਾ ਕਰ ਦਿੱਤਾ ਸੀਗਾ, ਤਾਂ ਮੈਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਨਹੀਂ ਇਹ ਨੈਗੇਟਿਵ ਆ ਰਿਹਾ, ਮੀਨਸ ਇਹਦਾ ਉਲਟਾ ਆ ਰਿਹਾ ਆਨਸਰ। ਬਿਲਕੁਲ ਇਸੇ ਤਰ੍ਹਾਂ ਦਾ ਫਿਜ਼ਿਕਸ ਵਿੱਚ ਆਪਣੇ +2 'ਚ ਹੁੰਦਾ ਕਰੰਟ ਦੇ ਵਿੱਚ। ਅਸੀਂ ਕਈ ਵਾਰ ਕੋਈ ਸਰਕਟ ਹੁੰਦਾ, ਮੰਨ ਲਓ ਸਰਕਟ, ਜਸਟ ਮੈਂ ਐਗਜ਼ਾਮਪਲ ਦੇ ਰਿਹਾ, ਸਰਕਟ ਮੰਨ ਲਓ ਕਰੰਟ ਮੰਨ ਲਿਆ I ਇੱਧਰ ਨੂੰ ਜਾ ਰਿਹਾ ਤੇ I ਦੀ ਵੈਲਿਊ ਬਾਅਦ ਵਿੱਚ ਕੈਲਕੂਲੇਟ ਕਰਕੇ ਬਹੁਤ ਕੈਲਕੂਲੇਟ ਕਰਦੇ ਬਾਅਦ ਪਤਾ ਲੱਗਾ -2 ਐਂਪੀਅਰ। ਇਹਦਾ ਮਤਲਬ ਪਤਾ ਕੀ ਹੁੰਦਾ? ਕਿ ਅਸਲ ਵਿੱਚ ਕਰੰਟ ਇੱਧਰ ਜਾ ਹੀ ਨਹੀਂ ਰਿਹਾ, ਉਹ ਇੱਧਰ ਨੂੰ ਜਾ ਰਿਹਾ ਸੀ ਤੇ ਤੁਸੀਂ ਉਲਟਾ ਲੈ ਲਿਆ ਸੀ, ਤੇ ਇਸ ਲਈ ਤੁਹਾਡਾ 2 ਐਂਪੀਅਰ ਕਰੰਟ ਇੱਧਰ ਨੂੰ ਜਾਏਗਾ ਅਸਲ ਵਿੱਚ, ਕਿਉਂਕਿ ਤੁਹਾਡਾ ਤੁਸੀਂ ਇਹਨੂੰ ਮੰਨ ਲਿਆ ਨਾ, ਤੁਸੀਂ ਤਾਂ ਸਰਕਟ ਨੂੰ ਮੰਨ ਲਿਆ, ਇਹਨੂੰ ਹੀ ਮੰਨ ਕੇ ਸਾਰੀ ਕੈਲਕੂਲੇਸ਼ਨ ਕੀਤੀ ਹੈ, ਪਰ ਤੁਹਾਡਾ ਕਰੰਟ ਨੈਗੇਟਿਵ ਆਉਣ ਦਾ ਮਤਲਬ ਇਹ ਹੁੰਦਾ ਆ ਕਿ ਤੁਹਾਡਾ ਕਰੰਟ ਅਸਲ ਵਿੱਚ ਉਲਟੀ ਡਾਇਰੈਕਸ਼ਨ 'ਚ ਆ। ਉਹੀ ਚੀਜ਼ ਇੱਥੇ ਹੋ ਰਹੀ ਹੈ। ਸੋ ਹੁਣ ਆਪਾਂ ਐਂ ਕਰਦੇ ਹਾਂ, ਇਹਨੂੰ ਸਹੀ ਬਣਾ ਕੇ ਦੇਖਦੇ ਹਾਂ, ਦੇਖੋ ਸਹੀ ਬਣਾ ਕੇ ਆਨਸਰ ਸਿੱਧਾ ਆਉਂਦਾ ਕਿਵੇਂ ਹੁੰਦਾ। ਸੋ ਆਪਾਂ ਸਹੀ ਬਣਾਈਏ, ਚਲੋ ਕੀ ਬਣਾਵਾਂਗੇ? ਇਹਨੂੰ ਉੱਪਰ ਜਾਏਗਾ ਤੇ ਇਹਦੀ ਐਕਸਲਰੇਸ਼ਨ ਕੀ ਲਈਏ? A ਇਹਨੂੰ ਕੀ ਲਵਾਂ ਹੁਣ ਮੈਂ? ਨੀਚੇ ਨੂੰ 2A ਸੌਰੀ ਠੀਕ ਹੈ 2A ਠੀਕ ਹੈ। ਹੁਣ ਆਪਾਂ ਕਰਦੇ ਆ, ਦੇਖੋ ਹੁਣ ਇਹਦੇ ਲਈ ਜੇ ਬਣੇਗਾ ਤਾਂ ਕੀ ਬਣੇਗਾ? 2T -5G = 5A is equal to 5 times 5A A, ਠੀਕ ਹੈ, ਤੇ ਉਹ ਕੀ ਬਣੇਗਾ? 4G - T = 8A 8A, ਯੈਸ ਠੀਕ ਹੈ। ਤੇ ਕਰ ਦੋ ਇਹਨੂੰ ਸੋਲਵ, ਇਹਨੂੰ 2 ਨਾਲ ਮਲਟੀਪਲਾਈ ਕਰ ਲਓ, 16 ਹੈ, ਦੋਨਾਂ ਨੂੰ ਜੋੜ ਦੋ। ਯੈਸ ਸਰ। ਇਹਨੂੰ ਇਕੁਏਸ਼ਨ ਨੂੰ ਤੇ ਇਹਨੂੰ ਜੋੜ ਦੋ, ਕੀ ਬਣ ਗਿਆ? 3G = 21A ਤੇ ਇਹ ਆ ਗਿਆ ਆਪਣੇ ਕੋਲ g/7 ਤੇ ਇਹ g/7 ਇਹਦੀ ਆਈ ਨਾ, B ਬਲੌਕ ਦੀ ਆਈ ਹੈ, ਤੇ ਇਹਦੀ ਕੀ ਆਏਗੀ ਫਿਰ? 2g/7 ਸਿੱਧੇ ਲਿਖ ਦੋ, ਹਨਾ? तो A ब्लॉक ਦੇ ਲਈ ਕੀ ਆਈ ਆ? 2g/7, B ਬਲੌਕ ਲਈ ਕੀ ਆਈ ਆ? g/7 ਆਨਸਰ ਦਿੱਤਾ ਹੈ, ਆਪਾਂ ਲਿਖਦਾ ਇਹਨੂੰ, ਨਹੀਂ ਤਾਂ ਜੀ ਦੀ ਵੈਲਿਊ ਪੁੱਟ ਕਰ ਦਾਂਗੇ। ਜੇ ਆਪਾਂ ਨੂੰ ਵੈਲਿਊ ਚ ਨਹੀਂ ਦਿੱਤਾ ਹੋਏਗਾ ਤਾਂ ਤੁਹਾਨੂੰ ਆਪਣੇ ਆਪ ਨੂੰ ਪਤਾ ਕਿ ਤੁਸੀਂ ਜੀ ਦੀ ਵੈਲਿਊ ਪੁੱਟ ਕਰ ਦੋਗੇ। ਤੇ ਫਿਰ ਕੀ ਆ ਕਿ ਵੈਸੇ ਤਾਂ ਇਹ ਬਹੁਤ ਵੱਡੀ ਰਿਸਪੌਂਸਿਬਿਲਿਟੀ ਐਗਜ਼ਾਮੀਨਰ ਦੀ ਹੈ ਕਿ ਉਹ ਦੱਸੇ ਜੀ ਨੂੰ 10 ਲੈਣਾ ਕਿ ਨਹੀਂ ਲੈਣਾ। ਨਹੀਂ ਲੈਣਾ ਤਾਂ ਫਿਰ 9.80 ਲਿਖਣਾ, ਤੁਸੀਂ ਆਨਸਰ ਕੱਢਣਾ ਹੈ ਜੀ।
ठीक है ਹੁਣ ਆ ਕਹਿੰਦਾ ਇਹਦੇ ਬਣਾ ਕੇ ਦੇਖਦੇ ਆ ਕੁਐਸਚਨ ਸਿੱਧਾ ਥੋੜਾ ਤੇਜ਼ ਕਰਦੇ ਕੰਮ ਇਸ ਵਾਰ ਚਲੋ ਇਹਨੂੰ ਬਣਾਉਂਦੇ ਆ ਦੇਖੋ ਇਹ ਦੇਖੋ 2G ਹੈਗਾ 5G ਹੈਗਾ 5G ਨੂੰ ਚੱਕਣ ਲਈ ਆ 2T ਹੈਗਾ ਨਾ Yes, sir. ਆ ਗਿਆ ਤਾਂ ਹੁਣ ਦੇਖੋ ਆ ਸਾਰੀ ਸਟ੍ਰਿੰਗ ਜੁੜੀ ਹੋਈ ਆ ਵਾਲੀ ਤਾਂ ਬੇਸਿਕਲੀ ਆਪਾਂ ਇੱਥੇ ਬਣਾ ਦਈਏ T ਹੈ ਨਾ ਤੇ ਇੱਧਰ ਵੀ T ਹੈਗਾ ਜਿਹੜਾ ਇਹਦੇ ਉੱਪਰ ਲੱਗ ਰਿਹਾ ਹੈਗਾ ਚਲੋ ਉਹਦੀ ਆਪਾਂ ਨੂੰ ਜ਼ਿਆਦਾ ਲੋੜ ਨਹੀਂ ਪੈਗੀ ਤੇ ਇੱਧਰ ਵੀ T T. है ना ਤੇ ਆ 5G ਦੇ ਲਈ ਤਾਂ ਉਹਦੇ ਲਈ ਆਪਾਂ ਜੇ ਬਣਾਈਏ ਇਹ ਆ ਮੰਨ ਲਓ ਨੀਚੇ ਜਾਏਗਾ ਤੇ ਆ ਇਧਰ ਨੂੰ ਗਿਰੇਗਾ ਇਧਰ ਨੂੰ ਤਾਂ 5G ਜੇ ਨੀਚੇ ਨੂੰ ਜਾਏਗਾ ਇਹਦੀ ਐਕਸੈਲਰੇਸ਼ਨ ਕੀ ਮੰਨ ਲਵਾਂ a A. ਤੇ ਇਹ ਡਬਲ ਸਟ੍ਰਿੰਗ ਤੇ ਆ ਰਿਹਾ ਪਰ ਇਹ ਤਾਂ ਇਹਦਾ ਕੀ ਹੋਏਗਾ ਦੱਸੋ 2A. 2a ਹੁਣ ਸਿੱਧੇ ਹੀ ਤੁਸੀਂ ਐ ਕਰੋ ਸਿੱਧਾ ਹੀ ਤੁਸੀਂ 2kg ਦੇ ਲਈ ਇਕੁਏਸ਼ਨ ਲਿਖ ਸਕਦੇ ਹੋ ਸਿੱਧਾ ਹੀ ਜਲਦੀ ਲਿਖੋ ਕੀ ਲਏਗਾ t मैं नहीं खाना अजय जी के दे दूंगा बाद में खाऊं. ਠੀਕ ਹੈ ਗੱਲ ਆ t Yes, sir. 2a ਤੇ ਇਧਰ ਕੀ ਬਣੇਗਾ ਇਧਰ ਨੀਚੇ ਜਾ ਰਿਹਾ ਤਾਂ 5 ਨੀਚੇ ਜਾ ਰਿਹਾ 5G minus Minus 2T. equal to 5A. 5a yes ਤੇ ਕੀ ਬਣ ਜਾਏਗਾ ਦੇਖੋ ਇਹ t equal to 4a ਆ ਜਾਏਗਾ Yes, sir. 4a ਨੂੰ ਇੱਥੇ ਪੁੱਟ ਕਰਦਾ ਸਿੱਧਾ ਹੀ Yes, sir. 4 ਦੂਣੀ 8 8 5 13 5G ਬਰਾਬਰ ਹੈ 13A. ਤੇ ਇਹ ਕਿੰਨਾ ਆ ਗਿਆ 5/13G. 5/13G ਇਹ ਕਿਹਦੇ ਲਈ ਆਇਆ ਇਹਦੇ ਲਈ ਆਇਆ P block ਲਈ. ਆਪ ਦੇਖ ਲਿਆ ਕਰੋ ਕਿਨੂੰ ਇਹ ਮੰਨਿਆ ਵਾ ਤਾਂ ਉਲਟਾ ਵੀ ਆਂਸਰ ਨਹੀਂ ਦੇਣਾ ਕਿ ਵਾਰ ਉਲਟਾ ਦੇ ਦਿੰਦੇ ਨੇ ਬੱਚੇ ਨੇ ਦਾ ਇਹ ਦਾ ਕੀ ਹੈ ਫਿਰ 10G/13 Yes, sir. ठीक है ए ब्लॉक ਦੇ ਲਈ ਜੋ ਵੀ ਠੀਕ ਹੈ ਸੋ ਇਸ ਤਰ੍ਹਾਂ ਇਕੁਏਸ਼ਨ ਲਿਖ ਸਕਦੇ ਨਾ ਹੁਣ ਇਹ ਬਹੁਤ ਸੌਖਾ ਤੀਜਾ ਪਾਰਟ ਮੈਂ ਛੱਡ ਰਿਹਾ ਵੀ ਕਰ ਲਓ Okay, sir. ਸੋ ਹੋਰ ਦੇਖੋ ਇਹ ਚ ਕਿਹੜਾ 35ਵਾਂ ਕੁਐਸਚਨ ਦੇਖੋ ਇਹ ਸਾਰੇ ਕੁਐਸਚਨ ਕੱਲਾ ਕੁਐਸਚਨ ਤੁਹਾਡਾ ਹੋਇਆ ਹੋਣਾ ਚਾਹੀਦਾ ਹੈ ਤੇ ਜਿਹੜੇ ਫ੍ਰਿਕਸ਼ਨ ਵਾਲੇ ਨੇ ਜਿੰਨੀ ਵੀ ਮੈਂ ਪੜਵਾਇਆ ਸੀ ब्लॉक और ब्लॉक ये वो सारा रीड करके वधिया तरह रीकॉल करके जाना टूल्स लेके जाने हैं ज्यादा क्वेश्चन किते हुए होने नाल ज्यादा जरूरी नहीं कि सारे टूल्स ਤੁਹਾਡੇ ਕੋਲ ਹੈਗੇ ਨੇ ਤੁਹਾਨੂੰ ਪ੍ਰੈਜ਼ੈਂਸ ਆਫ ਮਾਈਂਡ ਨਾਲ ਪੇਪਰ ਦੇਣਾ ਕੱਲ ਦਾ ਵਧੀਆ ਤਰ੍ਹਾਂ ਫਾਈਂਡ ਦ ਐਕਸੈਲਰੇਸ਼ਨ ਆਫ ਕਿਦਾ 500G ਬਲੌਕ ਚਲੋ ਜੀ ਬਣਾ ਲਓ ਹੁਣ ਕਿਹੜੇ ਕਿਹੜੇ ਫੋਰਸਸ ਹੈ ਕਿੰਨੇ ਸਾਰੇ ਦੇਖ ਲੈਣੇ ਆ ਕਿਹੜੇ ਕਿਹੜੇ ਨੇ ਸੋ 500G ਜਿਹੜਾ ਹੈਗਾ ਇਹ ਕਰੋ ਪਹਿਲਾਂ ਤੁਹਾਨੂੰ ਅੱਧਾ ਕਿਲੋ ਮੰਨ ਲਵਾਂ ਮੈਂ ਤੇ ਇਹਦਾ weight ਨੀਚੇ ਨੂੰ ਕਿੰਨਾ ਆਏਗਾ ਅੱਧਾ G ਹੋਏਗਾ ਠੀਕ ਹੈ ਜੀ Yes, sir. ਕਿਉਂਕਿ ਆਪਾਂ ਕਿਲੋਆਂ ਦੀ ਗੱਲ ਕਰੀ ਤਾਂ ਵਧੀਆ ਤੇ ਇਸ ਜਿਹੜੀ ਟੈਂਸ਼ਨ ਹੈਗੀ ਥ੍ਰੈਡ 'ਚ ਇੱਥੇ ਹੋਏਗੀ ਟੈਂਸ਼ਨ ਮੰਨ ਲਓ T1 ਤੇ ਇੱਥੇ ਵੀ T1 ਠੀਕ ਹੈ ਗੱਲ Yes, sir. ਕਿਉਂਕਿ ਥ੍ਰੈਡ ਜੁੜੇ ਹੋਏ ਨੇ ਪਰ ਰਸਤੇ 'ਚ ਫਿਰ ਬਲੌਕ ਆ ਗਿਆ ਇੱਕ ਦੇਖੋ ਇਹ ਬਲੌਕ ਆ ਗਿਆ ਤਾਂ ਅਗਲੀ ਟੈਂਸ਼ਨ ਫਿਰ ਬਦਲ ਜਾਏਗੀ ਅਗਲੀ ਟੈਂਸ਼ਨ ਨੂੰ ਤੁਸੀਂ ਹੁਣ ਉਹੀ ਨਹੀਂ ਲਿਖ ਸਕਦੇ ਤੁਸੀਂ T2 ਮੰਨ ਲਓ T2 ਐਂਡ ਇੱਧਰ ਪਾਸੇ ਵੀ ਲਿਖੋਗੇ T2 ਠੀਕ ਹੈ ਗੱਲ Yes, sir. ਇਹਦਾ weight ਕਿੰਨਾ ਹੋਏਗਾ ਨੀਚੇ ਨੂੰ 50/1000 1/20 G/20 ਹੋਏਗਾ Yes, sir. ਕਿਵੇਂ T2 ਲਈ ਠੀਕ ਹੈ ਹੈ ਹਾਂਜੀ ਹਾਂਜੀ ਬੋਲੋ ਟੈਂਸ਼ਨ T2 ਕਿਉਂ ਲਈ ਹੈ ਕਿਉਂਕਿ ਆ ਵਿੱਚ ਬਲੌਕ ਆ ਗਿਆ ਨਾ ਉਹ ਸਾਰੀ ਸਟ੍ਰਿੰਗ ਜੁੜੀ ਥੋੜੀ ਹੋਈ ਆ ਹੁਣ ਬਲੌਕ ਦੇ ਇਧਰਲੇ ਪਾਸੇ ਵਾਲੀ ਸਾਰੀ ਸਟ੍ਰਿੰਗ ਦੀ ਟੈਂਸ਼ਨ ਸੇਮ ਆ ਉਧਰਲੇ ਪਾਸੇ ਸੇਮ ਆ ਤਾਂ ਐਵੇਂ ਨਹੀਂ ਹੁੰਦਾ ਵੀ ਜੇ ਸਟ੍ਰਿੰਗ ਸੇਮ ਹੈ ਬਟ ਸਟ੍ਰਿੰਗ ਤਾਂ ਸੇਮ ਹੈ ਜਾਂ ਸਟ੍ਰਿੰਗ ਵੀ ਅੱਡ ਹੈ ਇਸ ਸਟ੍ਰਿੰਗ ਦੇ ਵਿੱਚ ਕੋਈ ਹੋਰ ਮਾਸ ਵੀ ਆ ਗਿਆ ਨਾ ਹੁਣ ਜੁੜ ਗਿਆ ਨਾ ਕੋਈ ਹੋਰ ਬਲੌਕ ਵੀ ਤਾਂ ਉਹਦੀ ਖਿੱਚ ਹੁਣ ਡਿਪੈਂਡ ਕਰਦੀ ਨਾ ਬੜੀ ਹੋਰ ਚੀਜ਼ਾਂ ਤੇ ਇਹ ਬਿਲਕੁਲ ਅਲੱਗ ਸਟ੍ਰਿੰਗ ਹੋ ਗਿਆ ਹੁਣ ਪਹਿਲਾਂ ਇਸ ਤੋਂ ਪਹਿਲਾਂ ਕਿਸੇ ਵੀ ਪ੍ਰੋਬਲਮ 'ਚ ਨਹੀਂ ਸੀਗਾ ਇਦਾਂ ਦਾ ਦੇਖ ਆ ਸਾਰੇ ਸਟ੍ਰਿੰਗ ਨੂੰ ਆਪਾਂ ਸੇਮ ਮੰਨੇ ਸੀ ਨਾ ਇਹਦੀ ਟੈਂਸ਼ਨ ਤਾਂ ਇਹਦੇ ਨਾਲ ਡਬਲ ਸੀ 2T ਆਈ ਸੀ ਇਹਦੀ ਵੀ 2T ਆਈ ਸੀ ਆ ਸਾਰਾ ਸਟ੍ਰਿੰਗ ਜੁੜਿਆ ਹੋਇਆ ਸੀ ਆ ਸਾਰਾ ਸਟ੍ਰਿੰਗ ਦੇਖ ਬਿਲਕੁਲ ਜੁੜਿਆ ਹੋਇਆ ਸੀ ਤਾਂ ਇਹ ਸਾਰੇ 'ਚ ਟੈਂਸ਼ਨ T ਸੀ ਕਲੀਅਰ ਹੈ ਹਾਂਜੀ ਸਰ ਇੱਧਰ ਵੀ ਟੈਂਸ਼ਨ T ਸੇਮ ਹੋਏਗੀ ਠੀਕ ਹੈ ਯੈਸ ਸੋ ਦੇਖੋ हाँ सारे फोर्सेस दिखाते कोई रह गया 100G आ देखो Sir, the weight mg sin 100G ਦੇ ਉੱਪਰ ਲੱਗਣ ਵਾਲਾ weight ਦਾ ਕੰਮ mg sin ਪਤਾ ਹੀ ਹੈ ਸਾਰਿਆਂ ਨੂੰ Yes, sir. ਮਾਸ ਕਿੰਨਾ ਹੈਗਾ 1/10 ਹੈ ਨਾ Yes, sir. ਦੇਖੋ ਤੇ ਲਿਖ ਰਿਹਾ ਮੈਂ ਇਹ ਹੈਗਾ 1/10 ਗੁਣਾ G ਗੁਣਾ 1/2 2. ਇਹ ਕਿੰਨਾ ਹੋਗਾ G/20 तो G/20 ਇਧਰ ਨੂੰ ਲੱਗ ਰਿਹਾ ਫੋਰਸ ਠੀਕ ਹੈ ਗੱਲ ਤੇ ਬਾਕੀ ਜਿਹੜਾ ਇਹਦੇ ਨਾਰਮਲ ਰਿਐਕਸ਼ਨ ਲੱਗੇਗੀ ਜਾਂ ਜਿਹੜਾ ਉਹ ਲੱਗੇਗਾ ਉਹਨੂੰ ਮੈਂ ਛੱਡ ਦਵਾਂ ਨੈਗਲੈਕਟ ਕਰਦਾ ਕਿਉਂਕਿ ਉਧਰ ਨੂੰ ਕੋਈ Yes, sir. ਸੋ ਇਕੁਏਸ਼ਨ ਆਫ ਮੋਸ਼ਨ ਇਹਦੇ ਨਾਲ ਹੀ ਬਣ ਜਾਣੀ ਆ ਸੋ ਚਲੋ ਜੀ ਲਿਖੋ ਫਿਰ ਪਹਿਲਾਂ ਇਹਦੇ ਲਈ ਲਿਖੋ ਸਭ ਤੋਂ ਪਹਿਲਾਂ ਇਹਦੇ ਲਈ ਬਣਾਓ 500 ਗ੍ਰਾਮ ਵਾਲੇ ਉਹਦੇ ਲਈ ਕੀ ਬਣੇਗੀ ਇਕੁਏਸ਼ਨ half G minus T1. ਹੈ ਨਾ ਪਹਿਲਾਂ ਇਧਰ ਨੂੰ ਆਏਗਾ ਸਮਝੋ नीचे
ठीक है, सारा ऊपर ए ही चलेगा, सारा सिस्टम जुड़ा है आगे, ठीक है ना गल? सर एक्सेलरेशन सेम किवें होऊ? क्यों सेम क्यों नहीं होगी, सारी स्ट्रिंग जुड़ी हुई है, सब कुछ जुड़ा है, देखो सारी स्ट्रिंग सिंगल ने। इथों तू जिन्ना इनू खिंचेगी नीचे उन्ना ही ये ऊपर जाऊगा 550 ग्राम कि नहीं? सर टेंशन अलग है। टेंशन तो अलग है, पर टेंशन इस तरह एडजस्ट होएगी कि एक्सेलरेशन सेम रहेगी। तू मैं देखना इथे एक गड्डी है, इथे एक गड्डी है, एक गड्डी च समान भरिया है, एक खाली सी, ते इथे फिर गड्डी आ एक ਉਹਦੇ ਚ ਅੱਧਾ ਸਮਾਨ ਭਰਿਆ ਹੈ, ਤੇ ਇਧਰ ਤੋਂ ਜਾ ਕੇ ਖਿੱਚ ਰਹੀਆਂ ਉਹਨੂੰ ਇੰਜਨ ਨਾਲ, ਤਾਂ ਟੈਂਸ਼ਨਾਂ ਤਾਂ ਅਲੱਗ-ਅਲੱਗ ਹੀ ਹੋਣਗੀਆਂ। यस सर। ਸਾਰਿਆਂ ਦੀ ਐਕਸਲਰੇਸ਼ਨ ਤਾਂ ਸੇਮ ਹੋਏਗੀ, ਉਹ ਟੈਂਸ਼ਨ ਨਾਲ ਥੋੜੀ ਡਿਪੈਂਡ ਕਰਦੀ ਹੈ। ਇਹਦਾ ਕੁਐਸਚਨ यस सर। ਐਸਐਲਆਰ ਚ ਹੈ ਨਾ, ਇਹ ਗੱਲ ਕਲੀਅਰ ਹੈ ਕਿ ਨਹੀਂ? ਸਾਰਿਆਂ ਨੂੰ ਐਕਸਲਰੇਸ਼ਨ ਸੇਮ ਹੋਏਗੀ ਨਾ, ਸਾਰਾ ਜੁੜਿਆ ਹੋਇਆ, ਇੱਕ ਪਾਸੇ ਖਿੱਚੋ ਦੂਜੇ ਪਾਸੇ ਜਾਏਗਾ। ਅਗਾ ਕਿਤੇ ਡਬਲ ਹੋ ਰਿਹਾ ਹੁੰਦਾ ਫਿਰ ਆਪਾਂ ਕੀ ਕਰਦੇ, a/2 ਜਾਂ 2a ਕਰਦੇ, ਹੈ ਨਾ? यस सर। तो जल्दी जल्दी इक्वेशन बनाइए, फिर एदी इक्वेशन बनाइए, इक्वेशन की बनेगी हाफ g minus t1 equal to half a। यस, इक्वल टू हाफ a, ठीक है। ते अगे एदी इक्वेशन की बनेगी t1 माइनस T2 plus G by 20 is equal to 0.1. t1 माइनस t2 माइनस g by 20, है ना? यस सर। बराबर है मास हो जाएगा 1/10 1/10 ਤੇ एक्सेलरेशन a, ठीक है, आ गया। ਹੋਰ ਕੀ ਹੈਗਾ ਤੀਸਰੀ ਇਹਦੀ 50 ਗ੍ਰਾਮ, 50 ਗ੍ਰਾਮ ਚ ਕੀ ਕੀਏਗਾ, ਉੱਪਰ ਨੂੰ ਜਾਣਾ ਹੈ ਨੇ, ਉੱਪਰ ਨੂੰ ਜਾਣਾ t2 माइनस ਬਟਾ g by 20 ਬਰਾबर ਹੈ 1/20 a into a। ਹੁਣ ਇਹਨਾਂ ਨੂੰ ਸੋਲਵ ਕਰਨਾ ਹੈ, ਠੀਕ ਹੈ। ਇਹਨਾਂ ਨੂੰ ਸੋਲਵ ਕਰਕੇ ਕਰਨਾ ਹੈ, t1 फाइंड करना है, t2 फाइंड करना है, ਤੇ a फाइंड करना, पर नहीं उन्होंने a ही पूछा, t1 t2 ना खत्म करने की कोशिश करिए, ठीक है। सब तो पहला तो की करिए, इन्हें दोनों जोड़ दिए, है ना? यस सर। t2 खत्म हो चुका, आ खत्म हो जाऊगा, आ खत्म हो जाऊगा, सीधे क्या आ जाऊगा, t1 इक्वल टू क्या आ जाऊगा a/10 a/, सर g by 20 नहीं खत्म हुंदा। ओ सॉरी यस सर, वो डबल हो चु, ठीक है t1 माइनस हुनी में फंस जाना थी, g by 10 g/10 a/10 a/20 v एलसीएम आ जाऊगा, ते 2 जमा 3/20 यस सर। आ जाऊगा। ਹੁਣ n ਨੂੰ ਇਹਦੇ ਨਾਲ ਜੋੜ ਦੋ ਪਹਿਲੀ ਨਾਲ ਬਸ। यस सर, t1 खत्म हो चु, ਤਾਂ g/2 माइनस g/10 10 बराबर है a/2 जमा 3 then a by 20 v, इथों अपने कोल a आ जाऊगा, ਇਹਨੂੰ ਕਰ ਲਿਓ, ठीक है, कर लोगे ਹੁਣ? यस सर। यस इक्वेशन लिखनी आनी चाहिए दोनों, बहुत सिंपली बाकी सारा सॉल्व। एक्सक्यूज मी सर। हाँ जी बोलो सर अगर हमें कह देते कि सर ये जो स्ट्रिंग है सर वो मींस कर्ल कर रखी है सर ब्लॉक के अराउंड, सर तब भी टेंशन सेम होती? अगर हमने स्ट्रिंग क्या कर रखी है सर ब्लॉक के अराउंड सर मींस कर्ल कर रखी है, मतलब टाइप कर रखी है, जैसे बांधते नहीं सर ब्लॉक के अराउंड, ब्लॉक के अराउंड ऐसे बांध रखी है? यस सर। नहीं तो उससे टेंशन में तो कोई फर्क नहीं पड़ेगा ना वो, पर ये हाँ अच्छा, अगर आप कह रहे हो इसके अराउंड बांध के वही स्ट्रिंग आगे लेके गए, वो कह रहे हो? यस सर। तो वहां पर भी टेंशन अलग अलग होगी, क्योंकि अलग अलग ब्लॉक कर जब आपने बांधी तो वो एक तरह स्टिक होगी ना उसके साथ, तो उसका फिर इधर वाला टेंशन उधर, आप खुश होकर देखो एक पोल है, उसके अराउंड आप ऐसे एक रस्सी को बांध दो और एक ऐसे खींच रहा है, ज्यादा अलग फोर्स है या अलग फोर्स है, तो टेंशन अलग अलग आएगी ना दोनों साइड लपेटने के बाद, ठीक है ना? अगर फ्रिक्शनलेस, अच्छा है मेरी बात सुनो, अगर ये पुली में फ्रिक्शन हुआ ना तब भी अलग अलग आएगी, फिर टेंशन यहाँ t1 आएगी और यहाँ t2 आएगी। यस सर होता है। पुली में भी फ्रिक्शन हुआ तो यस सर। फ्रिक्शन से इतना फर्क, वो तो आपने लपेट ही दी है, फिर तो अलग आएगी। ओके सर। एच पेज तक किया और भाई 71 monkey is climbing up a rope that goes over a smooth light pulley and supports a block of equal mass at the other end, so that whatever the force monkey exerts on the rope, the monkey and the block move in the same direction with equal acceleration. If initially both were at rest, their separation will not change as the time passes. So initially दोनों रेस्ट ने आप आया करना कि जे मंकी ऊपर नो एक्सेलरेट होएगा ਤਾਂ ब्लॉक भी एक्सेलरेट होएगा, बेसिकली इतने आप दिखाना चाह रहे हैं।
ਇਹਨੂੰ ਕਰੋ, ਦੇਖੋ ਇਹਨੂੰ ਕਿਵੇਂ ਕਰੀਏ ਆਪਾਂ। ਫਿਲਹਾਲ ਆਪਾਂ ਇੱਥੇ ਬਣਾ ਕੇ ਦੇਖ ਲੈਂਦੇ ਆ। ਜਿਹੜਾ ਮੰਕੀ ਹੈ, ਮੰਕੀ ਦਾ ਮਾਸ ਹੈਗਾ m, ਮੰਕੀ ਦਾ ਨਹੀਂ ਬਲੌਕ ਦਾ ਮਾਸ ਹੈਗਾ m, ਮੰਕੀ ਦਾ ਮਾਸ ਤਾਂ ਨਹੀਂ ਗਿਵਨ सर दोनों का मास सेम है। इक्वल है। ਮੰਕੀ ਦਾ ਮਾਸ ਵੀ ਸੇਮ ਹੈ ਨਾ, यस सर। ਮੰਕੀ ਦਾ ਮਾਸ। ਹਾਂ ਦੇਖੋ ਐਟਵੁੱਡ ਮਸ਼ੀਨ ਦਾ ਇੱਕ ਕੇਸ ਹੋ ਗਿਆ ਇੱਕ ਤਰ੍ਹਾਂ ਦਾ ਇਹ, ਹੈ ਨਾ। ਐਟਵੁੱਡ यस सर। ਤਰ੍ਹਾਂ ਦਾ ਕੇਸ ਹੋ ਗਿਆ ਕਿ ਜੇ ਪੁਲੀ ਦੇ ਪਾਸੇ ਦੋਨੋਂ ਪਾਸੇ ਸੇਮ ਹੀ ਮਾਸ ਹੋਵੇ ਤੇ ਉਹ ਕਹਿ ਰਹੇ ਨੇ ਜੇ ਇੱਕ ਮਾਸ ਐਕਸਲਰੇਟ ਹੋਏਗਾ ਉੱਪਰ ਨੂੰ ਤਾਂ ਦੂਜਾ ਵੀ ਉੱਪਰ ਨੂੰ ਹੀ ਹੋਏਗਾ, ਕਿਉਂਕਿ ਬੇਸਿਕਲੀ ਇਹ ਮੰਕੀ ਚੜ ਰਿਹਾ ਨਾ ਉੱਪਰ, ਸਟ੍ਰਿੰਗ यस सर। ਆਬਵੀਅਸਲੀ ਮੰਕੀ ਉੱਪਰ ਚੜ ਰਿਹਾ ਨਾ, ਤਾਂ ਮੰਕੀ ਨੇ ਜਿੱਥੋਂ ਫੜਿਆ ਆਪਾਂ ਉੱਥੋਂ ਸਟ੍ਰਿੰਗ ਦੀ ਲੈਂਥ ਮੰਨਾਂਗੇ। ਮੰਕੀ ਫਿਰ ਉਹਨੂੰ ਫੜ ਕੇ ਉੱਪਰ ਨੂੰ ਚੜੇਗਾ ਨਾ ਤਾਂ ਸਟ੍ਰਿੰਗ ਦੀ ਲੈਂਥ ਘਟੇਗੀ, ਤਾਂ ਉਧਰ ਨੂੰ ਮਾਸ ਵੀ ਉਨਾ ਹੀ ਐਕਸਲਰੇਟ ਹੋ ਕੇ ਉੱਪਰ ਜਾਏਗਾ। ਦੋਨੋਂ ਬੋਥ ਹੈ ਦਾ ਸੇਮ ਇਕੁਅਲ ਐਕਸਲਰੇਸ਼ਨ। ਲੈਟਸ ਡੂ ਇਟ, ਆਪਾਂ ਕਰਕੇ ਦੇਖਦੇ ਹਾਂ। ਤਾਂ ਪਹਿਲੀ ਗੱਲ ਤਾਂ ਇਹ 'ਚ ਟੈਂਸ਼ਨ ਸੇਮ ਆਏਗੀ। यस सर। ਆਪਾਂ ਮੰਨ ਲੈਣਾ ਕਿ ਮੰਕੀ ਦੀ ਐਕਸਲਰੇਸ਼ਨ a ਹੈ, ਠੀਕ ਹੈ, ਤੇ ਜਿਹੜਾ ਆ ਇਧਰ ਮਾਸ ਹੈ ਉਹਦੀ ਐਕਸਲਰੇਸ਼ਨ ਕਿੰਨੀ ਮੰਨ ਲਈ ਆਪਾਂ a dash। ए डैश। ਆਪਾਂ ਨੂੰ ਨਹੀਂ ਪਤਾ ਨਾ, यस सर। ਆ ਤੇ a dash ਜਿਹੜੀ ਆ ਆਪਾਂ ਨੀਚੇ ਨੂੰ ਨਾ ਮੰਨ ਲਈਏ ਪਹਿਲਾਂ ਇੱਕ ਵਾਰੀ, यस सर नीचे। ਹਨਾ। ਉਹਦੇ यस सर। ਨੀਚੇ ਮੰਨ ਲੈਣੇ ਐਟਵੁੱਡ ਮਸ਼ੀਨ ਦਾ ਇੱਕ ਤਰ੍ਹਾਂ ਦਾ ਕੇਸ ਹੋ ਗਿਆ, ਹਨਾ। ਕਰਕੇ ਦੇਖੋ ਫਿਰ यस सर। ਇਹਦੇ ਲਈ ਟੈਂਸ਼ਨ ਜ਼ਿਆਦਾ ਹੋਏਗੀ। ਹੁਣ Yes, यस सर ऊपर जा रहे हैं। ਮਾਈਨਸ ਮੰਕੀ ਇਨਟੂ ਉਹਦਾ weight ਇਜ਼ ਇਕੁਅਲ ਟੂ ਮੰਕੀ ਤੇ ਇਹ ਹੋਏਗੀ ਮੰਕੀ ਦੇ ਲਈ ਗੱਲ। ਬਲੌਕ ਲਈ ਕੀ ਹੋਏਗਾ? ਬਲੌਕ ਲਈ ਆਪਾਂ ਕਹਿੰਦੇ ਆ ਵੀ ਉਹਦਾ mg ਜ਼ਿਆਦਾ ਹੋਣਾ ਚਾਹੀਦਾ ਹੈ, ਟੈਂਸ਼ਨ ਘੱਟ, ਤੇ ਇਹ ਬਰਾਬਰ ਹੋਣਾ ਚਾਹੀਦਾ ਮਾਸ ਇਨਟੂ a ਡੈਸ਼ ਮੰਨ ਲਓ, ਮੈਨੂੰ ਨਹੀਂ ਪਤਾ। यस सर। ਦੋਨਾਂ ਨੂੰ ਐਡ ਕਰੋ, ਦੱਸੋ ਕੀ ਆਇਆ। एम ए प्लस एम ए डैश इक्वल टू 0। A dash is equal to minus A। यस a डैश इक्वल टू माइनस a, तो a डैश इज इक्वल टू माइनस a। ये ऑलरेडी a डैश है अपोजिट डायरेक्शन ऊपर की ਇਹ ओर। ਨੈਗੇਟਿਵ ਆਈ ਆਪਣੀ, ਜੇ a ਨੂੰ ਪੋਜ਼ਿਟਿਵ ਮੰਨ ਲਿਆ ਇਹਨੂੰ ਤੁਸੀਂ, Yes, sir। ਨੈਗੇਟਿਵ ਇਹਨੂੰ ਪਰ ਤੁਸੀਂ ਡਰਾ ਕਰਕੇ ਉਹਦੇ ਹਿਸਾਬ ਨਾਲ ਇਕੁਏਸ਼ਨ ਲਿਖੀ ਸੀ ਕਿ ਨਹੀਂ? यस सर। ਮੈਂ ਕੀ ਦੱਸਿਆ ਨੈਗੇਟਿਵ ਆਇਆ ਤਾਂ ਮਤਲਬ ऊपर नु जा रहे हैं, मतलब ऊपर अलग डायरेक्शन है। ਹਾਂ, ਤਾਂ ਆ ਦੋਨੋਂ ਕੀ ਹੋ ਗਏ? Same direction, same angle। ਦੋਨੋਂ ਸੇਮ ਡਾਇਰੈਕਸ਼ਨ। ਆਵੇ ਦੇਖੋ ਆ ਗਈ। ਸੋ ਇਹਦਾ ਜਸਟ ਥਿਓਰੈਟੀਕਲ ਇੱਕ ਡਾਊਟ ਸੀਗਾ ਜਿਹੜਾ ਸਮਝਾਉਣ ਲਈ ਤੁਹਾਨੂੰ। ਤੇ ਦੇਖੋ ਕਿੰਨੀ ਇੰਟਰਸਟਿੰਗ ਗੱਲ ਹੈ ਨਾ, ਕਿ ਜੇ ਉਧਰ ਨੂੰ ਮੈਂ ਪੱਥਰ ਲਮਕਾ ਦੇਵਾਂ ਕਿਸੇ ਜਗ੍ਹਾ, ਮੈਂ ਮੇਰੇ weight ਦੇ ਬਰਾਬਰ ਹੋਵੇ, ਮੈਂ ਰੱਸੀ ਤੇ ਚੜਨ ਦੀ ਕੋਸ਼ਿਸ਼ ਕਰਾਂ ਤਾਂ ਉਹ ਪੱਥਰ ਵੀ ਉਨਾ ਉੱਪਰ ਨੂੰ ਉੱਠੀ ਜਾਏਗਾ, ਤੇ ਉੱਪਰ ਜਾ ਕੇ ਪੁਲੀ ਤੇ ਮੈਂ ਤੇ ਪੱਥਰ ਇਕੱਠੇ ਪਹੁੰਚਾਂਗੇ ਜੇ ਅਸੀਂ ਬਰਾਬਰ ਪੈਰਲਲ ਲਾ ਰਹੇ ਹਾਂ। ਪਰ ਜੇ ਸਾਡੇ 'ਚ ਕੋਈ ਸੈਪਰੇਸ਼ਨ ਹੈ ਤਾਂ ਸੈਪਰੇਸ਼ਨ ਤਾਂ ਆਬਵੀਅਸਲੀ ਸੇਮ ਹੋਏਗੀ ਫਿਰ, ਕਿਉਂਕਿ ਐਕਸਲਰੇਸ਼ਨ ਸੇਮ ਹੈ ਨਾ। यस सर। ਤਾਂ ਉਹਦੀ ਇਨੀਸ਼ੀਅਲ ਪੋਜੀਸ਼ਨ ਮੰਨ ਲਓ ਮੇਰੀ, ਮੈਂ ਕਹਿ ਦਵਾਂ x ਨੋਟ ਹੈ, ਉਹਦੀ ਮੰਨ ਲਓ y ਨੋਟ ਹੈ, ਤਾਂ ਮੇਰੀ ਸਾਡੀ ਸੈਪਰੇਸ਼ਨ x ਨੋਟ ਮਾਈਨਸ y ਨੋਟ ਹੋਏਗੀ। ਬਾਅਦ ਵਿੱਚ ਕੀ ਹੋਏਗਾ ਫਿਰ ਨਵੀਂ x1 ਹੋਏਗੀ। x1 ਨੂੰ ਤੁਸੀਂ x ਨੋਟ ਦੀ ਫਾਰਮ 'ਚ ਲਿਖ ਸਕਦੇ ਹੋ, ਹੈ ਨਾ। ਇਨੀਸ਼ੀਅਲ ਵੈਲੋਸਿਟੀ ਸਟਾਰਟਿੰਗ ਫਰਮ ਰੈਸਟ, ਆ ਦੇਖੋ ਦੇ ਵਰ ਐਟ ਰੈਸਟ, ਤਾਂ ut plus half at square ਕਿਸੇ ਵੀ ਟਾਈਮ t ਬਾਅਦ ਇਹਦੀ ਐਕਸਲਰੇਸ਼ਨ a ਲਓਗੇ, ਹੈ ਨਾ। ਇਸ ਤਰ੍ਹਾਂ ਹੀ y1 ਲਓਗੇ, ਤੇ ਜਦੋਂ ਮਾਈਨਸ ਕਰੋਗੇ, ਮਾਈਨਸ ਕਰਕੇ ਸਾਰਾ ਕੁਝ ਫਿਰ ਉਹੀ ਆ ਜਾਏਗਾ ਜੋ ਆ ਰਿਹਾ ਸੀ, ਸਾਰਾ ਕੁਝ ਤਾਂ ਕੈਂਸਲ ਹੋ ਜਾਏਗਾ, ਸਭ ਤਾਂ ਸੇਮ ਹੀ ਹੈ। ਸਰ ਹਾਂਜੀ, ਸਰ ਇਹ ਸੈਪਰੇਸ਼ਨ ਦਾ ਮਤਲਬ ਕੀ ਹੈ? ਸੈਪਰੇਸ਼ਨ ਮਤਲਬ ਕਿੰਨੀ ਦੂਰੀ ਤੇ ਨੇ ਉਹ ਦੋਨੋਂ ਇੱਕ ਦੂਜੇ ਤੋਂ। ਸੈਪਰੇਸ਼ਨ ਕਹਿਣ ਦਾ ਭਾਵ ਇਹ ਆ ਕਿ ਆ ਜਿਹੜਾ ਪੁਲੀ ਹੈਗੀ ਆ, ਪੁਲੀ ਦੇ ਦੁਆਲੇ ਇੱਥੇ ਮੰਨ ਲਓ ਬਾਂਦਰ ਹੈ, ਠੀਕ ਹੈ, ਬਾਂਦਰ ਬਣਾਉਣਾ ਨਹੀਂ ਆਉਂਦਾ ਮੈਨੂੰ, ਤੇ ਇੱਥੇ ਮੰਨ ਲਓ ਮਾਸ ਹੈ, ਤਾਂ ਉਹ ਕਹਿ ਰਹੇ ਨੇ ਆ ਜਿਹੜਾ ਮਾਸ ਹੈ ਤੇ ਆ ਜਿਹੜਾ ਬਾਂਦਰ ਹੈ, ਇਹ ਦੋਨਾਂ ਦੀ ਸੈਪਰੇਸ਼ਨ ਜਿਹੜੀ ਹੈ, ਆ ਸੈਪਰੇਸ਼ਨ ਹੈ ਇਹਨਾਂ ਦੋਨਾਂ ਦੀ। ਉਹ ਕਹਿੰਦੇ ਆ ਇੰਨੀ ਰਹਿਣ ਵਾਲੀ ਹੈ, ਮਤਲਬ ਕਹਿਣ ਦਾ ਭਾਵ ਜੇ ਬਾਂਦਰ ਇੰਨਾ ਦੂਰ ਚੜੇਗਾ ਉੱਪਰ ਤਾਂ ਮਾਸ ਇਹ ਵੀ ਇੱਥੇ ਹੋ ਜਾਏਗਾ, ਤਾਂ ਇਹਨਾਂ ਦੀ ਸੈਪਰੇਸ਼ਨ ਫਿਰ ਉਨੀ ਰਹੂਗੀ ਹਰ ਟਾਈਮ ਟੀ ਦੇ ਬਾਅਦ। ਠੀਕ ਹੈ ਗੱਲ। ਯੈਸ ਸਰ। ਹੁਣ ਜੇ ਬਾਂਦਰ ਨੂੰ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ, ਤੁਸੀਂ ਕੀ ਚਾਹੁੰਦੇ ਹੋ, ਕਿਹੜੇ ਪਾਸੇ ਸਟ੍ਰਿੰਗ ਜ਼ਿਆਦਾ ਹੋਣੀ ਚਾਹੀਦੀ ਹੈ? ਜੇ ਬਾਂਦਰ ਉੱਪਰ ਪੁਲੀ ਤੱਕ ਪਹੁੰਚਣਾ ਚਾਹੁੰਦਾ ਆ ਤਾਂ ब्लॉक वाली स्ट्रिंग ज्यादा होनी चाहिए, ਕਿਉਂਕਿ ਦੋਨਾਂ ਨੇ ਇਕੱਠੇ ਆਣਾ, ਬਲੌਕ ਉੱਪਰ ਪਹਿਲਾਂ ਹੀ ਪਹੁੰਚ ਜਾਣਾ, ਫਿਰ ਯਾਦ यस सर। ਤੇ ਫਿਰ ਗੱਲ ਫਿਰ ਮਸਲਾ ਡਿਫਰੈਂਟ ਹੋ ਜਾਣਾ, ਇੱਕ ਸਟ੍ਰਿੰਗ ਦਾ ਮਸਲਾ ਹੋ ਜਾਣਾ, ਫਿਰ ਦੋ ਸਟ੍ਰਿੰਗ ਦਾ ਰਹਿਣਾ ਹੀ ਨਹੀਂ, ਹਨਾ। ਇਸ ਤਰ੍ਹਾਂ ਇਹਨੇ ਥਿਓਰੀਟਿਕਲੀ ਆਪਾਂ ਇਹਨਾਂ ਚੀਜ਼ਾਂ ਨੂੰ ਇੰਟਰਪ੍ਰੀਟ ਕਰਦੇ ਹਾਂ। ਸਰ ਹਾਂਜੀ, ਸੈਪਰੇਸ਼ਨ ਵਾਲਾ ਤੁਸੀਂ ਕਿਵੇਂ ਪ੍ਰੂਫ ਕੀਤਾ ਵੀ ਸੇਮ ਕੀ ਪ੍ਰੂਵ ਕੀਤਾ? ਸੈਪਰੇਸ਼ਨ ਸੇਮ ਰਹੇਗੀ? ਦੇਖ ਮੇਰੀ ਗੱਲ ਸੁਣ, ਪਹਿਲਾਂ ਆਪਾਂ ਮੰਨ ਲੈਣੇ ਇਨੀਸ਼ੀਅਲੀ ਮੰਨ ਲਓ ਮੰਕੀ ਦੀ ਪੋਜੀਸ਼ਨ ਹੈਗੀ ਹੈ x ਨੋਟ, ਠੀਕ ਹੈ, ਤੇ ਬਲੌਕ ਦੀ ਹੈਗੀ ਹੈ xb ਨੋਟ, ਠੀਕ ਹੈ। ਕਲੀਅਰ? ਉਸ ਤੋਂ ਬਾਅਦ ਮੰਕੀ ਜਿਹੜਾ ਹੈ ਉਹਦੀ ਪੋਜੀਸ਼ਨ ਬਦਲੇਗੀ, ਕਿਉਂਕਿ ਇਹ ਐਕਸਲਰੇਟ ਹੋਇਆ ਉੱਪਰ ਨੂੰ, a ਐਕਸਲਰੇਸ਼ਨ ਨਾਲ t ਟਾਈਮ ਬਾਅਦ ਕਿੱਥੇ ਹੋਏਗਾ, ਇਹਦੀ ਫਾਈਨਲ ਪੋਜੀਸ਼ਨ ਹੋਏਗੀ x ਨੋਟ ਡੈਸ਼ ਇਜ਼ ਇਕੁਅਲ ਟੂ ਇਹਦੀ ਇਨੀਸ਼ੀਅਲ ਪੋਜੀਸ਼ਨ
प्लस ut प्लस हाफ है टी स्क्वायर ना, u 0 है, t है, हाफ है, a है, टी स्क्वायर है, तो x नॉट डैश की आ जाएगा प्लस हाफ ए टी स्क्वायर। क्लियर है गल? यस सर। उसके बाद ब्लॉक कितने पहुंचेगा? ब्लॉक दी फाइनल पोजीशन मान लो एक्स बी नॉट डैश है, तो वो आएगा एक्स बी नॉट प्लस 0t, वो भी रेस्ट सारे था, प्लस हाफ ए टी स्क्वायर है, वो भी सेम एक्सेलरेशन, सब कुछ सेम है। तो आ जाएगा एक्स बी नॉट डैश इज इक्वल टू एक्स बी नॉट प्लस हाफ ए टी स्क्वायर। आ फाइनल पोजीशंस ने, फाइनल सेपरेशन इन्हां दोनों का सबट्रैक्शन होएगी, ओके आ जाएगी, ठीक है बस आई आ जाएगी, बाकी तक कटे ही जाएगा। ठीक है। सो वही वो कह रहे हैं सेपरेशन सेम है, देख लो, देख लिया, क्लियर? ठीक है, कोई प्रॉब्लम तो नहीं है सर हाँ जी सर ये जो एक्सेलरेशन नेगेटिव आ जाती है सर, ये नहीं पता चल लिया। जिवें बस देखना ये- तू एक्सेलरेशन अपने वालों ए मान ला कोई भी, ठीक है, किसी भी दिशा च मान ला तू एक्सेलरेशन इधर नु मान ली ते ए पॉजिटिव मननी है तू, है ना? यस सर। तू कर रहा है इधरले फोर्स नु ते इधरले फोर्स नु माइनस करके ਇਹਦੇ ਚੋਂ ਮਾਈਨਸ ਇਹਨੂੰ ਕਰਕੇ ਮਾਸ ਇਨਟੂ एक्सेलरेशन लिख ਰਿਹਾ, ਤਾਂ ਹੀ ਲਿਖ ਰਿਹਾ ਨਾ। यस सर। ਪਰ ਜੇ ਤੇਰੀ एक्सेलरेशन 네ਗੇਟਿਵ ਆ ਗਈ ਇਹਦਾ ਮਤਲਬ ਅਸਲ ਵਿੱਚ ਇੱਧਰ ਨੂੰ ਨਹੀਂ ਹੈ, ਇੱਧਰ ਨੂੰ ਹੈ, ਤੇ ਤੇਰੀ ਇਕੁਏਸ਼ਨ ਪੁੱਠੀ ਬਣੀ ਹੋਈ ਹੈ, ਇਹਦਾ ਮਤਲਬ ਬਸ ਆ ਮਤਲਬ। ओके सर। ਮੰਕੀ ਨੂੰ ਜੇ ਮੰਨਿਆ ਕਿ ਮੰਕੀ ਉੱਪਰ ਚੜ ਰਿਹਾ, ਮੈਂ ਕਿਹਾ ਮੰਨ ਲਓ ਆ ਥੱਲੇ ਉਤਰ ਰਿਹਾ a ਡੈਸ਼ ਨਾਲ, ਐਕਸਲਰੇਸ਼ਨ ਵੱਖਰੀ ਲੈ ਲਈ ਉਹਦੀ, ਠੀਕ ਆ, ਜਦ ਕਿ ਆਪਾਂ ਪ੍ਰੂਵ ਕਰਨਾ ਕਿ ਦੋਨੋਂ ਬਿਲਕੁਲ ਸੇਮ ਡਾਇਰੈਕਸ਼ਨ ਚ ਨੇ, ਤੇ ਉਹਨੇ ਤੇ ਉਹ ਡਾਇਰੈਕਸ਼ਨ ਇਹਦੀ ਆਟੋਮੈਟਿਕਲੀ ਜਦੋਂ ਇਹ 네ਗੇਟਿਵ ਆ ਗਿਆ ਮਾਈਨਸ ਆਵੇ, ਤੇ ਮੈਂ ਕਿਹਾ ਵੀ ਆ ਤਾਂ ਪੁੱਠਾ ਆ ਗਿਆ, ਉੱਪਰ ਨੂੰ ਆ ਗਿਆ, 네ਗੇਟਿਵ ਆਇਆ ਸੀ ਜਦੋਂ, ਜਿਵੇਂ ਪਿੱਛੇ ਦਿਨ ਮੈਂ g/7 ਨਹੀਂ ਕੀਤੀ, ਉਹ 네ਗੇਟਿਵ ਆ ਗਈ ਸੀ, ਮੈਂ ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ, ਅਸਲ ਵਿੱਚ ਇਸ ਤਰ੍ਹਾਂ ਹੋਏਗਾ। ਮਤਲਬ ਫਿਜ਼ਿਕਸ ਦੇ ਵਿੱਚ ਕੀ ਹੈ, ਮੈਥਮੈਟਿਕਲੀ ਨਾ ਤੁਸੀਂ ਆਟੋਮੈਟਿਕਲੀ ਸਹੀ ਜਗ੍ਹਾ ਤੇ ਪਹੁੰਚ ਜਾਂਦੇ ਹੋ। ਤੁਸੀਂ ਆਪਣੇ ਵੱਲੋਂ ਕੋਈ ਵੀ ਅਸਿਊਮ ਕਰ ਲਓ ਚੀਜ਼, ਤੁਸੀਂ ਪਿਛਲੇ ਸਾਰੇ ਕੁਐਸਚਨਾਂ ਵਿੱਚ ਕੁਝ ਵੀ ਅਸਿਊਮ ਕਰ ਲਓ ਵੀ ਆ ਇੱਧਰ ਨੂੰ ਬਲੌਕ ਮੂਵ ਕਰ ਰਿਹਾ, ਉਧਰ ਨੂੰ ਮੂਵ ਕਰ ਰਿਹਾ, ਆਟੋਮੈਟਿਕਲੀ ਆਨਸਰ 네ਗੇਟਿਵ ਆਣੇ ਸ਼ੁਰੂ ਹੋ ਜਾਣੇ ਆ। ਤੁਹਾਨੂੰ ਪਤਾ ਲੱਗ ਜੂ ਜੋ ਤੁਸੀਂ ਡਾਇਗਰਾਮ ਬਣਾਇਆ ਸਾਰਾ ਪੁੱਠਾ ਕਰ ਦਿਓ। ਜਿਵੇਂ ਕਹਿਣ ਦਾ ਭਾਵ ਇਹ ਆ, ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸਮਝ। ਮੰਨ ਲਾ ਇੱਥੇ ਆਪਾਂ ਐਟੀਟਿਊਡ ਮਸ਼ੀਨ ਕਰ ਰਹੇ ਹਾਂ, ਤੇ ਇੱਥੇ ਇੱਕ ਛੋਟਾ ਮਾਸ ਲਿਆ ਮੈਂ 2 kg, ਠੀਕ ਹੈ, ਇੱਥੇ ਇੱਕ ਵੱਡਾ ਮਾਸ ਲਿਆ, ਓਹੋ ਚਲੋ ਕੋਈ ਨਹੀਂ, ਤੁਹਾਨੂੰ ਪਤਾ ਹੀ ਆ ਸਿੱਧੀ ਹੁੰਦੀ ਹੈ ਸਟ੍ਰਿੰਗ, ਠੀਕ ਹੈ। ਆ ਮੰਨ ਲਓ ਹੈਗਾ 10 kg। ਹੁਣ ਤੂੰ ਮੈਨੂੰ ਦੱਸ ਵੀ ਇਹ ਇਹਨਾਂ ਚ ਕਿਹੜਾ ਉੱਪਰ ਜਾਊਗਾ, ਕਿਹੜਾ ਨੀਚੇ ਜਾਊਗਾ? 10 ਵਾਲਾ ਨੀਚੇ ਜਾਊਗਾ ਸਰ। 10 ਨਾਲ ਨੀਚੇ ਜਾਊਗਾ ਨਾ। ਮੈਂ ਮੰਨ ਲਿਆ ਕਿ ਨਹੀਂ ਇਹ ਉੱਪਰ ਜਾਊਗਾ ਤੇ ਆ ਨੀਚੇ ਜਾਊਗਾ, ਉਹੀ ਮੰਨ ਲਿਆ ਮੈਂ, ਐਕਸੈਲਰੇਸ਼ਨ ਦੋਨਾਂ ਦੀ ਇਹ ਹੀ ਹੋਗੀ ਆਬਵੀਅਸਲੀ, ਪਰ ਮੈਂ ਉਹੀ ਮੰਨ ਲਿਆ ਕਿ ਨਹੀਂ 10 ਵਾਲਾ ਉੱਪਰ ਜਾਊਗਾ, 2 ਵਾਲਾ ਨੀਚੇ ਜਾਊਗਾ। ਮਤਲਬ ਕਿ ਮੈਂ ਧਿਆਨ ਨਹੀਂ ਦਿੱਤਾ ਕਿ 2 ਤੇ 10 ਚ ਕੀ ਫਰਕ ਆਇਆ, ਕੀ ਨਹੀਂ ਆਏਗਾ। ਮੰਨ ਲਓ ਕੋਈ ਕੁਐਸਚਨ ਇੰਨਾ ਕੰਪਲੈਕਸ ਸੀਗਾ, ਮੇਰਾ ਦਿਮਾਗ ਖਰਾਬ ਸੀਗਾ ਕਿ ਮੈਂ ਐ ਕਰ ਲਿਆ, ਮੈਂ ਸਹੀ ਡਾਇਗਰਾਮ ਬਣਾਇਆ ਨਹੀਂ, ਮੈਂ ਪੁੱਠੇ ਹੀ ਐਕਸੈਲਰੇਸ਼ਨ ਅਸਿਊਮ ਕਰ ਲਈ ਤੇ ਸਾਰਾ ਮੋਸ਼ਨ ਹੀ ਉਲਟਾ ਚਲਾਤਾ, ਤਾਂ ਇੱਥੇ ਜਿਹੜੀ ਐਕਸੈਲਰੇਸ਼ਨ ਦੀ ਵੈਲਿਊ ਆਊਗੀ ਨਾ, ਜੋ ਤੁਸੀਂ ਕੈਲਕੂਲੇਟ ਕਰੇਗਾ, ਇਕੁਏਸ਼ਨ ਬਣਾਏਗਾ, ਉਹ ਆਟੋਮੈਟਿਕਲੀ 네ਗੇਟਿਵ ਆ ਜੂਗੀ। ਤਾਂ ਇਹਦੇ ਨਾਲ ਮੈਨੂੰ ਕੀ ਪਤਾ ਲੱਗੂਗਾ गलत है। ਵੀ ਅਸਲੀ ਆ ਵਾ। ਕਲੀਅਰ ਹੈ ਗੱਲ ਹੁਣ? ਮਤਲਬ हाँ जी सर। ਤੁਹਾਨੂੰ ਸੱਚਾਈ ਤੱਕ ਪਹੁੰਚਾ ਦਿੰਦਾ ਆ, ਜੇ ਤੁਸੀਂ ਫਿਜ਼ਿਕਸ ਦੇ ਵਿੱਚ ਕਿਤੇ ਗਲਤੀ ਵੀ ਕਰ ਰਹੇ ਹੋ ਸਮਝਣ ਚ ਜਾਂ ਚੀਜ਼ਾਂ ਨੂੰ ਮੰਨਣ ਚ। ਕਲੀਅਰ ਹੈ ਗੱਲ? हाँ जी सर। ਸੋ ਆ ਗੱਲ ਦਾ ਮਤਲਬ ਆ ਸੀਗਾ। ਐਨੀਥਿੰਗ ਐਲਸ ਕਿ ਮੈਂ Yes, sir. Sir, 33. 30 ਇਸ ਪੇਜ ਤੇ ਸੀਗਾ, No, sir. ਅਗਲੇ ਪੇਜ ਤੇ ਆ, ਅਗਲੇ ਤੇ ਨਹੀਂ ਸਰ, ਇਹ ਤੋਂ ਪਹਿਲਾਂ ਵਾਲਾ ਸੀ। ਇਸ ਤੋਂ ਪਹਿਲਾਂ ਸੀ। Yes, sir. ਇੱਕ ਮਿੰਟ, ਬੰਦਰ ਤੋਂ ਪਹਿਲਾਂ, ਚਲੋ ਜੀ ਆ 33 ਦੇਖ ਲਓ। ਹਾਂ ਇਹ ਕੁਐਸਚਨ ਵੀ ਵਧੀਆ ਵੈਸੇ, ਦੇਖੋ ਧਿਆਨ ਨਾਲ। Find the mass m of the hanging block in figure। ਆ m ਪਤਾ ਕਰਨਾ, ਆਪਾਂ ਇਸ m ਦਾ ਐਕਸਪ੍ਰੈਸ਼ਨ ਪਤਾ ਕਰਨਾ, ਕਹਿਣ ਦਾ ਭਾਵ ਇਹ ਹੈ which will prevent the smaller block from slipping over the triangular block। ਇਹ ਆਪਾਂ ਨੂੰ ਕਰਨਾ ਹੈ ਕਿ which will prevent the smaller block from slipping। ਦੇਖੋ ਬਣਾਓ ਇਹਦੀ ਇਕੁਏਸ਼ਨ ਕਿਵੇਂ ਬਣਾਏ, ਪਹਿਲਾਂ ਫੋਰਸਿਸ ਸਾਰੇ ਸ਼ੋ ਕਰੋ ਕਿਹੜੇ ਕਿਹੜੇ ਫੋਰਸਿਸ ਹੈਗੇ ਨੇ। ਪਹਿਲੀ ਗੱਲ ਤਾਂ ਜਿਹੜੀ ਸਟ੍ਰਿੰਗ ਹੈਗੀ ਟੈਂਸ਼ਨ ਸੇਮ ਹੋਊਗੀ ਨਾ। Yes, sir. ਉਹ ਚੁੱਪ ਕਰਕੇ ਆਪਾਂ ਟੈਂਸ਼ਨ ਟੀ ਬਣਾ ਲੈਣੇ ਆ ਇੱਥੇ ਐ, ਤੇ ਇੱਧਰ ਐ ਨੂੰ ਬਣਾ ਲੈਣੇ ਆ, ਬਸ ਦੂਜੀ ਵਾਲਾ ਪੋਰਸ਼ਨ ਆਪਾਂ ਦਿਖਾ ਨਹੀਂ ਰਹੇ, ਪੁਲੀ ਤੇ ਲੱਗਣ ਵਾਲਾ ਨਹੀਂ ਦਿਖਾ ਰਹੇ ਆਪਾਂ। ਦੇਖੋ ਇੱਥੇ ਇੱਕ ਆ ਪੋਰਸ਼ਨ ਮੈਂ ਨਹੀਂ ਦਿਖਾਉਂਦਾ ਹਰ ਵਾਰ, ਤੁਸੀਂ ਧਿਆਨ ਨਾਲ ਸਮਝੋ।
ਆ ਵਾਲਾ ਹੁੰਦਾ ਜਿਹੜਾ ਪੁਲੀ ਤੇ ਲੱਗ ਰਿਹਾ ਹੁੰਦਾ, ਆ ਵਾਲਾ ਹਨਾ। ਤੇ ਆਪਾਂ ਪੁਲੀ ਵਾਲੇ Yes, sir. ਕਰਦੇ ਆ, ਆਪਾਂ ਮਾਸਿਸ ਨੂੰ ਲੱਗਣ ਵਾਲੇ ਨੂੰ ਚੱਕ ਲੈਂਦੇ ਆ ਬਸ। ਆਹ ਗੱਲ ਦਾ ਧਿਆਨ ਰੱਖਿਆ ਕਰੋ। ਤੁਸੀਂ ਸੋਚੋਗੇ ਐਵੇਂ ਕਈ ਵਾਰ ਟੈਂਸ਼ਨ 2 ਬਣਾਉਂਦੇ ਆ, ਕਦੇ 1 ਬਣਾਉਂਦੇ ਆ, ਐਂ ਗੱਲ ਥੋੜਾ ਇਹਨੂੰ ਇਮੇਜਿਨ ਕਰਕੇ ਸੋਚਿਆ ਕਰੋ। ਹੁਣ ਜਿਹੜਾ ਆ ਮਾਸ ਹੈਗਾ ਵਾ ਇਹ ਥੀਟਾ ਗਿਵਨ ਆਪਾਂ, ਅੱਛਾ ਥੀਟਾ ਆਨਸਰ ਚ ਆ ਸਕਦਾ, ਠੀਕ ਆ। Yes, sir. ਤੇ ਵੈਜ ਦਾ ਮਾਸ ਵੀ m ਡੈਸ਼ ਵੀ ਆ ਸਕਦਾ, ਐਮ ਪਤਾ ਆ ਜਿਹੜਾ m ਹੈਗਾ ਇਹ ਨੀਚੇ ਨੂੰ ਲੱਗੂਗਾ mg। Yes, sir. ਇਸ mg ਦੇ ਲਈ ਫਿਰ ਤੁਹਾਨੂੰ ਪਤਾ ਕੀ mg ਕੀ ਹੋਏਗਾ, mg sin ਥੀਟਾ mg cos ਥੀਟਾ। Yes, sir. ਇਧਰ ਨੂੰ ਹੋਊਗਾ mg sin ਥੀਟਾ ਤੇ mg cos ਥੀਟਾ ਜਿਹੜਾ ਹੋਏਗਾ ਉਹ ਇਧਰ ਨੂੰ ਹੋਏਗਾ ਕਿ ਨਹੀਂ। Yes, sir. ਹੁਣ ਇੱਥੇ ਨਾ ਬੜੀ ਇੰਪੋਰਟੈਂਟ ਚੀਜ਼ਾਂ ਨੇ, ਬਹੁਤ ਧਿਆਨ ਨਾਲ ਸਮਝਣ ਵਾਲੀਆਂ ਚੀਜ਼ਾਂ ਨੇ। ਜੇ ਤੁਸੀਂ ਇਕੱਲੇ ਦਾ ਇਹਦਾ ਉਹ ਡਾਇਗਰਾਮ ਬਣਾਓਗੇ ਨਾ ਤਾਂ ਤੁਹਾਨੂੰ ਪਤਾ ਲੱਗੂਗਾ। ਤੇ ਇਹਦੇ ਵਿੱਚ ਤੁਸੀਂ ਮੰਨ ਲਓ ਕਿ ਜਿਹੜੀ ਐਕਸਲਰੇਸ਼ਨ ਹੈਗੀ ਆ, ਇੱਥੇ ਪਤਾ ਕੀ ਕਰਨਾ, ਮਾਸ ਪਤਾ ਕਰਨਾ ਪੈਂਦਾ ਸਿਰਫ ਨਾ। ਆਪਾਂ ਨੂੰ ਆਹ ਤਾਂ ਪਤਾ ਨਾ ਕਿ ਜਿਹੜੀ ਐਕਸਲਰੇਸ਼ਨ ਇਸ ਮਾਸ ਦੀ ਹੋਏਗੀ, ਇਸ ਮਾਸ ਦੀ ਨੀਚੇ ਨੂੰ, ਠੀਕ ਹੈ, which will prevent the smaller block from slipping over the trunk, ਠੀਕ ਹੈ। ਸਮਾਲਰ ਬਲੌਕ ਨੂੰ ਆਪਾਂ ਸਲਿਪਿੰਗ ਤੋਂ ਬਚਾਣਾ ਆ ਇੱਥੇ, ਤੇ ਆ ਟੀ ਹੈਂਗ ਕੀਤਾ, ਆ ਐਕਸਲਰੇਸ਼ਨ ਇਧਰ ਨੂੰ ਹੋਏਗੀ ਤਾਂ ਇਧਰ ਐਕਸਲਰੇਸ਼ਨ ਕਿੱਧਰ ਨੂੰ ਹੋਏਗੀ ਦੱਸੋ ਵੀ, ਅੱਗੇ ਨੂੰ। ਕਿੱਧਰ ਹੋਏਗੀ ਨਾ, ਇਹ ਹੈ ਕਿ ਨਹੀਂ। Yes, sir. ਇਹ ਟੰਗਿਆ A ਨਾਲ ਨੀਚੇ ਤਾਂ ਇਹ ਪੂਰਾ ਵੈਜ, ਪੂਰਾ ਸਿਸਟਮ A ਨਾਲ ਮੂਵ ਕਰੇਗਾ ਕਿ ਨਹੀਂ। ਧਾਗਾ Yes, sir. ਜੇ ਪੂਰਾ ਮੂਵ ਕਰੇਗਾ ਤਾਂ ਇੱਕ ਫੋਰਸ ਹੋਰ ਲੱਗੇਗਾ, ਕਿਹੜਾ, Pseudo. ਜਿਹੜਾ ਇਸ ਤੇ ਲੱਗੇਗਾ ਹਨਾ, ਕਿਉਂਕਿ ਇਹ ਤਾਂ ਚਲੋ ਇਤਨਾ ਬੰਨੇ ਹੋਇਆ ਵਾ, ਪਰ ਉਹ ਉੱਪਰ ਜਿਹੜਾ ਫ੍ਰੀ ਟੂ ਮੂਵ ਹੈਗਾ ਉਹਦੇ ਤੇ ਸ਼ੂਡੋ ਲੱਗੇਗਾ ਨਾ ਐਵੇਂ। Yes, sir. ਮਤਲਬ ਜਿਹੜਾ ਮੋਸ਼ਨ ਲਈ ਰਿਸਪੌਂਸਿਬਲ ਹੋ ਸਕਦਾ। ਹੁਣ ਆ ਜਿਹੜਾ ਐਮ ਏ ਹੈ ਇਹਨੂੰ ਆਪਾਂ ਯੂਜ਼ ਕਰਾਂਗੇ ਵਿੱਚ ਇਹਦੇ ਇੱਕ ਤਾਂ। ਅੱਛਾ ਤੇ ਹੁਣ ਇੱਕ ਹੋਰ ਚੀਜ਼ ਦੇਖੋ ਧਿਆਨ ਨਾਲ, ਜਿਹੜਾ ਐਮ ਏ ਹੈਗਾ ਵਾ ਇਹਦੇ ਨਾਲ ਜੇ ਮੈਂ ਐ ਕਰਾਂ, ਇਹਦਾ ਵੀ ਤਾਂ ਕੰਪੋਨੈਂਟ ਬਣਾਉਣੇ ਪੈਣੇ ਨਾ, ਐ ਥੋੜੀ ਹੋਏਗਾ ਇਹ ਕੰਮ। ਤਾਂ ਆ ਜਿਹੜਾ ਥੀਟਾ ਆ ਤੇ ਆਹ ਵਾਲਾ ਵੀ ਥੀਟਾ ਹੋਏਗਾ ਕਿ ਨਹੀਂ ਉੱਪਰ, ਆ ਦੇਖੋ। Yes, sir. ਤੇ ਇੱਥੇ ਇੱਕ ਐਮ ਏ ਦਾ ਕੰਪੋਨੈਂਟ ਇੱਧਰ ਹੋਏਗਾ, ਐਮ ਏ Cos theta. cos ਥੀਟਾ, ਠੀਕ ਹੈ। ਤੇ ਉਹ ਜਿਹੜਾ ਬਲੌਕ ਹੈ ਉਹਨੂੰ ਸਲਿਪ ਹੋਣ ਤੋਂ ਬਚਾਉਣਾ ਨਾ ਆਪਾਂ। Yes, sir. ਠੀਕ ਹੈ। ਤੇ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਦੇਖੋ ਉੱਪਰ ਫ੍ਰਿਕਸ਼ਨ ਦਾ ਕੋਈ ਕੋਐਫੀਸ਼ੀਐਂਟ ਗਿਵਨ ਨਹੀਂ ਹੈ, ਯਾਨੀ ਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਫ੍ਰਿਕਸ਼ਨ ਦੀ ਕੋਈ ਗੱਲ ਨਹੀਂ ਹੈ, ਹਨਾ, ਸਮੂਥ ਲੈ ਕੇ ਚੱਲ ਰਹੇ ਨੂੰ ਆਪਾਂ। ਸੋ ਆ ਜਿਹੜਾ ਐਮ ਏ cos ਥੀਟਾ ਦੱਸੋ ਇਹ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ, Mg sin theta. ਤਾਂ ਹੀ ਉਹ ਸਲਿਪ ਹੋਣ ਤੋਂ ਬਚੇਗਾ ਨਾ, ਕਿਉਂਕਿ ਥੱਲੇ ਲੈ ਕੇ ਜਾਣ ਵਾਲਾ ਫੋਰਸ mg sin ਥੀਟਾ ਤਾਂ ਕੰਮ ਕਰ ਹੀ ਰਿਹਾ, ਪਰ ਆ ਜਿਹੜਾ ma ਆਇਆ ਇਹਦੇ ਹੀ ਕੰਪੋਨੈਂਟ ਨੇ ਉਹਨੂੰ ਥੱਲੇ ਜਾਣ ਤੋਂ ਬਚਾਉਣਾ ਹੈ। ਕਿਹਨੇ ਬਚਾਉਣਾ ਹੈ, ਸਿਰਫ ma cos ਥੀਟਾ ਨੇ ਬਚਾਉਣਾ ਹੈ। ਇਥੋਂ ਐਕਸਲਰੇਸ਼ਨ ਦੀ ਵੈਲਿਊ ਕਿੰਨੀ ਆਣੀ ਹੈ, g tan ਥੀਟਾ ਆਣੀ, ਆਪ ਦੇਖ ਲਿਓ ਕਰਕੇ। ਸੋ ਮਿਲ ਗਈ ਆਪਾਂ ਨੂੰ ਪਹਿਲੇ, ਠੀਕ ਹੈ ਜੀ। ਹਾਂਜੀ ਸਰ ਤੁਸੀਂ ਐਮਏ ਕਿਵੇਂ ਲਾਇਆ ਵੀ ਜਿਹੜਾ ਹੈ ਟ੍ਰਾਇੰਗੂਲਰ ਬਲੌਕ ਹੈ ਇਹ ਅੱਗੇ ਮੂਵ ਕਰੂਗਾ। ਕਿਹੜਾ ਸਰ ਤੁਸੀਂ ਸੀਟੋ ਫੋਰਸ ਕਿਉਂ ਲਾਇਆ ਇਹਦੇ ਚ, ਕਿਉਂਕਿ ਇਹ ਪੂਰਾ ਦਾ ਪੂਰਾ ਸਿਸਟਮ ਮੂਵ ਕਰ ਰਿਹਾ ਨਾ। ਇੱਥੋਂ ਦੇਖ ਆ ਐਕਸਲਰੇਸ਼ਨ ਇਹ ਨਾਲ ਨੀਚੇ ਆ ਰਿਹਾ, ਆ ਪੂਰਾ ਸਿਸਟਮ ਇੱਧਰ ਆ ਰਿਹਾ। ਆਪਾਂ ਕੱਲ ਵੀ ਇਦਾਂ ਦਾ ਕੁਐਸਚਨ ਕਰ ਰਹੇ ਸੀ, ਆਪਾਂ ਵੈਜ ਮੂਵ ਕਰ ਰਹੇ ਜਿੱਥੇ, ਤਾਂ ਇਹਦੇ ਤੇ ਸੀਟੋ ਫੋਰਸ ਤਾਂ ਲੱਗੂਗਾ ਹੀ ਪਿੱਛੇ ਨੂੰ, ma। ਠੀਕ ਹੈ ਸਰ। ਠੀਕ ਹੈ ਨਾ। ਸਰ ਆਪਾਂ ਨੂੰ ਕਿਵੇਂ ਪਤਾ ਵੀ ਆ ਮੂਵ ਕਰੂਗਾ। ਨਹੀਂ ਆਪਾਂ ਨੂੰ ਤੂੰ ਦੱਸ ਵੀ ਤੈਨੂੰ ਜੇ ਆ ਇੱਕ ਵੈਜ ਪਿਆ ਹੋਵੇ ਹਨਾ, ਆ ਵੈਜ ਪਿਆ, ਇਹਦੇ ਪਰ ਬਲੌਕ ਪਿਆ ਹਨਾ, ਤੂੰ ਦੱਸ ਮੂਵ ਕਰੂਗਾ, ਤੈਨੂੰ ਪਤਾ ਹੈ ਕਿ ਨਹੀਂ। ਇਹ ਸਰ ਨਹੀਂ ਮੈਂ ਇਹਦੀ ਗੱਲ ਨਹੀਂ ਕਰ ਰਹੀ, ਆ ਨੀਚੇ ਵਾਲਾ ਟ੍ਰਾਇੰਗਲ ਵਾਲਾ। ਦੇਖੋ ਉਹਨਾਂ ਨੇ ਇਹ ਕਿਹਾ ਵਾ, ਆਪਾਂ ਦੇਖੋ ਮੇਰੀ ਗੱਲ ਸੁਣੋ। ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੇ ਕਿਹਾ ਕਿ ਉੱਪਰ ਕੁਐਸਚਨ ਉਹਨਾਂ ਨੇ ਸਾਰਾ ਕੁਝ ਦਿੱਤਾ, ਹਿੰਟ ਦਿੱਤਾ ਸਾਰਾ। ਉਹਨਾਂ ਨੇ ਕੀ ਕਿਹਾ, find the mass m of the hanging block which will prevent the smaller block from slipping। ਕਿ ਛੋਟੇ ਬਲੌਕ ਨੂੰ ਇਹਦੇ ਉੱਪਰੋਂ ਸਲਿਪ ਹੋਣ ਤੋਂ ਬਚਾਉਣ ਲਈ ਕਿੰਨਾ m ਦੇਣਾ ਪੈਣਾ ਆਪਾਂ ਨੂੰ। ਆਟੋਮੈਟਿਕਲੀ ਜਿਹੜਾ ਇਹ m ਦੇਵਾਂਗੇ ਇਹ ਉਹਨੂੰ ਇਧਰ ਨੂੰ ਨੀਚੇ ਨੂੰ ਖਿੱਚੇਗਾ ਨਾ, ਤਾਂ ਹੀ ਤਾਂ ਇਧਰ ਨੂੰ ਮੂਵ ਕਰੇਗਾ ਪੂਰਾ ਵੈਜ, ਤੇ ਤਾਂ ਹੀ ਤਾਂ ਉਹ ਸਲਿਪ ਹੋਣ ਤੋਂ ਬਚੇਗਾ। ਨਹੀਂ ਤਾਂ ਜੇ ਵੈਜ ਖੜਾ ਰਹੇ ਤਾਂ ਸਲਿਪ ਕਰ ਹੀ ਜਾਣਾ ਉਹਨੇ। ਫਿਰ ਉਹਨੂੰ ਬਚਾ ਕਿਵੇਂ ਸਕਦੇ ਆਪਾਂ, ਉਹਨੂੰ ਐ ਕਰਕੇ, ਜਿਵੇਂ ਮੰਨ ਲਓ ਜੇ ਕੋਈ ਵੈਜ ਹੈਗਾ, ਤੁਸੀਂ ਵੈਜ ਆਪਣੇ ਆਪ ਦੇਖੋ, ਆ ਵੈਜ ਹੈਗਾ ਵਾ ਤੇ ਮੈਂ ਇਹਦੇ ਉੱਪਰ ਬਲੌਕ ਰੱਖਿਆ ਤੇ ਉਹ ਬਲੌਕ ਦਾ ਨੀਚੇ ਸਲਿਪ ਹੋਣਾ ਹੀ ਹੋਣਾ ਹੈ। ਇਹਨੂੰ ਬਚਾਉਣ ਲਈ ਮੈਨੂੰ ਪੂਰੇ ਵੈਜ ਨੂੰ ਕਿੱਧਰ ਨੂੰ ਮੂਵ ਕਰਨਾ ਚਾਹੀਦਾ ਹੈ, ਲੈਫਟ ਨੂੰ ਕਿ ਰਾਈਟ ਨੂੰ, ਦੱਸ ਮੈਨੂੰ। ਰਾਈਟ।
ਰਾਈਟ ਨੂੰ ਵੈਜ ਨੂੰ ਕਿੱਧਰ ਨੂੰ ਮੂਵ ਕਰਨਾ ਚਾਹੀਦਾ ਹੈ? ਵੈਜ ਨੂੰ left, ਲੈਫਟ ਨੂੰ। ਜੇ ਰਾਈਟ ਨੂੰ ਮੂਵ ਕਰੇਗਾ ਤਾਂ ਬਹੁਤ ਤੇਜ਼ੀ ਨਾਲ ਗਿਰੂਗਾ, ਬਲਕਿ ਜਲਦੀ ਗਿਰ ਜੂਗਾ, ਫਿਰ ਤਾਂ ਗਿਰ ਜਾਣਾ ਹੀ ਉਹਨੇ। ਠੀਕ ਹੈ ਨਾ ਗੱਲ। ਹੁਣ ਜੇ ਤੂੰ ਇਹਨੂੰ ਵੈਜ ਨੂੰ ਪੂਰੇ ਨੂੰ ਇੱਧਰ ਨੂੰ ਰਾਈਟ ਨੂੰ ਮੂਵ ਕਰੋਗੇ ਐਕਸਲਰੇਸ਼ਨ ਨਾਲ, ਤਾਂ ਇਹ ਤੇ ਸ਼ੂਡੋ ਫੋਰਸ ਲੱਗੂਗਾ। ਉਹ ਸ਼ੂਡੋ ਫੋਰਸ ਦਾ ਇੱਕ ਕੰਪੋਨੈਂਟ ਇਹਦੇ ਆਹ ਵਾਲੇ ਫੋਰਸ ਨੂੰ ਬੈਲੈਂਸ ਕਰੂਗਾ ਤਾਂ ਕਿ ਉਹ ਗਿਰਨ ਤੋਂ ਬਚ ਜਾਵੇ, ਹੈਨਾ। ਤਾਂ ਠੀਕ ਹੈ ਠੀਕ ਹੈ ਠੀਕ ਠੀਕ ਹੈ। ਹੈ। ਸੋ ਉਹੀ ਆਪਾਂ ਕਰ ਰਹੇ ਕਿ ਆਪਾਂ ਮਾਸ ਐਵੇਂ ਇੰਨਾ ਕੁ ਲੈਣਾ ਵਾ ਕਿ ਜਿਹਦੇ ਨਾਲ ਇਹ ਹੋਵੇ। ਆਪਾਂ ਉਹਦੇ ਲਈ ਇੱਕ ਕੰਪੋਨੈਂਟ ਉਹਦਾ ਇਸ ਤਰ੍ਹਾਂ ਬਣਾ ਲਿਆ। ਇੱਕ ਤਾਂ ਆਹ ਗੱਲ ਹੋ ਗਈ। ਹੁਣ ਦੂਜੀ ਗੱਲ ਦੇਖੋ, ਜਿਹੜੀ ਆ ਹੈਗੀ ਆ ਟੈਂਸ਼ਨ ਇਨ ਦਾ ਸਟ੍ਰਿੰਗ, ਜਿਹੜੀ ਆਹ ਵਾਲੀ ਹੈਗੀ ਆ, ਇਹਦੇ ਲਈ ਜੇ ਬਣਾਓ ਪੂਰੇ ਦੇ ਲਈ ਇਕੁਏਸ਼ਨ ਆਫ ਮੋਸ਼ਨ ਪੂਰੇ ਇਹਦੇ ਲਈ, ਆਹ ਦਾ ਐਮ ਨੂੰ ਬੈਲੈਂਸ ਕਰਨ ਲਈ ਆਪਾਂ ਆ ਬਣਾ ਲਿਆ ਨਾ, ਇੱਥੋਂ ਇਹ ਨਿਕਲ ਗਈ ਵੀ ਇੰਨੀ ਇਹ ਚਾਹੀਦੀ ਆ। ਹੁਣ ਤੁਸੀਂ ਇਹਦੀ ਇਕੁਏਸ਼ਨ ਆਫ ਮੋਸ਼ਨ ਬਣਾਓ। ਇਹਦੀ ਇਕੁਏਸ਼ਨ ਆਫ ਮੋਸ਼ਨ ਕੀ ਬਣੇਗੀ? ਦੇਖੋ ਇਹਦੀ ਇਕੁਏਸ਼ਨ, ਇਹਨੂੰ ਸਿਰਫ ਟੈਂਸ਼ਨ ਹੀ ਖਿੱਚ ਰਹੀ ਹੈ ਨਾ, ਤੇ ਟੋਟਲ ਕਿੰਨਾ ਇਹ ਮਾਸ ਹੈ ਦੱਸੋ? ਇਹਦੇ ਵਿੱਚ M ਡੈਸ਼ ਵੀ ਹੈਗਾ ਤੇ plus m ਵੀ ਹੈਗਾ ਉੱਪਰ, ਤਾਂ ਬੇਸਿਕਲੀ m ਡੈਸ਼ ਵੀ ਹੈਗਾ ਤੇ m ਵੀ ਹੈਗਾ, ਤੇ ਉਹਨਾਂ ਦੋਨਾਂ ਨੂੰ ਐਕਸਲਰੇਸ਼ਨ ਨਾਲ ਗੁਣਾ ਕਰੋਗੇ ਤਾਂ ਆਉਗੀ ਨਾ ਟੈਂਸ਼ਨ। m ਡੈਸ਼ ਪਲਸ m ਟਾਈਮਸ a। ਕਲੀਅਰ ਹੈ ਗੱਲ। ਤੇ ਜੇ ਆ ਇਕੁਏਸ਼ਨ ਵੀ ਹੋਗੀ, ਹੁਣ ਇੱਕ ਇਕੁਏਸ਼ਨ ਇਹਦੇ ਲਈ ਵੀ ਲਿਖੋ। ਇਹਦੇ ਲਈ ਕੀ ਹੈ? ਨੀਚੇ ਨੂੰ ਇਹ ਹੈ ਨਾ, ਤਾਂ ਕੀ ਆਏਗਾ? mg minus t equal to ma. ma, ਕੈਪੀਟਲ ma ਹੈ ਨਾ। Yes, sir. ਆ ਗਿਆ। ਹੁਣ ਦੇਖੋ ਤੁਸੀਂ ਆ ਸਾਰੀ ਚੀਜ਼ਾਂ ਗਿਵਨ ਹੈ ਚੁੱਕੀ ਹੈ, ਇਹਨੂੰ t ਨੂੰ ਗਾਇਬ ਕਰੋ, t ਨੂੰ ਇੱਥੇ ਪੁੱਟ ਕਰ ਦਿਓ, ਤਾਂ ਕੀ ਬਣ ਜਾਏਗਾ? ਇਹ m ਡੈਸ਼ ਪਲਸ m ਟਾਈਮਸ a ਬਰਾਬਰ ਹੈ t, ਤਾਂ t ਇੱਥੋਂ ਆ ਜਾਊਗਾ। t ਇੱਥੋਂ ਕੀ ਆਊਗਾ? mg ਮਾਈਨਸ ma ਆ ਜਾਊਗਾ। ਤਾਂ ਇੱਥੋਂ ਜਿਹੜਾ ਕੈਪੀਟਲ M ਪਤਾ ਕਰਨਾ ਤੁਸੀਂ, ਤਾਂ ਕੈਪੀਟਲ M ਦੀ ਵੈਲਿਊ ਅਸਲ ਵਿੱਚ ਤੇਰੇ ਕੀ ਆਊਗੀ? ਇਧਰੋਂ ਆ ਜਾਊਗੀ। ਉਹ ਆ ਜਾਊਗੀ m ਡੈਸ਼ ਜਮਾ m ਬਟਾ g ਮਾਈਨਸ a ਇੰਟੂ a। ਆਈ ਆਏਗਾ ਕਿ ਨਹੀਂ? Yes, sir. ਤੇ ਇਹ ਤੁਸੀਂ ਕੱਢ ਚੁੱਕੇ ਹੋ। ਦੇਖੋ ਤੁਸੀਂ ਸਾਰਾ ਕੁਝ ਗਿਵੇ ਉੱਪਰ g tan ਥੀਟਾ ਹੈ ਓਵਰ g ਮਾਈਨਸ g tan ਥੀਟਾ ਹੈ। ਹੁਣ ਤੁਸੀਂ ਕੀ ਕਰੋ? tan ਥੀਟਾ ਨਾਲ g ਕੱਟ ਦੋ, ਸਾਰੇ g ਨਾਲ g ਕੱਟ ਦੋ, tan ਥੀਟਾ ਨਾਲ ਡਿਵਾਈਡ ਕਰ ਦੋ, ਇਹ ਬਣ ਜਾਏਗਾ m ਡੈਸ਼ ਪਲਸ m ਓਵਰ cot ਥੀਟਾ ਮਾਈਨਸ 1। ਆ ਤੁਹਾਡੇ ਸਿਲੇਬਸ 'ਚ ਆ ਕੁਝ ਬੁੱਕ 'ਚ ਆਨਸਰ ਦਿੱਤਾ ਹੈ। ਠੀਕ ਹੈ ਜੀ ਗੱਲ ਅਦਿਤੀ? Yes, sir. ਦੇਖ ਕਿੰਨੇ ਧਿਆਨ ਨਾਲ ਸਮਝਣ ਵਾਲੀ ਚੀਜ਼ ਹੈ ਕਿ ਆਹ ਬਲੌਕ ਰੱਖਣਾ ਹੈ ਉਹਨੂੰ ਬਚਾਉਣ ਦੇ ਲਈ, ਹਨਾ। ਆਪਾਂ ਫਿਰ ਆਹ ਬਲੌਕ ਰੱਖ ਕੇ ਇਹਨੂੰ ਨੀਚੇ ਨੂੰ ਐਕਸਲਰੇਟ ਕਰਾਂਗੇ, ਇਹਨੂੰ ਇੱਧਰ ਨੂੰ। ਆਹ ਉੱਪਰ ਦਿਖਾਇਆ ਮੈਂ। ਜਦੋਂ ਇਹਦੀ ਇਕੁਏਸ਼ਨ ਲਿਖਣੀ ਹੈ ਤਾਂ ਇਹਦੀ ਲੋੜ ਪਊਗੀ ਆਪਾਂ ਨੂੰ। ਜਦੋਂ ਇਹਦੀ ਗੱਲ ਕਰਨੀ ਹੈ, ਇਹਦੇ ਉੱਪਰ ਸ਼ੂਡੋ ਫੋਰਸ ਲੱਗੂਗਾ, ਉਹਦੀ ਐਕਸਲਰੇਸ਼ਨ ਇਹਦੇ ਕਰਕੇ, ਸ਼ੂਡੋ ਫੋਰਸ ਨੇ ਇਹਨੂੰ ਬੈਲੈਂਸ ਕਰਕੇ ਰੁਕਣ ਤੋਂ ਬਚਾਉਣਾ। ਤਾਂ ਇੱਕ ਇਕੁਏਸ਼ਨ ਇਸ ਸਮਾਲ m ਲਈ ਬਣਾਈ ਗਈ, ਉਹ ਆ ਇਕੁਏਸ਼ਨ ਸੀ। ਠੀਕ ਹੈ, ਆਹ ਵਾਲੀ। ਫਿਰ ਪੂਰੇ ਦੇ ਪੂਰੇ ਵੈਜ ਸਣੇ ਉਹਦੇ ਲਈ, ਜਿਹਦੇ ਸਾਰਾ ਸਿਸਟਮ ਐਕਸਲਰੇਟ ਹੋ ਰਿਹਾ, ਉਹਦੇ ਲਈ ਬਣਾਈ ਗਈ। ਤੇ ਫਿਰ ਆਹ ਵਾਲੇ ਮਾਸ ਲਈ ਬਣਾਈ ਗਈ। ਸਾਰਿਆਂ ਵਿੱਚ ਸਾਰਾ ਕੁਝ ਗਿਵਨ ਸੀਗਾ, ਇੱਥੋਂ ਇਹ ਨਹੀਂ ਗਿਵਨ ਸੀਗਾ। ਇਹ ਆਪਾਂ ਪਹਿਲੀ ਇਕੁਏਸ਼ਨ ਤੋਂ ਹੀ ਕੱਢ ਲਿਆ, ਤੇ ਦੂਜੀ ਤੇ ਤੀਜੀ ਵਿੱਚ ਬਸ ਟੈਂਸ਼ਨ ਨੂੰ ਗਾਇਬ ਕੀਤਾ ਤੇ m ਨੂੰ ਕੈਲਕੂਲੇਟ ਕੀਤਾ। ਠੀਕ ਹੈ ਗੱਲ? Yes, sir. ਹੋਰ ਕੋਈ ਕੁਐਸਚਨ ਇਸ ਐਕਸਰਸਾਈਜ਼ 'ਚ ਦੱਸੋ ਜਲਦੀ। 27 ਸਮਝਾ ਦਿਓ ਇੱਕ ਵਾਰੀ। ਕਿਹੜਾ? 27 37। ਸਾਈਨ 37 ਤਾਂ ਕਿਤਾ ਹੈ? So 27 कह रहा है, 27. 27 ਕੱਲ ਕਿਉਂ ਨਹੀਂ ਪੁੱਛਿਆ ਹੈ? ਮਾਈਕ ਨਹੀਂ ਚੱਲ ਰਿਹਾ ਸੀ ਕੱਲ, ਮੈਂ ਸਰ ਵੀਡੀਓ ਬਣਨ ਲੱਗਿਆ। ਚਲੋ ਬਾਕੀ ਸਿਮਿਲਰ ਕੁਐਸਚਨ ਨੇ ਅਗਲੇ, ਤਾਂ ਇਸ ਤੋਂ ਸੌਖੇ ਨੇ ਹੁਣ ਅਗਲੇ। ਤੇ ਮੈਂ ਇਹ ਕਰਵਾ ਕੇ ਤੁਹਾਨੂੰ ਮੈਂ ਉਹ ਕਰਾਵਾਂ ਥੋੜੇ ਜਿਹੇ ਕੁਐਸਚਨ ਹੋਰ ਫ੍ਰਿਕਸ਼ਨ ਦੇ ਜਲਦੀ। ਆ ਕੀ m1 m2 ਗਿਵਨ ਹੀ ਹੈ, ਫੋਰਸ 1 ਨਿਊਟਨ ਗਿਵਨ ਹੀ ਹੈ। ਆ ਫੋਰਸ 1 ਨਿਊਟਨ ਲੱਗ ਰਿਹਾ ਜੀ ਨੀਚੇ ਨੂੰ। ਠੀਕ ਹੈ, ਫਾਈਂਡ ਦਾ ਐਕਸਲਰੇਸ਼ਨ ਆਫ ਦਾ either block. Describe the motion of m1 if the string breaks but f continues to act. So जो string break कर जाएगी तो क्या हो जाएगा? टेंशन 0 हो जाएगी ना? Yes, sir. So ये चलो इन्हें बढ़ाइए। आएगा 2 kg, आएगा 5 kg। ਤੇ ਦੋਨਾਂ 'ਚ ਆਪਾਂ ਫੋਰਸ ਐਫ ਲਾ ਰਹੇ ਨੀਚੇ ਨੂੰ। ਇਹ ਐਫ ਐਕਸੈਪਟ ਉਹਦੇ ਆ ਸ਼ਾਇਦ, ਹੈ ਨਾ, ਵੇਟ ਦੇ ਇਲਾਵਾ ਆ, ਐਕਸਟਰਾ ਹੋਰ।
find the acceleration of either block. ਮਸ਼ੀਨ ਦਾ ਫਾਰਮੂਲਾ ਸੀ, ਮੈਂ ਉਹਦੇ ਨਾਲ ਐਕਸਲਰੇਸ਼ਨ ਕੀਤੀ, ਪਰ ਉਹਦੇ ਨਾਲ ਸਰ ਉਹਦੇ ਨਾਲ ਕਿਵੇਂ ਕੀਤਾ ਤੂੰ? ਆ ਐਫ ਲੱਗਿਆ ਹੈ, ਸਪੈਸ਼ਲੀ 1 ਨਿਊਟਨ ਫੋਰਸ ਲੱਗਿਆ ਹੈ ਇੱਥੇ, ਉਹਦੇ ਨਾਲ ਕਿਵੇਂ ਕਰ ਲੇਗਾ ਫਿਰ? ਜੇ ਐਫ ਨਿਊਟਨ ਉਹ ਚ ਐਟਰੂਟ ਮਸ਼ੀਨ ਚ ਐਕਸਟਰਾ ਫੋਰਸ ਲੱਗ ਰਿਹਾ ਹੁੰਦਾ ਕੋਈ ਜਿਹੜਾ ਸਿੱਧਾ ਐਕਸਲਰੇਸ਼ਨ ਕੱਢ ਦੇਗਾ ਉਹਦੇ ਨਾਲ? ਆ ਐਫ ਲੱਗਿਆ ਦੇਖਿਆ ਕਿਤੇ ਉਸ ਤੋਂ ਪਹਿਲਾਂ ਤਾਂ ਨਹੀਂ ਕੀਤਾ ਆਪਾਂ, ਐਟਰੂਟ ਮਸ਼ੀਨ ਤਾਂ ਹੁੰਦਾ ਨਹੀਂ ਹੈ। ਹੁਣ m1 ਦੇ ਲਈ ਸਿੱਧੀ ਇਕੁਏਸ਼ਨ ਆਫ ਮੋਸ਼ਨ ਲਿਖੋ, ਐ ਕਰੋ ਤੁਸੀਂ a ਨੂੰ m1 ਨੂੰ ਮੰਨ ਲਓ ਨੀਚੇ ਜਾ ਰਿਹਾ ਤੇ ਉਹਨੂੰ ਮੰਨ ਲਓ ਉੱਪਰ ਜਾ ਰਿਹਾ, ਜਸਟ ਮੰਨ ਲਈਏ, ਕੋਈ ਦਿੱਕਤ ਨਹੀਂ ਹੈ ਇਹਦੇ ਚ। 5 ਕਿਲੋਗ੍ਰਾਮ ਚ ਫੋਰਸ ਸੇਮ ਹੀ ਲੱਗ ਰਿਹਾ ਨੀਚੇ, ਤਾਂ ਉਹਨੇ ਫੋਰਸ ਨੇ ਤਾਂ ਬੇਸਿਕਲੀ ਦੋਨਾਂ ਨੂੰ ਕੁਝ ਐਕਸਟਰਾ ਦੇਣਾ ਵੀ ਨਹੀਂ ਹੈ। ਤੇ m1 ਦੇ ਲਈ ਜੇ ਇਕੁਏਸ਼ਨ ਆਫ ਮੋਸ਼ਨ ਲਿਖਾਂ ਤਾਂ ਕੀ ਆਏਗਾ ਜ਼ਿਆਦਾ? F plus mg, m1g plus f minus t is equal to 5 into a। yes sir ਤੇ ਦੂਜੇ ਵੀ ਕੀ ਆਏਗਾ, ਇਧਰਲੇ ਉੱਪਰ ਜਾ ਰਿਹਾ ਤਾਂ ਉੱਪਰ t ਜ਼ਿਆਦਾ ਆ, t minus f ਤੇ minus 2g is equal to 2a। yes sir ਇਹ ਤਾਂ ਮਤਲਬ ਐਡ ਕਰਨ ਤੇ t ਤੇ f ਦੋਨੇ ਚਲੇ ਗਏ, yes sir 3g ਆ ਗਿਆ, ਇਹ 7a ਆ ਗਿਆ, ਇਹ ਕਿੰਨਾ ਆ ਗਿਆ 3g/7 ਆ ਗਿਆ। ਇਹੀ ਪੁੱਛਿਆ ਉਹਨਾਂ ਨੇ, फाइंड एक्सेलरेशन आइदर ब्लॉक। ठीक है, फिर 3g/7 आंसर आ गया। ठीक है गल योगेश? एक ਤਾਂ क्वेश्चन ਪੁੱਛਣ ਤੋਂ ਬਾਅਦ ਨੈਟਵਰਕ ਚੱਲ ਜਾਂਦਾ ਤੁਹਾਡਾ, ਫਿਰ ਮੈਂ ਕਮਿਊਨੀਕੇਟ ਹੀ ਨਹੀਂ ਕਰ ਪਾਉਂਦਾ, ਫਿਰ ਮਤਲਬ ਮੈਂ ਵੀ ਹੈਲਪ ਨਹੀਂ ਕਰ ਸਕਦਾ ਤੁਹਾਡੀ। ਚਲੋ ਆ ਗਿਆ 4.2 ਹੈ ਸਰ 4.2 ਆਨਸਰ ਆ ਰਿਹਾ, ਪਰ ਪਿੱਛੇ 4.3 ਹੈ। ਉਹ g ਦੀ ਵੈਲਿਊ 'ਚ ਫਰਕ ਪਾਤਾ ਹੋਣਾ, 9.8 ਆ, ਉਹ ਲੈ ਕੇ ਦੇਖ ਲਿਓ। ਸਰ ਮੇਰਾ ਵੀ 4.2 ਨਿਕਲ ਆਇਆ, ਪਰ ਆਨਸਰ ਸਿਰਫ 4.3 ਆਏਗਾ ਫਿਰ। ਸਰ ਹਾਂਜੀ ਹਾਂਜੀ ਸਰ ਜਿਹੜਾ ਇਹਦਾ ਸੈਕੰਡ ਪਾਰਟ ਪੁੱਛਿਆ ਹੋਇਆ ਇਹ ਚ ਆਪਾਂ ਕੀ ਲਿਖਾਂਗੇ? ਡਿਸਕ੍ਰਾਈਬ ਦਾ ਮੋਸ਼ਨ ਆਫ, ਉਹ ਦੇਖ ਰਿਹਾ ਇਹ ਆਫ m1 if the string breaks but f continues to act। ਹੁਣ ਜੇ ਸਟ੍ਰਿੰਗ ਬ੍ਰੇਕ ਕਰ ਜਾਂਦਾ ਆ ਤਾਂ ਤੁਸੀਂ ਦੱਸੋ ਕੀ ਗਾਇਬ ਹੋ ਜਾਏਗਾ? ਟੈਂਸ਼ਨ ਗਾਇਬ? ਯੈਸ f continues to act ਹੈ ਨਾ, ਇਹਦਾ ਲੱਗੇਗਾ ਉਹਨੂੰ ਤੇ ਉਹਦਾ weight ਵੀ ਲੱਗੇਗਾ ਹੈ ਨਾ। ਹਾਂਜੀ ਸਰ। ਤੇ f plus 5g will be equal to ਇਹਦੀ ਜਿੰਨੀ ਵੀ ਐਕਸਲਰੇਸ਼ਨ ਹੈ ਆਪਾਂ ਪਤਾ ਕਰਨੇ 5a, ਤੇ f 1 ਨਿਊਟਨ ਗਿਵਨ ਹੈ ना। 5g कितना हो रहेगा 50 51 5a a आ रहेगा 51/5 जितना भी आएगा 10 तो ऊपर चल जाएगी। वैसे भी जो किसी बॉडी ਨੂੰ ਨੀਚੇ ਨੂੰ f 1 ਨਿਊਟਨ ਐਕਸਟਰਾ ਲੱਗ ਰਿਹਾ weight ਤੋਂ, weight ਦੇ ਕਰਕੇ ਉਹਦੀ ਐਕਸਲਰੇਸ਼ਨ g ਹੋਣੀ ਸੀ, ਦੇਖੋ 10 ਹੋਣੀ ਸੀ। ਹੁਣ ਤੁਸੀਂ 1 ਨਿਊਟਨ ਐਕਸਟਰਾ ਫੋਰਸ ਤੁਸੀਂ ਲਾਓਗੇ ਤਾਂ ਉਹਦੀ g ਤੋਂ ਵੱਧ ਜਾਏਗੀ ਆਬਵੀਅਸਲੀ ਐਕਸਲਰੇਸ਼ਨ। ਆਈ ਡਿਸਕ੍ਰਿਪਸ਼ਨ ਹੋਵੇ, ਠੀਕ ਹੈ। ਮਸ਼ੀਨ ਨਾਲ ਵੀ ਆ ਗਿਆ ਸਰ, ਜਿਹੜਾ ਉਹ ਭਾਈ ਸਾਹਿਬ ਇਸ ਲਈ ਮੇਰੀ ਗੱਲ ਸੁਣੋ, ਇਸ ਲਈ ਆ ਗਿਆ ਕਿਉਂਕਿ ਆ f ਜਿਹੜੇ ਨੇ ਸੇਮ ਸੀਗੇ, ਇਹਨਾਂ ਨੇ ਕੋਈ ਤਾਂ ਹੀ ਲਗਾਇਆ ਸੀ ਮੈਂ ਸਰ। ਇਹ ਤਾਂ ਠੀਕ ਹੈ ਜੇ ਤੂੰ ਸੋਚ ਕੇ ਲਗਾਇਆ ਸੀ ਕਿ ਵੀ ਤਾਂ ਹੀ ਲਗਾ ਰਹੇ, ਜੇ ਤਾਂ ਇਹ ਮੰਨ ਲਾ 2 ਨਿਊਟਨ ਇੱਧਰ ਲਾ ਦਿੰਦੇ ਤੇ 4 ਨਿਊਟਨ ਇੱਧਰ ਲਾ ਦਿੰਦੇ ਤਾਂ ਮੈਂ ਪੰਗਾ ਪੈ ਜਾਣਾ ਸੀ। ਹਾਂ ਨਹੀਂ ਸਰ, ਫੇਰ ਨਹੀਂ ਲਗਾਉਣਾ ਸੀ, ਮੈਂ ਤਾਂ ਪੁੱਛ ਰਿਹਾ ਕਿ ਉਹਦੇ ਨਾਲ ਵੀ ਆ ਗਿਆ। ਹਾਂ ਚਲੋ ਕਲੀਅਰ ਹੈ ਗੱਲ ਵੀ। ਚਲੋ ਹੁਣ ਮੈਂ ਉਹ ਕਰਾਵਾਂ ਤੁਹਾਨੂੰ ਅੱਗੇ ਕੰਮ ਜਿਹੜਾ ਕਰਾਉਣਾ ਸੀ, ਇਹਦੇ ਵਿੱਚ ਐਡ ਕਰ ਦੇਣਾ। देखो ਹੁਣ कुछ जरूरी क्वेश्चन है, बहुत जल्दी ਇਹਨੂੰ देख लो एक बारी। क्वेश्चन लिखो फाइंड, तो सारे अपनी कॉपी ते नाल लिख लो, एक्सेलरेशन ऑफ बोथ ब्लॉक्स एंड फोर्स ऑफ फ्रिक्शन बिटवीन देम। सो इस तरह के क्वेश्चन ने ये कुछ ਤੁਹਾਨੂੰ ਸਿਮਿਲਰ ਲੱਗੂਗਾ, ਇਸ ਤੋਂ ਅੱਗੇ ਵਾਲਾ ਕੁਝ ਮੈਂ ਬਦਲ ਦੂੰਗਾ। ਇਹ ਸਿਰਫ ਤੁਹਾਡੀ ਰਿਵੀਜ਼ਨ ਲਈ ਹੈ ਕਿ ਤੁਹਾਨੂੰ ਪਿਛਲਾ ਜੋ ਕਰਾਇਆ ਉਹ ਰਿਵੀਜ਼ਨ ਹੋ ਜਾਊਗੀ। ਸੋ ਬਲੌਕ ਕਿਵੇਂ ਨੇ? ਇਸ ਤਰ੍ਹਾਂ ਨੇ, ਸਰਫੇਸ ਆਪਣਾ ਸਮੂਥ ਹੈ, ਇਹਦੇ ਉੱਪਰ ਇੱਕ 5 kg ਬਲੌਕ ਹੈ, 5 kg ਦੇ ਉੱਪਰ ਇੱਕ 3 kg ਬਲੌਕ ਹੈ। 5 kg ਬਲੌਕ ਨੂੰ 40 ਨਿਊਟਨ ਫੋਰਸ ਇਧਰ ਨੂੰ ਲੱਗ ਰਿਹਾ, ਤੁਹਾਨੂੰ ਪਤਾ ਹੈ ਇਸ ਦਾ, ਪਰ
3 kg ਨੂੰ ਵੀ ਫੋਰਸ ਲੱਗ ਰਿਹਾ ਪਿੱਛੇ ਨੂੰ 8 ਨਿਊਟਨ ਇਹ ਲੱਗ ਰਿਹਾ ਆਪਣੇ ਆਪ ਤੇ ਇਹਨਾਂ ਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਸਰਫੇਸ ਦੇ ਵਿੱਚ ਇੱਥੇ ਜਿਹੜੀ ਫ੍ਰਿਕਸ਼ਨ ਦੀ ਕੋਐਫੀਸ਼ੀਐਂਟ ਦੀ ਵੈਲਿਊ ਹੈ ਉਹ ਕਿੰਨੀ 0.6 ਹੈ ਤਾਂ ਤੁਸੀਂ ਦੋਨਾਂ ਦੀ ਐਕਸਲਰੇਸ਼ਨ ਫਾਈਂਡ ਕਰਨੀ ਹੈ ਤੁਹਾਨੂੰ ਪਤਾ ਕਿ ਦੋਨੋਂ ਬਲੌਕ ਦੀ ਐਕਸਲਰੇਸ਼ਨ ਸੇਮ ਵੀ ਆ ਸਕਦੀ ਹੈ ਇਫ देयर इज नो स्लिपिंग ਐਂਡ ਸੇਮ ਨਹੀਂ ਵੀ ਆ ਸਕਦੀ ਇਫ देयर इज स्लिपिंग तो सब तो पहला ਆਪਾਂ ਕੀ ਕਰਦੇ ਹੁੰਦੇ ਆ ਸਭ ਤੋਂ ਪਹਿਲਾ ਸਟੈਪ 1 ਕੀ ਕਰਦੇ ਆ ਦੱਸੋ Limiting friction. लिमिटिंग फ्रिक्शन पता करिए सरफेस पे नीचे वाले तो है नहीं लिमिटिंग फ्रिक्शन कितना आएगा FL कितना आएगा म्यू इनटू R. एक्शन Yes, 0.6 into 30 न्यूटन Yes, sir. भी जी10 लेना है मैं आज जो भी करा रहे हैं 18. 18 न्यूटन दी थे लिमिटिंग फ्रिक्शन है ठीक है हुण ਤੁਹਾਨੂੰ पता है कि 18 न्यूटन ਦੀ फ्रिक्शन है अगर ਹੁਣ ਇਹ ਹੋ ਸਕਦਾ ਕਿ ਜਿਹੜਾ ਆਪਣਾ ਜਿਹੜਾ ਤੁਹਾਡਾ ਫੋਰਸ ਹੈ 8 ਨਿਊਟਨ है ना ਵੀ ਜੋ ਕਿਉਂਕਿ ਆਪਾਂ ਨੂੰ ਪਤਾ ਕਿ ਪੋਸੀਬਲ ਸੀਗਾ ਕਿ ਜਿਹੜਾ ਫ੍ਰਿਕਸ਼ਨ ਹੈ ਉਹ 8 ਨਿਊਟਨ ਤੋਂ ਜ਼ਿਆਦਾ ਹੈ ਕਿ ਘੱਟ ਆਪਾਂ ਵੀ ਤਾਂ ਦੇਖਣਾ ਸੀ ਨਾ ਕਿ ਇਹ 8 ਨਿਊਟਨ ਇਹਨੂੰ ਤੋੜ ਐਵੇਂ ਥੋੜੀ ਤੋੜ ਲੇਗਾ ਜੇ ਇਹ ਖੜਾ ਰਵੇ ਇੱਥੇ ਕੁਝ ਨਾ ਲੱਗੇ ਆ 8 ਨਿਊਟਨ ਇਸ ਬਲੌਕ ਨੂੰ ਇਸ ਸਰਫੇਸ ਤੇ ਤੋੜ ਸਕਦਾ ਨਹੀਂ ਤੋੜ ਸਕਦਾ ਕਿਉਂਕਿ ਫ੍ਰਿਕਸ਼ਨ ਕਿੰਨਾ ਹੈ 18. 18 ਨਿਊਟਨ ਇਹ ਫੋਰਸ ਲੱਗ ਜ਼ਰੂਰ ਰਿਹਾ ਪਰ ਜ਼ਰੂਰੀ ਨਹੀਂ ਤੋੜ ਸਕੇ ਤੇ ਸਟੈਪ 2 Yes, sir. assume ਕਰਦੇ ਹਾਂ Assume कर. assume that they move Together. together ਮੰਨ ਲਓ ਕਿ ਦੋਨੋਂ ਇਕੱਠੇ ਚੱਲ ਰਹੇ ਨੇ ਜੇ ਟੁਗੇਦਰ ਮੂਵ ਕਰਦੇ ਹੋਣ ਤਾਂ ਤੁਹਾਨੂੰ ਪਤਾ ਕਿ ਆਪਾਂ ਫਿਰ ਕੀ ਕਰਦੇ ਆ 3 Acceleration same ਲੈਣੇ ਆ. ਹਾਂ ਇਹਨੂੰ ਅਲੱਗ-ਅਲੱਗ ਬਣਾ ਲੈਣੇ ਨਾ ਥੋੜਾ ਜਿਹਾ ਆਪਾਂ ਸਮਝਣ ਲਈ Yes, sir. ਤੇ ਤੁਸੀਂ ਦੇਖੋ ਕਿ ਇਹ ਚ 40 ਨਿਊਟਨ ਫੋਰਸ ਲੱਗ ਰਿਹਾ ਇਹਨੂੰ ਇਧਰ ਨੂੰ ਪੂਰੇ ਓਵਰਆਲ ਜੇ ਇਹਨੂੰ ਸਿਸਟਮ ਜੇ ਸਿਸਟਮ ਨੂੰ ਮੈਂ ਇਕੱਠਾ ਵੀ ਮੰਨ ਲਵਾਂ ਹਨਾ 8 न्यूटन भी इंक्लूड ਹਾਂਜੀ 8 न्यूटन भी इंक्लूड होगा इसमें तो हाँ हाँ होगा क्योंकि अब पूरे सिस्टम को लग रहा है ना वो यस सर 40 में से 8 तो घटा के 32 रह जाएगा बेसिकली यस सर और वो 32 ने इसको मूव जरूर कर लेना है क्योंकि नीचे स्मूथ है यस ऊपर वाला स्लिप नहीं करेगा चाहे 8 न्यूटन की वजह से पर नीचे वाले तो स्मूथ है तो हम इसको कैसे करते हैं 4 मीटर फोर्स है 3 kg वाले दे ऊपर पहले कहा 3 kg तो 8 न्यूटन का इधर लग ही रहा वा फ्रिक्शन दी मैं ਤੁਹਾਨੂੰ डायरेक्शन किया सी बस ये देखनी है ए दोनों मूव करना एन रोकेगा फ्रिक्शन ਤੇ Yes, sir. ਤੈਨੂੰ ਲੱਗੇਗਾ ਫ੍ਰਿਕਸ਼ਨ ਆ ਲੱਗੇ ਨਹੀਂ ਤਾਂ ਇਹਦੀ ਇਕੁਏਸ਼ਨ ਲਿਖੋਗੇ ਅਗਰ ਉੱਪਰ ਤੇ ਇਹ ਦੋਨੋਂ ਇਕੱਠੇ ਮੂਵ ਕਰਨੇ ਤਾਂ ਦੋਨਾਂ ਦੀ ਐਕਸਲਰੇਸ਼ਨ ਕਿੰਨੀ ਹੈ a A. ਆ ਕਿੰਨਾ ਆ ਜਾਏਗਾ ਫਿਰ f 8 ਨਿਊਟਨ इज इक्वल टू 3a ये f - 8 कह दो बस ये आएगा 40 - f बराबर है 5a दोनों ਨੂੰ जोड़ दो कितना आ जाएगा 32 8a एक्सेलरेशन कितना आ गई 4 देखो वैभव वैसे Yes. ही ना सीधे सीधे बात है वो तो आ ही जाना होता है पर हम यस सर एक बार में इकट्ठा अज्यूम करके ही चलते तो ये तो कोई सीधी सी बात है ये एक पूरा सिस्टम है फ्रिक्शन तो इंटरनल फोर्स हो गया इन दोनों में है ना यस सर वो तो कैंसिल हो जाएगा 8 32/8 कर लो बस सीधा ही यस सर A4 आ गया पर हमने अपने सिस्टम से काम किया A4 यहां पुट करो तो बताओ F कितना आया A की वैल्यू 4 आ गई 20 न्यूटन. F 20 न्यूटन आ गया अब आप बताओ F की जो वैल्यू थी कितनी थी स्लिपिंग की 18 न्यूटन 18 18 तो स्लिपिंग हो रही है कि नहीं हो रही है हो रही है. हो रही है क्योंकि इसका मतलब ये F20 ये तो पॉसिबल नहीं है इसका मतलब हमारी अजम्पशन Wrong है. इकट्ठे मूव नहीं है। करेंगे. हाँ इसका मतलब स्लिपिंग हो रही है. होएगी एंड अगर स्लिपिंग होएगी तो एक्सेलरेशन दोनों की अलग अलग होएगी सेम होएगी अलग अलग. अलग अलग तो एक की एक्सेलरेशन A1 होएगी एक की एक्सेलरेशन A2 होएगी पहली बात ये और इसी के साथ ही एक बात और पता लगी है हमें कि अगर स्लिपिंग हो रही है तो फ्रिक्शन की मैक्सिमम वैल्यू पे पहुंच चुका है यानी फ्रिक्शन की वैल्यू कितनी है 18 न्यूटन. 18 है बहुत आराम से बहुत तेजी से आप इसका आराम से बना सकते हो डायग्राम अब दैट ये 3 kg है एंड इसको 8 न्यूटन पीछे था और जो फ्रिक्शन की वैल्यू में सीधे सीधे कितना लिखूं मैं अब सर हाँ जी पीयूष सर समझ नहीं आया सर क्या सर एडी करनी समझाइए सर तो समझ नहीं आया सर स्लीपिंग किਵੇਂ होगी सर स्लीपिंग सर सब assumption wrong हुई है देख फ्रिक्शन ਦੀ ਵੈਲਿਊ ਕਿੰਨੀ ਹੈ ਇੱਥੇ ਇੱਥੇ ਜਦੋਂ ਆਪਾਂ ਕੀਤਾ ਇਕੱਠੇ ਮੂਵ ਕਰਾ ਲਿਆ ਉਹਨਾਂ ਨੂੰ ਇਕੁਏਸ਼ਨਾਂ ਬਣਾਣੀ ਸਮਝ ਆ ਗਈ ਆ ਕਿਵੇਂ ਬਣੀ हाँ जी आज समझ आ गया सॉल्व करके A4 आ गया पता लग गया कि नहीं है ना हाँ जी हाँ A4 इथे पुट कर दे 4 थी 12 हाँ जी। B हो गया कि नहीं है ना
हाँ जी हाँ हो गया। V ਹੋ ਗਿਆ ਤੇ ਫਿਰ ਲਿਮਿਟਿੰਗ ਫਿਕਸ਼ਨ हाँ जी ਤਾਂ ਹੀ ਤਾਂ ਕੱਢੀ ਸੀ ਆਪਾਂ। ਕਿੰਨੀ ਆ ਉਹ ਲਿਮਿਟਿੰਗ ਫਿਕਸ਼ਨ ਕਿੰਨੀ ਆ? 18 सर 16 ओ 18 18 ਨਿਊਟਨ ਲਿਮਿਟਿੰਗ ਫਿਕਸ਼ਨ ਹੈ ਤੇ ਤੁਸੀਂ ਅਗਰ ਇਕੱਠੇ ਅਸਿਊਮ ਕਰਦੇ ਹੋ ਕਿ ਇਕੱਠੇ ਮੂਵ ਕਰਨਗੇ ਤਾਂ ਇਕੱਠੇ ਮੂਵ ਕਰਨ ਦੇ ਉੱਪਰ ਉਹਨਾਂ 'ਚ ਫ੍ਰਿਕਸ਼ਨ ਦੀ ਵੈਲਿਊ 20 ਆ ਜਾਂਦੀ ਹੈ। ਇਹਦਾ ਮਤਲਬ ਉਹ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਲਿਮਿਟਿੰਗ ਫਿਕਸ਼ਨ ਤੋਂ ਉੱਪਰ ਫ੍ਰਿਕਸ਼ਨ? ਉਹ ਭਾਈ ਨਾਲ ਜਵਾਬ सर नहीं हो सकता। ਨਹੀਂ ਹੋ ਸਕਦਾ ਨਾ, ਤਾਂ ਮੈਂ ਜੋ ਪੁੱਛ ਰਿਹਾ ਹਾਂ ਨਾਲ ਦੇਖੋ ਆ ਨਹੀਂ ਹੋ ਸਕਦਾ ਤਾਂ ਫਿਰ ਆਹ ਵਾਲੀ ਗੱਲ ਸਾਰੀ ਹਾਂਜੀ। ਹੋਗੀ ਨਾ, ਪਰ ਅਸੀਂ ਇਹ ਕਰਦੇ ਹਾਂ ਸਾਨੂੰ हाँ जी सर ਆ ਜਾਊਗਾ ਕਿ ਵੀ ਉਹ ਸਲਿੱਪ ਹੋਊਗੀ ਕਿ ਨਹੀਂ ਹੋਊਗੀ। ਹੁਣ ਜਦੋਂ ਪਤਾ ਲੱਗ ਗਿਆ ਸਲਿੱਪਿੰਗ ਕਿਉਂ ਹੋਗੀ, ਜੇ ਇਸ ਫ੍ਰਿਕਸ਼ਨ ਤੋਂ ਘੱਟ ਰਹਿ ਜਾਵੇ ਆ ਫ੍ਰਿਕਸ਼ਨ ਹੈ ਤਾਂ ਸਭ ਕੁਝ ਠੀਕ ਹੈ, ਆਨਸਰ ਜਵਾਬ ਖਤਮ ਹੈ, ਇੱਥੇ ਸਵਾਲ ਦਾ ਜਵਾਬ ਹੋ ਗਿਆ, ਤੀਸਰਾ ਸਟੈਪ ਜਾਣਾ ਹੀ ਨਹੀਂ। ਤੇ ਇਹ ਗੱਲ ਪਹਿਲਾਂ ਵੀ ਕਰਾਈ ਸੀ ਮੈਂ, हाँ जी सर ਨਹੀਂ ਕਰਾ ਰਿਹਾ ਤੁਹਾਨੂੰ ਮੈਂ। ਤੇ ਇਸ ਤੋਂ ਬਾਅਦ ਦੱਸੋ ਤੁਸੀਂ ਇਧਰ हाँ ਸਲਿੱਪ जी सर ਸਲਿੱਪਿੰਗ ਹੋਏਗੀ ਤਾਂ ਫਿਰ ਫ੍ਰਿਕਸ਼ਨ ਦੀ ਵੈਲਿਊ v ਥੋੜੀ ਲੈ ਲਓਗੇ ਹੁਣ ਤੁਸੀਂ, ਉਹੀ ਲਓਗੇ ਜੋ ਮੈਕਸਿਮਮ ਹੁੰਦੀ ਹੈ। ਤੇ ਇਧਰ ਕੀ ਹੈ, ਇਹ ਕਿੰਨਾ ਇਧਰ ਹੁਣ ਤਾਂ ਸਿੱਧਾ ਸਿੱਧਾ ਹੋ ਰਿਹਾ ਇਹਦੀ ਐਕਸੈਲਰੇਸ਼ਨ Yes. 2 ਹੈ ਮੰਨ ਲਓ ਤਾਂ ਇਹ ਕਿੰਨੀ ਆਏਗੀ 18 - 8 10/3 3 a1 तो 10/3 आ जाएगी a1 एंड इधर आ जाएगा 40 - 18 बाई 22/3 5 आ जाएगी a2। yes sir बस हो गया काम, इन्ने की गल। यस सर सो सवाल अपने आप लिए देख अपन लिया फ्रिक्शन क्यों ओके नहीं ली? थैंक यू सर आगे की नहीं ली, की नहीं ली, फ्रिक्शन क्यों नहीं ली? की नहीं लिया? सर ਜਿਹੜਾ 8 ਫੋਰਸ 8 ਨਿਊਟਨ ਜਿਹੜਾ ਫੋਰਸ ਲੱਗ ਰਿਹਾ ਸੀ ਉਹਦੇ ਲਈ ਫ੍ਰਿਕਸ਼ਨ ਕਿਉਂ ਨਹੀਂ ਲਈ? ਆ ਜਿਹੜਾ ਫ੍ਰਿਕਸ਼ਨ ਲੱਗ ਰਿਹਾ ਨਾ ਇਹ ਦੋਨੋਂ ਚੀਜ਼ਾਂ ਦੇ ਲਈ ਇਕੱਠਾ ਹੀ ਫ੍ਰਿਕਸ਼ਨ ਹੈ ਨਾ, ਕਿ ਜਾਂ ਤਾਂ ਉਹਨੂੰ ਆ ਜਿਹੜਾ 8 ਨਿਊਟਨ ਇਹ ਲੱਗ ਰਿਹਾ ਹੋਵੇ ਪਲੱਸ ਇੱਕ ਤਾਂ ਆ ਦੂਜਾ ਜਿਹੜੀ ਉਹਦੀ ਜੋ ਮੂਵਮੈਂਟ ਦੇ ਕਰਕੇ ਜਿਹੜੀ ਓਵਰਆਲ ਐਕਸਲਰੇਸ਼ਨ ਲੱਗ ਰਹੀ ਆ ਉਹ, ਠੀਕ ਹੈ ਨਾ। ਪਰ ਜਿਹੜਾ ਫ੍ਰਿਕਸ਼ਨ ਹੈ ਫ੍ਰਿਕਸ਼ਨ ਵੱਧ ਤੋਂ ਵੱਧ ਕਿੰਨਾ ਲੱਗ ਸਕਦਾ ਹੈ 18, ਉਹ ਲਿਆ ਹੈ ਆਪਾਂ ਇੱਥੇ 18 ਅੱਗੇ ਨੂੰ ਲੱਗ ਰਿਹਾ ਉਹ 8 ਪਿੱਛੇ ਨੂੰ ਲੱਗ ਰਿਹਾ ਤੇ ਆ 8 ਨੂੰ ਲਿਆ ਤਾਂ ਇਹ 8 ਦੇ ਕਰਕੇ ਫ੍ਰਿਕਸ਼ਨ ਥੋੜੀ ਹੋਏਗੀ, ਫ੍ਰਿਕਸ਼ਨ ਤਾਂ ਫ੍ਰਿਕਸ਼ਨ ਹੈ, ਫ੍ਰਿਕਸ਼ਨ ਤਾਂ ਲੈ ਹੀ ਲਈ ਆਪਾਂ, ਹੈਗੀ ਆ ਫ੍ਰਿਕਸ਼ਨ ਲਓ ਅੱਜ ਤੱਕ ਕਿੱਥੇ ਫ੍ਰਿਕਸ਼ਨ ਨਹੀਂ ਲਈ ਆਪਾਂ, ਆ ਫ੍ਰਿਕਸ਼ਨ ਮੰਨਤਾ ਰਹੇ ਆ ਫ੍ਰਿਕਸ਼ਨ, ਉਹ 8 ਨਿਊਟਨ ਦੇ ਕਰਕੇ ਲੱਗ ਰਹੀ ਹੈ ਕਿਹਦੇ ਕਰਕੇ ਲੱਗੇ ਇਟ ਡਸਨਟ ਮੈਟਰ ਨਾ, ਫ੍ਰਿਕਸ਼ਨ ਤਾਂ ਫ੍ਰਿਕਸ਼ਨ ਹੈ। ਇਨ ਜਨਰਲ ਇੱਥੇ 8 ਨਿਊਟਨ ਫ੍ਰਿਕਸ਼ਨ ਹੋਣੀ ਸੀ ਇੱਥੇ ਕੱਲੀ, ਇੱਥੇ ਜੇ ਗੱਲ ਕਰਦੀ ਮੈਂ ਇੱਥੇ 8 ਨਿਊਟਨ ਦੇ ਲਈ 8 ਨਿਊਟਨ ਹੋਣੀ ਸੀ ਜੇ ਉਹ ਸਲਿਪ ਨਾ ਕਰੇ ਤਾਂ, ਜੇ ਉਹ ਕੁਝ ਹੋਰ ਨਾ ਹੋਵੇ ਤਾਂ, ਪਰ ਆ ਵੀ ਤਾਂ ਲੱਗ ਰਿਹਾ ਨਾ ਸਿਸਟਮ ਤੇ, ਉਹਦੇ ਕਰਕੇ ਆਪਾਂ ਇਹਨੂੰ 8 ਥੋੜੀ ਲੈ ਕੇ ਗੱਲ ਖਤਮ ਕਰ ਦੇਵਾਂਗੇ, ਆਪਾਂ ਤਾਂ ਅੱਗੇ ਕੰਮ ਕਰਾਂਗੇ ਪਤਾ ਨਹੀਂ ਪੂਰੇ ਮੋਸ਼ਨ ਦੇ ਕਰਕੇ ਕੀ ਹੋ ਰਿਹਾ ਹੋਵੇ ਜਿਹਨੂੰ ਆਪਾਂ ਸ਼ੂਡੋ ਕਹਿੰਦੇ ਆ। ਸੋ ਉਹ ਚੀਜ਼ਾਂ ਆਪਣੇ ਆਪ ਇਨਵੋਲਵ ਹੋ ਜਾਂਦੀਆਂ ਨੇ, ਯੂਜ਼ ਹੋ ਜਾਂਦੀਆਂ ਨੇ, ਠੀਕ ਹੈ ਗੱਲ। ਹਾਂਜੀ ਸਰ। ਹੁਣ ਜਿਵੇਂ ਦੇਖੋ ਤੁਸੀਂ ਆਰਾਮ ਨਾਲ ਤੁਸੀਂ ਨਾ ਇੱਕ ਇੱਕ ਪ੍ਰੋਬਲਮ ਨੂੰ ਪਰ ਧਿਆਨ ਨਾਲ ਸੋਚੋਗੇ ਤਾਂ ਤੁਹਾਨੂੰ ਗੱਲਾਂ ਪਤਾ ਲੱਗਣਗੀਆਂ। ਇਹਦੇ ਐਕਸਲਰੇਸ਼ਨ ਆ ਗਈ ਤੇ ਫ੍ਰਿਕਸ਼ਨ ਵੀ ਆ ਗਏ 18 ਨਿਊਟਨ। ਹੁਣ ਦੇਖੋ ਇੱਕ ਕੁਐਸਚਨ ਬਹੁਤ ਧਿਆਨ ਨਾਲ ਸਮਝਿਓ, ਹੁਣ ਤੁਹਾਨੂੰ ਕਾਫੀ ਕੁਝ ਹੋਰ ਪਤਾ ਲੱਗੇਗਾ ਇਸ ਕੁਐਸਚਨ ਵਿੱਚ। ਫਾਈਂਡ acceleration of blocks and friction at all contact surfaces। ਇਹ ਸਾਰੇ ਕੁਐਸਚਨ ਤੁਹਾਡੇ ਨੋਟਸ 'ਚ ਲਿਖੇ ਹੋਣੇ ਚਾਹੀਦੇ, ਇਹ ਆਪਣੇ ਆਪ 'ਚ ਇੱਕ ਇੱਕ ਕੁਐਸਚਨ ਬਹੁਤ ਸਾਰੇ ਤਰ੍ਹਾਂ ਦੇ ਕੁਐਸਚਨ ਨੂੰ ਕਵਰ ਕਰ ਦੇਗਾ, ਇਸ ਲਈ ਇਹ ਤੁਹਾਡੇ ਨੋਟਸ ਦੀ ਥਿਉਰੀ ਦਾ ਹਿੱਸਾ ਹੈ, ਸਮਝ ਲਓ। ਇਹ ਜਿਹੜਾ ਕਰਵਾ ਰਿਹਾ ਤੁਹਾਨੂੰ ਮੈਂ ਕਰ ਆਪਾਂ ਨੂਮੈਰੀਕਲੀ ਨਹੀਂ ਆ। ਸੋ ਇਹ ਕੁਐਸਚਨ ਦੇ ਨਾਲ ਹੀ ਦੱਸ ਦੇਣਾ ਤੁਹਾਨੂੰ ਕੁਐਸਚਨ ਕੀ ਹੈ, ਤੇ ਮੈਂ ਲਿਖਣ ਨਾਲੋਂ ਡਾਇਗਰਾਮ ਬਣਾਉਣਾ ਜ਼ਿਆਦਾ ਵਧੀਆ ਹੁੰਦਾ। ਆ ਇੱਕ 3 kg ਬਲੌਕ ਹੈ, ਆ ਇੱਕ 4 kg ਬਲੌਕ ਹੈ ਤੇ ਸਰਫੇਸ ਜਿਹੜਾ ਹੈ ਉਹ ਰਫ ਹੈ, ਪਰ ਸਰਫੇਸ ਦਾ ਬੋਡੀਜ਼ ਦੇ ਨਾਲ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਅਲੱਗ-ਅਲੱਗ ਹੋ ਸਕਦਾ ਹੈ ਕਿਉਂਕਿ ਉਹ ਦੋਨੋਂ ਪੇਅਰ ਲਈ ਇੱਕ ਹੁੰਦਾ ਹੈ। ਇਹਦਾ ਇਸ ਬੋਡੀ ਦੇ ਨਾਲ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈਗਾ 0.6, ਇਹਦਾ ਹੈਗਾ 0.8, ਉਹ ਨਹੀਂ 0.4 ਕੋਐਫੀਸ਼ੀਐਂਟ ਆਫ ਫ੍ਰਿਕਸ਼ਨ। ਤੇ ਇਹ ਜਿਹੜੇ ਦੋਨੋਂ ਹੈਗੇ ਨੇ ਇਹਨਾਂ ਨੂੰ ਇੱਕ ਥ੍ਰੈਡ ਦੇ ਨਾਲ ਆਪਾਂ ਬੰਨਿਆ ਹੋਇਆ ਆਪਸ ਵਿੱਚ, ਤੇ ਆਪਾਂ ਇੱਥੇ ਇੱਕ ਫੋਰਸ ਲਗਾ ਰਹੇ ਹਾਂ 20 ਨਿਊਟਨ ਇਹਨੂੰ ਮੂਵ ਕਰਨ ਦੇ ਲਈ। ਹੁਣ ਤੁਸੀਂ ਕੀ ਕਰਨਾ ਹੈ, ਦੋਨੋਂ ਬਲੌਕਸ ਦੀ ਐਕਸਲਰੇਸ਼ਨ ਵੀ ਪਤਾ ਕਰਨੀ ਹੈ ਤੇ ਦੋਨੋਂ ਕੰਟੈਕਟ ਸਰਫੇਸਿਸ ਤੇ ਫ੍ਰਿਕਸ਼ਨ ਦੀ ਵੈਲਿਊ ਪਤਾ ਕਰਨੀ ਹੈ। ਪਰ ਤੁਸੀਂ ਕਹੋਗੇ ਇਹ ਤਾਂ ਬੜਾ ਸੌਖਾ ਹੈ। ਹੁਣ ਤੁਸੀਂ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸੁਣੋ, ਕੁਐਸਚਨ ਦਾ ਮਤਲਬ ਸਮਝੋ ਪਹਿਲਾਂ।
ਜੇ ਬਲੌਕ 3 kg ਵਾਲਾ ਇੱਥੇ ਪਿਆ ਹੀ ਹੈ ਹਨਾ, ਤਾਂ ਤੁਹਾਨੂੰ ਪਤਾ ਤਾਂ ਹੈ ਫਿਰ 30 ਨਿਊਟਨ ਇਹਦੀ ਨਾਰਮਲ ਰਿਐਕਸ਼ਨ ਹੋਏਗੀ, μ 0.6 ਹੈਗਾ, ਤੇ ਲਿਮਿਟਿੰਗ ਵੈਲਿਊ ਫ੍ਰਿਕਸ਼ਨ ਦੀ ਕਿੰਨੀ ਆਏਗੀ 18 18। ਇਸ ਤਰ੍ਹਾਂ ਹੀ ਇਹਦੀ ਲਿਮਿਟਿੰਗ ਵੈਲਿਊ ਦੂਜੇ ਦੀ ਕੀ ਆਏਗੀ 16। ਉੱਪਰ ਤਾਂ ਆ, ਉਹ ਤਾਂ ਆ ਜੇ ਉਹ ਤੇ ਕੋਈ ਅਪਲਾਈ ਕਰੇ ਫੋਰਸ, ਤਾਂ ਇੱਥੇ ਜੇ ਬਲੌਕ ਵੈਸੇ ਪਿਆ ਤਾਂ ਫ੍ਰਿਕਸ਼ਨ ਦੀ ਵੈਲਿਊ ਕਿੰਨੀ ਹੈ ਦੱਸੋ 0 ਐਗਜ਼ੈਕਟਲੀ, ਇਹ ਸਮਝੋ ਨਾ 0 ਹੈ। ਬਲੌਕ ਨੂੰ ਨਾ ਕੋਈ ਇਧਰੋਂ ਹਿਲਾ ਰਿਹਾ, ਨਾ ਕੋਈ ਉਧਰੋਂ ਹਿਲਾ ਰਿਹਾ, ਨਾ ਉੱਪਰ ਨਾ ਨੀਚੇ, ਬਲੌਕ ਵਿੱਚ ਕਿਉਂ ਫ੍ਰਿਕਸ਼ਨ ਆਊਗੀ? ਐਵੇਂ ਥੋੜੀ ਆ ਜਾਊਗੀ ਫ੍ਰਿਕਸ਼ਨ। ਤਾਂ ਆਉਂਦੀ ਹੈ ਜਦੋਂ ਬਲੌਕ ਦੇ ਵਿੱਚ ਟੈਂਡੈਂਸੀ ਆਉਂਦੀ ਹੈ ਉਹਨੂੰ ਕਿਸੇ ਪਾਸੇ ਨੂੰ ਮੂਵ ਕਰਨ ਦੀ, ਇੱਥੇ ਤਾਂ ਆਈ ਨਹੀਂ ਪਰ ਹੁਣ ਆ ਰਹੀ ਹੈ। ਉਹਨੂੰ ਨਾਲੇ ਦੂਜਾ ਬਲੌਕ ਜੋੜਿਆ, ਫਿਰ ਸਿਸਟਮ ਬਣ ਗਿਆ, 20 ਨਿਊਟਨ ਨਾਲ ਉਹਨੂੰ ਖਿੱਚਿਆ ਜਾ ਰਿਹਾ। ਸੋ ਸਭ ਤੋਂ ਪਹਿਲਾ ਕੰਮ ਇੱਥੇ ਆਪਾਂ ਫੇਰ ਉਹੀ ਕਰਾਂਗੇ, ਸਟੈਪ 1 ਕੀ ਕਰਾਂਗੇ, ਲਿਮਿਟਿੰਗ ਫ੍ਰਿਕਸ਼ਨ ਪਤਾ ਕਰ ਲਾਂਗੇ। ਤਾਂ ਲਿਮਿਟਿੰਗ ਵੈਲਿਊ ਆਫ ਫ੍ਰਿਕਸ਼ਨ ਦੇਖੋ, ਪਹਿਲੇ ਤੇ ਤੁਹਾਨੂੰ ਪਤਾ ਮੈਂ ਕਿੱਥੇ ਪਤਾ ਕਰ ਰਿਹਾ, ਤੁਸੀਂ ਆਪ ਹੀ ਇਹਨੂੰ ਦੇਖ ਲਓ। 0. ਕਿੰਨੀ ਆ ਗਈ 18 ਨਿਊਟਨ, ਤੇ ਲਿਮਿਟਿੰਗ ਵੈਲਿਊ ਆਫ ਸੈਕਿੰਡ ਕਿੰਨੀ ਆ ਗਈ 16 ਨਿਊਟਨ। ਠੀਕ ਹੈ ਜੀ, ਗੱਲ ਕਲੀਅਰ ਹੈ? ਯੈਸ ਸਰ। ਹੁਣ ਇਸ ਤੋਂ ਬਾਅਦ ਹੋਏਗਾ ਕੀ ਅਸਲ ਵਿੱਚ, ਇਸ ਗੱਲ ਨੂੰ ਇੱਕ ਤਾਂ ਤੁਸੀਂ ਆਮ ਕਰਕੇ ਐਂ ਸਮਝ ਸਕਦੇ ਹੋ ਵੈਸੇ ਤਾਂ, ਕਿ ਜੇ ਤੁਸੀਂ ਇਸ ਪੂਰੇ ਸਿਸਟਮ ਨੂੰ ਸਿਸਟਮ ਮੰਨ ਲਓ, ਇੱਕ ਜਸਟ ਮੈਂ ਐਗਜ਼ਾਮਪਲ ਲੈ ਰਿਹਾ, ਤਾਂ ਪੂਰੇ ਸਿਸਟਮ ਨੂੰ ਜਦੋਂ ਮੂਵ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਫ੍ਰਿਕਸ਼ਨ, ਕਿਉਂਕਿ ਇਹ ਦੋਨੋਂ ਅਲੱਗ-ਅਲੱਗ ਨੇ, ਤਾਂ ਇੱਥੇ ਫ੍ਰਿਕਸ਼ਨ ਤੇ ਇੱਥੇ ਫ੍ਰਿਕਸ਼ਨ ਦੀ ਜਿਹੜੀ ਵੈਲਿਊ, ਮੈਕਸਿਮਮ ਵੈਲਿਊ ਕਿੰਨੀ ਹੈ ਫ੍ਰਿਕਸ਼ਨ ਦੀ ਦੱਸੋ? 18 ਤੇ 16 ਕਿੰਨਾ ਹੈ 34 ਤੇ ਬਾਹਰ ਅੱਗੇ ਨੂੰ ਫੋਰਸ ਕਿੰਨਾ ਲਾ ਰਹੇ ਹੋ 20 ਨਿਊਟਨ। ਤੇ ਚੱਲਣਾ ਚਾਹੀਦਾ ਸਿਸਟਮ? ਨੋ ਸਰ। ਨਹੀਂ ਚੱਲਣਾ ਚਾਹੀਦਾ, ਉਹ ਚੱਲੇਗਾ ਹੀ ਨਹੀਂ, ਵੈਸੇ ਤਾਂ ਸਿੱਧਾ ਹੀ ਆ। ਪਰ ਆਪਾਂ ਇਹਨੂੰ ਹੁਣ ਕਿਵੇਂ ਸਮਝਦੇ ਹਾਂ ਇਸ ਚੀਜ਼ ਨੂੰ, ਦੇਖੋ ਕਿ ਜੇ 20 ਨਿਊਟਨ ਲਗਾ ਰਹੇ ਆ ਤਾਂ ਆਹ ਵਾਲਾ ਜਿਹੜਾ ਬਲੌਕ ਹੈਗਾ ਵਾ, ਆਹ ਵਾਲਾ ਬਲੌਕ, ਆਹ ਬਲੌਕ ਨੂੰ ਤਾਂ ਕੋਈ ਸਮੱਸਿਆ ਨਹੀਂ ਹੈ। ਇਹਦੀ ਫ੍ਰਿਕਸ਼ਨ ਕਿੰਨੀ ਹੈ ਮੈਕਸਿਮਮ ਵੈਲਿਊ 16 ਤੇ ਅੱਗੇ ਨੂੰ ਕਿੰਨੀ ਹੈ 20। ਯੈਸ ਸਰ। ਇਹ ਵਾਲਾ ਬਲੌਕ ਤਾਂ ਉਹ 20 ਵਾਲੇ ਨੇ ਖਿੱਚ ਲੈਣਾ ਆ। यस ਜਦੋਂ ਤੱਕ ਆ ਸਟ੍ਰਿੰਗ ਕੀ ਨਹੀਂ ਹੋ ਜਾਂਦੀ टाइट सर। ਪਰ ਜਿਵੇਂ ਹੀ ਸਟ੍ਰਿੰਗ ਟਾਈਟ ਹੋ ਗਈ ਬਾਅਦ ਫਿਰ ਅਗਲਾ ਬਲੌਕ ਪਿੱਛੇ ਹੈਗਾ ਵਾ ਦੂਜੀ ਟਰਾਲੀ, ਹਨਾ? यस सर। ਉਹ ਨਹੀਂ ਖਿੱਚਿਆ ਜਾਣਾ, ਫਿਰ ਉੱਥੇ ਰੁਕ ਜਾਣਾ ਕੰਮ ਬਸ, ਹਨਾ? ਸੋ ਤੁਸੀਂ ਇਸ ਪ੍ਰੋਬਲਮ ਨੂੰ, ਸਿਰਫ ਪ੍ਰੋਬਲਮ ਇਹ ਕੁਐਸਚਨ ਤਾਂ ਸੋਲਵ ਕਰਨ ਨੂੰ ਹੁਣ 1 ਮਿੰਟ ਦਾ ਆ, ਪਰ ਤੁਸੀਂ ਮੇਰੀ ਗੱਲ ਨੂੰ ਥੋੜਾ ਧਿਆਨ ਨਾਲ ਸਮਝੋ ਪਹਿਲਾਂ। ਦੇਖੋ ਹੁਣ ਕੀ ਹੋਏਗਾ ਇਸ ਸਿਸਟਮ ਦੇ ਵਿੱਚ, ਮੈਂ ਅਲੱਗ-ਅਲੱਗ ਤੁਹਾਨੂੰ ਕੁਝ ਕੇਸ ਦੱਸਦਾ ਹਾਂ। ਮੈਂ ਕਈ ਕੇਸ ਬਣਾ ਦਿੰਦਾ ਇੱਥੇ। ਆ ਆਪਣਾ ਸੀਗਾ, ਤੁਹਾਨੂੰ ਯਾਦ ਹੀ ਹੈ 3 kg ਬਲੌਕ, ਤੇ 3 kg ਬਲੌਕ ਦਾ ਕੋਐਫੀਸ਼ੀਐਂਟ ਫ੍ਰਿਕਸ਼ਨ ਕਿੰਨਾ 0.6। ਆ ਸੀਗਾ ਆਪਣਾ 4 kg ਬਲੌਕ, ਇਹਦਾ ਕੋਐਫੀਸ਼ੀਐਂਟ ਫ੍ਰਿਕਸ਼ਨ ਕਿੰਨਾ ਸੀਗਾ 0.4। ਤੇ ਇਹਨਾਂ ਦੋਨਾਂ ਨੂੰ ਆਪਾਂ ਜੋੜਿਆ ਹੈ ਇੱਕ ਧਾਗੇ ਦੇ ਨਾਲ, ਤੇ ਮੰਨ ਲਓ ਕਿ ਆਪਾਂ ਇੱਥੇ ਫੋਰਸ ਲਗਾ ਰਹੇ ਹਾਂ 20 ਨਿਊਟਨ। ਨਹੀਂ, ਆਪਾਂ ਫਿਲਹਾਲ ਨੂੰ ਆਪਾਂ ਕੁਝ ਹੋਰ ਮੰਨ ਕੇ ਚੱਲਦੇ ਹਾਂ। ਐ ਕਰੋ, ਮੰਨ ਲਓ ਆਪਾਂ 4 ਨਿਊਟਨ ਫੋਰਸ ਲਗਾ ਰਹੇ ਹਾਂ, ਜਸਟ ਮੈਂ ਐਗਜ਼ਾਮਪਲ ਲੈ ਰਿਹਾ। ਤੁਸੀਂ ਮੈਨੂੰ ਦੱਸੋ ਕਿ ਪਹਿਲਾ ਜਿਹੜਾ ਬਲੌਕ ਹੈ, ਪਹਿਲੇ ਬਲੌਕ ਦੇ ਮੋਸ਼ਨ ਨੇ ਤਾਂ ਹੋਣਾ ਹੀ ਨਹੀਂ ਨਾ, ਕਿਉਂਕਿ ਹਾਲੇ ਪਹਿਲੇ ਬਲੌਕ ਦਾ ਹੀ ਫ੍ਰਿਕਸ਼ਨ ਕਿੰਨਾ ਆ 16 ਮੈਕਸਿਮਮ ਹੋ ਸਕਦਾ ਹੈ, ਮੈਕਸਿਮਮ ਵੈਲਿਊ, ਹਨਾ? ਇੱਥੇ 4। ਯੈਸ ਸਰ। ਇਹ ਬਲੌਕ ਨੇ ਮੂਵ ਕਰਨਾ, ਨਹੀਂ ਮੂਵ ਕਰਨਾ, ਤਾਂ ਇੱਥੇ ਫ੍ਰਿਕਸ਼ਨ ਦੀ ਵੈਲਿਊ ਕਿੰਨੀ ਆਏਗੀ ਮੈਨੂੰ ਦੱਸੋ? ਸਰ ਕਿੱਥੇ, ਉਰੇ ਤਾਂ 4 ਹੀ ਆਊ। 4 ਹੀ ਆਊਗੀ, ਆਈ ਸਮਝਾ ਰਿਹਾ ਮੈਂ, 4 ਹੀ ਆਊਗੀ। ਥ੍ਰੈਡ 'ਚ ਕਿੰਨੀ ਟੈਨਸ਼ਨ ਆਊਗੀ 0। ਹਾਂ, ਥ੍ਰੈਡ 'ਚ ਕੋਈ ਟੈਨਸ਼ਨ ਨਹੀਂ ਆਏਗੀ, ਕੋਈ ਵੀ ਟੈਨਸ਼ਨ ਨਹੀਂ, ਥ੍ਰੈਡ ਨੂੰ ਤਾਂ ਕੋਈ ਖਿੱਚ ਪਈ ਹੀ ਨਹੀਂ। ਯੈਸ ਸਰ। ਬਸ ਜਿੰਨੀ ਲਗਾਈ ਉਨਾ ਆ ਗਿਆ। ਅੱਛਾ, ਇਹਦੀ ਜਗ੍ਹਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਇੰਪਰੂਵ ਕਰਦੇ ਹਾਂ। ਅੱਛਾ, ਜੇ 4 ਦੀ ਜਗ੍ਹਾ ਜੇ ਮੈਂ ਇੱਥੇ 12 ਨਿਊਟਨ ਫੋਰਸ ਲਗਾ ਦੇਵਾਂ, 4 ਨਾ ਲਗਾਵਾਂ 12 ਲਗਾ ਦੇਵਾਂ, ਤਾਂ ਕੀ ਹੋਏਗਾ? ਫ੍ਰਿਕਸ਼ਨ ਸੇਮ ਕੰਡੀਸ਼ਨ। ਫ੍ਰਿਕਸ਼ਨ ਕਿੰਨਾ ਆਏਗਾ ਇੱਥੇ 12 ਨਿਊਟਨ। 12 ਨਿਊਟਨ ਮੂਵ ਕਰੇਗਾ? नो सर। ਟੈਨਸ਼ਨ ਕਿੰਨੀ ਆਏਗੀ ਥ੍ਰੈਡ 'ਚ? 0। ਇਸ ਤਰ੍ਹਾਂ ਕਰਦੇ ਕਰਦੇ ਜੇ ਮੈਂ ਇਹਨੂੰ ਇੱਥੇ ਅਪਲਾਈਡ ਫੋਰਸ ਨੂੰ 16 ਨਿਊਟਨ ਲਗਾ ਦਵਾਂ, ਤਾਂ ਇੱਥੇ ਫ੍ਰਿਕਸ਼ਨ ਕਿੰਨਾ ਆਏਗਾ 16 16 16 ਮੈਕਸਿਮਮ ਹੈ ਨਾ, ਮੈਕਸਿਮਮ ਇਸ ਲਈ ਕੱਢ ਦਿੰਦੇ। यस सर। ਫ੍ਰਿਕਸ਼ਨ ਦੀ ਪੂਰੀ ਤਾਕਤ ਲਗਾਤੀ ਆਪਾਂ 16 ਨਿਊਟਨ।
ब्लॉक मूव नहीं No, sir. आएगी टेंशन थ्रेड च आएगी No, sir. No, sir. नहीं पै रही है ना। Yes, sir. ਹੁਣ ਦੇਖੋ ਕੀ ਹੋਣ ਜਾ ਰਿਹਾ, ਜੇ ਉਹ 16 ਨਿਊਟਨ ਤੋਂ ਮੈਂ ਇੱਕ ਵਧਾ ਦਵਾਂ 17 ਨਿਊਟਨ ਕਰ ਦਵਾਂ। ਹੁਣ ਬਹੁਤ ਧਿਆਨ ਨਾਲ ਸਮਝਣਾ, ਸੋਚੋ ਇਸ ਗੱਲ ਨੂੰ, ਵਿਜ਼ੂਅਲਾਈਜ਼ ਦਿਮਾਗ ਵਿੱਚ ਇਮੇਜ ਬਣਾਓ। ਆ 3 kg ਇੱਥੇ ਪਿਆ ਆ, ਸਾਰਾ ਕੁਝ ਮੈਂ ਨੀਚੇ ਬਣਾਉਣ ਜਾ ਰਿਹਾ। ਆ 4 kg ਪਿਆ ਆ ਤੇ ਇਹ 0.6 ਹੈ ਮਿਊ, ਇਹ ਪਿਛਲੇ ਕੁਐਸਚਨ ਵਾਲਾ ਹੀ ਸਾਰਾ ਕੁਝ। ਇਹ 0.4 ਹੈ, ਇਹ ਧਾਗਾ ਇਹਨੂੰ ਬੰਨਿਆ ਹੋਇਆ, ਇਹ ਇੰਨਾ ਕੁ ਧਾਗਾ ਹੈਗਾ ਕਿ ਟੁੱਟੂਗਾ ਨਹੀਂ। ਤੁਸੀਂ ਸੋਚੋ ਕਿ ਵੀ ਟੁੱਟ ਵੀ ਤਾਂ ਸਕਦਾ ਹੈ, ਉਹ ਗੱਲਾਂ ਆਪਣੇ ਆਪ ਇਗਨੋਰ ਕਰਿਆ ਕਰੋ, ਕਾਮਨ ਸੈਂਸ ਹੈ। ਤੇ ਮੰਨ ਲਓ ਮੈਂ 17 ਨਿਊਟਨ ਲਗਾਤਾ, ਹੁਣ ਜਿਹੜਾ ਹੋਏਗਾ ਇਹ 17 ਨਿਊਟਨ ਨੂੰ ਬੈਲੈਂਸ ਕਰਨਾ। ਹੁਣ ਕਿਉਂਕਿ ਇਹ 17, ਅੱਛਾ ਤੁਸੀਂ ਤਾਂ ਸਿਸਟਮ ਤਾਂ ਮੂਵ ਨਹੀਂ ਕਰਨਾ, ਤੁਹਾਨੂੰ ਪਤਾ ਪਿੱਛੇ ਬੰਨਿਆ ਨਾ 3 kg ਵਾਲਾ। ਅੱਛਾ ਅਗਰ ਨਾ ਬੰਨਿਆ ਹੁੰਦਾ ਤਾਂ ਕੀ ਹੁੰਦਾ ਦੱਸੋ? ਮੰਨ ਲਓ ਨਾ ਬੰਨਿਆ ਹੁੰਦਾ, ਹੁਣ ਕੀ ਹੋਊਗਾ ਮੈਨੂੰ ਦੱਸੋ? 4 kg वाला मूव कर Sir, लो, move कर लेता। मूव करेगा एंड व्हाट विल बी इट्स एक्सेलरेशन, बताओ मुझे वैभव। 0.5 1/4 0.25 Yes, sir, 1/4. एग्जैक्टली बिल्कुल सही बिल्कुल सही, क्योंकि 17 न्यूटन आगे लगेगा, फ्रिक्शन पीछे 16 लगेगा, 17 - 16 1 न्यूटन, 1 न्यूटन बटा 4 एक्सेलरेशन, 1 बटा Yes, sir. एक्सेलरेशन। बहुत सौखा है, बहुत इजी है, बहुत ਵਧੀਆ ਕੀਤਾ ਤੁਸੀਂ। ਹੁਣ ਮੈਂ ਕਹਿ ਰਿਹਾ ਕਿ ਮੈਂ ਇਹਨੂੰ ਤਾਂ ਬੰਨਿਆ ਹੋਇਆ ਨਾ। Yes, sir. 17 ਨਿਊਟਨ ਨੇ ਇਹਦੇ ਚ ਕੀ ਕਰਨਾ, 17 ਨਿਊਟਨ ਵਿੱਚੋਂ 16 ਨਿਊਟਨ ਤਾਂ ਇਹਦੇ ਇੱਥੇ ਖਰਚ ਹੋ ਜਾਣਾ ਹੈ, ਇਹਨੂੰ ਜਸਟ ਮੂਵ ਕਰਨ ਦੀ ਟੈਂਡੈਂਸੀ, ਮੂਵ ਕਰਨ ਦੀ ਉਹਦੇ ਤੇ ਲਿਆਏ ਹੋਏ ਇੱਕਦਮ ਲਿਮਿਟ ਤੇ, ਕਿ ਬਸ ਜਸਟ ਚੱਲੇ ਜਾਂ ਮੂਵ ਕਰਨ ਲੱਗਿਆ ਹੀ ਆ, ਪਰ ਉਹਨੂੰ ਨਾਲ ਹੀ ਪਿੱਛੇ ਕਿਨੇ ਖਿੱਚ ਲਿਆ। ਹੁਣ ਇੱਥੇ ਟੈਂਸ਼ਨ ਆਏਗੀ, ਉਹ ਟੈਂਸ਼ਨ ਕਿੰਨੀ ਆਏਗੀ? 1 Newton. ਗੱਲ ਕਲੀਅਰ ਹੋਈ? Yes, sir. ਹੁਣ 4 kg ਦਾ ਅਗਰ ਤੁਸੀਂ ਡਾਇਗਰਾਮ ਬਣਾਓ 1 ਨਿਊਟਨ ਟੈਂਸ਼ਨ ਬਣਾ ਕੇ, ਤੇ 4 kg ਲਈ ਹੁਣ ਨੈਟ ਫੋਰਸ ਕਿੰਨਾ ਹੋ ਗਿਆ? 1 ਨਿਊਟਨ ਟੈਂਸ਼ਨ, 16 ਨਿਊਟਨ 0 17 17 17 17 ਖਤਮ। ਇਸੇ ਲਈ ਤਾਂ ਮੂਵ ਨਹੀਂ ਕਰ ਰਿਹਾ ਹੋ। ਤੇ ਆ ਜਿਹੜਾ 1 ਨਿਊਟਨ ਇੱਧਰ ਲੱਗ ਰਿਹਾ ਵਾ, ਇਹ ਕਿਹਨੂੰ ਲੱਗ ਰਿਹਾ? 3 kg. 3 kg block. ਉਹ ਉਹਨੂੰ ਮੂਵ ਕਰ ਨਹੀਂ ਸਕਦਾ, ਕਿਉਂਕਿ ਉਹਦਾ ਫ੍ਰਿਕਸ਼ਨ ਕਿੰਨਾ ਮੈਕਸਿਮਮ ਵੈਲਿਊ ਹੈ, 18 Newton. ਤੇ ਉਹ ਤਾਂ ਵੈਸੇ ਮੂਵ ਨਹੀਂ ਕਰਨਾ। Yes, sir. ਠੀਕ ਹੈ ਨਾ ਗੱਲ? Yes, sir. ਹੁਣ ਇਹ ਜਿਹੜਾ 17 ਹੈ ਇਹਨੂੰ ਵਧਾਉਂਦੇ ਆਪਾਂ, ਇਹਨੂੰ 17 ਤੋਂ ਤੁਸੀਂ ਕਾਮਨ ਸੈਂਸ ਨਾਲ ਦੱਸੋ ਕਿੰਨਾ ਕੁ ਵਧਾ ਦੇਵਾਂ ਕਿ ਜਸਟ ਮੂਵ ਕਰਨ ਵਾਲੀ ਐਜ ਤੇ ਪਹੁੰਚੇ। 20 ਹਾਂਜੀ ਕਿੰਨਾ? 30 30 34 34 ਐਗਜ਼ੈਕਟਲੀ। 5 नहीं 34 मतलब हाँ 35 ਤੇ ਮੂਵ ਕਰਨ ਲੱਗ ਜਾਏਗਾ, ਬਟ 34 ਨਿਊਟਨ ਤੇ ਜਦੋਂ ਮੈਂ ਆ ਜਾਊਂਗਾ ਤਾਂ ਇਹ 16 ਇੱਥੇ ਲੱਗ ਜਾਏਗਾ, ਤੇ 16 ਇਹ ਚੋਂ ਮਾਈਨਸ ਕਰਕੇ 18 ਨਿਊਟਨ ਦੀ ਟੈਂਸ਼ਨ ਆ ਜਾਏਗੀ, ਹੈ ਨਾ? ਤੇ ਇੱਧਰ 18 ਨਿਊਟਨ ਟੈਂਸ਼ਨ ਆ ਜਾਏਗੀ, ਇੱਧਰ 18 ਨਿਊਟਨ ਪੂਰਾ ਫ੍ਰਿਕਸ਼ਨ ਆ ਜਾਏਗਾ। ਤੇ ਫ੍ਰਿਕਸ਼ਨ ਇੱਥੇ ਕਿੰਨਾ? ਪਿਛਲੇ ਕੇਸ ਫ੍ਰਿਕਸ਼ਨ 1 ਨਿਊਟਨ ਸੀਗਾ, 18 ਨਹੀਂ ਸੀਗਾ ਉਹ। ਜੇ ਤੁਹਾਨੂੰ ਦੋਨੋਂ ਬਲਾਕਸ ਦਾ ਫ੍ਰਿਕਸ਼ਨ ਅਲੱਗ-ਅਲੱਗ ਪੁੱਛ ਲਿਆ ਜਾਵੇ ਤਾਂ ਤੁਸੀਂ ਉਹਦਾ 1 ਨਿਊਟਨ ਕਹਿਣਾ ਸੀ ਪਿਛਲੇ ਕੇਸ 'ਚ, ਕਿਉਂਕਿ ਉਹਨੂੰ ਤਾਂ 1 ਨਿਊਟਨ ਦੀ ਖਿੱਚ ਪੈ ਰਹੀ ਨਾ। Yes, sir. ਟੈਸਟਿੰਗ ਫੋਰਸ ਸੈਟ। ਹੁਣ ਇਹ 34 ਹੋ ਗਿਆ ਤਾਂ ਸਾਰੇ ਫ੍ਰਿਕਸ਼ਨ ਆਪਣੀ ਪੀਕ ਵੈਲਿਊਜ਼ ਤੇ ਪਹੁੰਚ ਚੁੱਕੇ ਆ, ਸਭ ਕੁਝ ਪੀਕ ਤੇ ਪਹੁੰਚ ਚੁੱਕਿਆ, ਟੈਂਸ਼ਨ 18 ਨਿਊਟਨ ਪਹੁੰਚ ਚੁੱਕੀ ਹੈ। ਕਲੀਅਰ ਹੈ ਗੱਲ? Yes, sir. ਕਿ ਤੁਸੀਂ ਇਹਨੂੰ 35 ਨਿਊਟਨ ਕੀਤਾ ਤਾਂ ਕੀ ਹੋਏਗਾ? ਪੂਰਾ ਦਾ ਪੂਰਾ ਸਿਸਟਮ Move कर लो. motion charge. ਮੋਸ਼ਨ ਚ ਆ ਜਾਊਗਾ। ਤੇ ਜਦੋਂ ਪੂਰਾ ਦਾ ਪੂਰਾ ਸਿਸਟਮ ਮੋਸ਼ਨ ਚ ਆ ਜਾਊਗਾ ਤਾਂ ਇੱਥੇ ਟੈਂਸ਼ਨ ਦੀ ਵੈਲਿਊ T ਲਓ ਤੁਸੀਂ, ਤੇ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਆ ਤੁਹਾਨੂੰ ਮੈਕਸਿਮਮ ਵੈਲਿਊਜ਼ ਤੇ ਫ੍ਰਿਕਸ਼ਨ ਹੈਗੇ ਨੇ, ਤੁਹਾਨੂੰ ਪਤਾ ਹੈ ਫਿਰ ਸਿਸਟਮ ਦੀ ਕਿਵੇਂ ਐਕਸਲਰੇਸ਼ਨ ਪਤਾ ਕਰਨੀ ਹੈ, ਐਂਡ ਯੂ ਨੋ ਦੈਟ, ਹੈ ਨਾ? Yes, sir. ਬਟਾ 7 ਆਏਗੀ ਐਕਸਲਰੇਸ਼ਨ। Yes, 7/7. ਠੀਕ ਹੈ ਨਾ ਗੱਲ? Yes, sir. ਬਹੁਤ ਵਧੀਆ, ਤੁਸੀਂ ਇਹ ਸਮਝ ਲਿਆ। ਤੇ ਇੱਥੇ ਕਹਿੰਦੇ ਨੇ ਫਾਈਂਡ ਦਾ, ਹੁਣ ਇੱਥੇ ਤੁਸੀਂ ਦੱਸੋ ਫਿਰ ਕਿੰਨੀ ਹੋਏਗੀ ਐਕਸਲਰੇਸ਼ਨ ਆਫ ਬਲੌਕਸ? ਕੀ ਆਏਗੀ? 0. 0. ਦੋਨਾਂ ਦੀ, ਹੈ ਨਾ? ਇਹ ਫ੍ਰਿਕਸ਼ਨ ਕਿੰਨਾ ਆਏਗਾ? 3 kg ਬਲੌਕ ਲਈ ਫ੍ਰਿਕਸ਼ਨ 16 and 4. तो 4 आएगा, 3 kg. ਫ੍ਰਿਕਸ਼ਨ ਆਏਗਾ 0। ਉਹ 2 ਨਿਊਟਨ। 4 kg ਬਲੌਕ ਲਈ ਫ੍ਰਿਕਸ਼ਨ ਆਏਗਾ 16 ਨਿਊਟਨ। तो 4 नहीं आएगा यहाँ. 4 ਆਏਗਾ, 4 ਆਏਗਾ। ਠੀਕ ਹੈ, ਠੀਕ ਹੈ। ਆਪ ਆ ਸਵਾਲ ਦੇ ਲਈ 4 ਆਏਗਾ ਨਾ। ਫ੍ਰਿਕਸ਼ਨ 3 ਲਈ 1 ਲੈ ਲਓ ਔਰ 2 ਲੈ ਲਓ ਤਾਂ ਉਹ 16 ਨਿਊਟਨ ਆਏਗਾ, ਤੇ ਉਹ ਆਪਣਾ 4 ਨਿਊਟਨ ਆਏਗਾ। ਕਲੀਅਰ?
Yes, sir. ਸੋ ਇਸ ਤਰ੍ਹਾਂ ਦਾ ਕੋਈ ਹੈ ਛੋਟਾ ਜਿਹਾ ਸਵਾਲ, ਇਹਨੂੰ ਸੋਲਵ ਤਾਂ ਕਿਸੇ ਨੇ ਕੀ ਕਰਨਾ ਵਾ, ਇਹ ਚੋਂ ਲੱਭਣਾ ਕੁਝ ਨਹੀਂ ਆ, ਪਰ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਕਿਵੇਂ ਹੌਲੀ ਹੌਲੀ ਟੈਨਸ਼ਨ ਵੱਧਦੀ ਹੈ, ਹੌਲੀ ਟੈਨਸ਼ਨ ਸਭ ਕੁਝ ਬੈਲੈਂਸ ਕਰਦੀ ਹੈ ਤੇ ਸਾਰਾ ਕੰਮ ਹੁੰਦਾ ਹੈ। ਕਲੀਅਰ ਹੈ ਗੱਲ? Yes, sir. ਬਸ ਇੱਕ ਬੜੀ ਤੇਜ਼ ਕੁਐਸਚਨ ਕਰਨ ਜਾ ਰਿਹਾ ਮੈਂ, ਇਹਨੂੰ ਧਿਆਨ ਨਾਲ ਦੇਖੋ ਸਾਰੇ ਜਣੇ, ਫਾਸਟ ਕਰਨ ਜਾ ਰਿਹਾ ਇਸ ਕੁਐਸਚਨ ਨੂੰ। ਆ ਇੱਕ ਲਓ 3 kg 4 kg, ਮੈਂ ਉਹੀ ਲੈ ਲੈਣਾ 4 3 kg ਧਾਗਾ ਬੰਨਿਆ ਆ ਤੇ ਇਹਨੂੰ ਫੋਰਸ ਲੱਗ ਰਿਹਾ 40 ਨਿਊਟਨ ਦਾ, ਤੇ ਇਹ 0.6 ਹੈ 0.4 ਹੈ, ਤੇ ਤੁਹਾਨੂੰ ਪਤਾ ਸਾਰੀ ਗੱਲ, ਤੇ ਸੋਲੂਸ਼ਨ ਇਹਦਾ ਕਰਨਾ, ਫਿਰ ਫ੍ਰਿਕਸ਼ਨ ਐਂਡ ਐਕਸਲਰੇਸ਼ਨ ਪਤਾ ਕਰਨੀਆਂ ਨੇ, ਤੁਹਾਨੂੰ ਪਤਾ ਹੈ ਨਾ, ਸਿੱਧੀ ਗੱਲ ਕਰ ਸਕਦੇ ਹੋ। ਇਹਦੇ ਵਿੱਚ ਲਿਮਿਟਿੰਗ ਫ੍ਰਿਕਸ਼ਨ ਕਿੰਨਾ ਆ ਜਾਏਗਾ ਇੱਥੇ 18 ਨਿਊਟਨ, ਤੇ ਲਿਮਿਟਿੰਗ ਫ੍ਰਿਕਸ਼ਨ ਕਿੰਨਾ ਆ ਜਾਏਗਾ 16, ਤੇ ਤੁਹਾਨੂੰ ਪਤਾ ਪੂਰੇ ਸਿਸਟਮ ਨੂੰ ਕੰਸੀਡਰ ਕਰ ਲਓ 40 - 34 6 ਨਿਊਟਨ 6/7 ਐਕਸਲਰੇਸ਼ਨ, ਸਿੱਧੀ ਜੀ ਗੱਲ ਆ ਜਾਏਗੀ ਕਿ ਨਹੀਂ? Yes, sir. ਤੇ ਸਾਰਿਆਂ ਦੀ ਐਕਸਲਰੇਸ਼ਨ 6/7 ਹੀ ਹੋਏਗੀ। Yes, sir. ਠੀਕ ਆ, ਤੇ ਜੇ ਟੈਨਸ਼ਨ ਪਤਾ ਕਰਿਓ, ਟੈਨਸ਼ਨ ਤੁਹਾਨੂੰ ਪਤਾ ਕਰਨੀ ਪੈਣੀ ਹੈ ਹੁਣ ਇੱਥੇ, ਕਿਉਂਕਿ ਉਹ ਜਿਹੜੀ 6 ਨਿਊਟਨ ਹੈਗੀ ਹੈ ਨਾ ਇਹ ਚੋਂ, ਹਨਾ, ਉਹ ਇਸ ਤਰ੍ਹਾਂ ਉਹ ਇਹ 40 ਵਿੱਚੋਂ ਇੱਥੇ ਕਿੰਨੀ ਲੱਗੀ 16, ਤੇ ਬਾਕੀ ਜੋ ਬਚੀ ਕਿੰਨੀ ਰਹੇਗੀ 24। Yes, sir. ਜਾਏਗੀ 18/7. ਉਹ 24 ਟੈਨਸ਼ਨ ਨਾ ਬਣਾ ਦਿਓ, ਟੈਨਸ਼ਨ ਨੂੰ T ਹੀ ਮੰਨਿਓ, ਕਿਉਂਕਿ ਇਹ ਐਕਸਲਰੇਟਿਡ ਸਿਸਟਮ ਹੋ ਗਿਆ ਨਾ ਹੁਣ। Yes, sir. Yes, sir. ਫੋਰਸ ਦਾ ਹਿੱਸਾ ਐਕਸਲਰੇਟ ਕਰਨ ਲਈ ਇਸਤੇਮਾਲ ਹੋਏਗਾ, ਸਿੱਧਾ ਹੀ ਨਾ ਪਿਛਲੇ ਵਾਂਗੂ 40 ਚੋਂ 16 ਮਾਈਨਸ ਕਰਕੇ 24 ਨਿਊਟਨ ਟੈਨਸ਼ਨ ਕਰ ਦੋ ਤੁਸੀਂ, 24 ਨਹੀਂ ਹੋਏਗੀ। ਕਲੀਅਰ ਹੈ ਗੱਲ? Yes, sir. ਟੈਨਸ਼ਨ ਇਸ ਤਰ੍ਹਾਂ ਐਡਜਸਟ ਹੋਏਗੀ ਕਿ ਉਹ ਐ ਹੋ ਜਾਏਗਾ। ਸੋ ਟੈਨਸ਼ਨ ਨੂੰ T ਮੰਨ ਲਿਆ ਜਾਵੇ ਤਾਂ ਇੱਥੇ ਜਿਹੜਾ 4 kg ਦਾ ਬਣੇਗਾ ਆਪਣਾ ਡਾਇਗਰਾਮ, 3 kg से कर लो सर, वही 40 - T - 16 ਬਰਾਬਰ ਆਏਗਾ 4 ਗੁਣਾ A, ਕਿਉਂਕਿ ਐਕਸਲਰੇਸ਼ਨ ਤਾਂ ਦੋਨਾਂ ਦੀ A ਹੀ ਮੰਨਾਂਗੇ ਆਪਾਂ। Yes, sir. ਤੇ ਦੂਜੇ ਲਈ ਕੀ ਆਏਗਾ T - 18 ਬਰਾਬਰ ਹੈ 3 ਗੁਣਾ A, ਕਰਕੇ ਆਏਗਾ ਸਾਰਾ ਕੁਝ। ਐਕਸਲਰੇਸ਼ਨ 6/7 ਹੀ ਆਏਗੀ, ਇਹਨੂੰ ਸੋਲਵ ਕਰਕੇ ਵੇਖੋ ਤੁਸੀਂ, ਜਿਵੇਂ ਮਰਜ਼ੀ ਕਰ ਲਿਆ ਕਰੋ, ਆਪਾਂ ਕਿਸੇ ਦਾ ਸਿਸਟਮ ਮੰਨ ਲਿਆ ਨਾ ਪੂਰਾ, ਤੇ ਉਹਦੀ ਵੈਲਿਊ ਪੁੱਟ ਕਰੋਗੇ ਤਾਂ ਟੈਨਸ਼ਨ ਆ ਰਹੀ ਹੈ ਇੱਥੇ 144/7 ਨਿਊਟਨ, ਤੁਸੀਂ ਦੇਖ ਲਿਓ। ਗੱਲ ਸਿਰਫ ਇਹ ਹੈ ਕਿ ਇੱਕ ਸਟੈਡੀ ਸਿਸਟਮ ਨੂੰ ਸਮਝਣਾ ਤਾਂ ਟੈਨਸ਼ਨ ਨੂੰ ਡਿਸਟ੍ਰੀਬਿਊਟ ਕਰਦੇ ਜਾਣਾ ਇੱਕ ਅਲੱਗ ਚੀਜ਼ ਹੁੰਦੀ ਹੈ। ਜਿਵੇਂ ਇੱਥੇ ਹੈ ਇੱਕ ਸਟੈਡੀ ਸਿਸਟਮ ਹੈ ਨਾ, ਮੂਵ ਨਹੀਂ ਕਰ ਲਿਆ, ਸੋ 16 17 ਕੀਤਾ ਤਾਂ 1 ਨਿਊਟਨ ਆ ਗਈ ਹੈ ਨਾ ਇੱਥੇ, ਤੇ ਜਿਵੇਂ 18 ਕਰੋਗੇ ਤਾਂ 2 ਨਿਊਟਨ ਆ ਜਾਏਗੀ, 19 ਕਰੋਗੇ 3 ਨਿਊਟਨ ਆ ਜਾਏਗੀ। ਤੁਹਾਨੂੰ ਪਤਾ ਕਿਵੇਂ ਟੈਨਸ਼ਨ ਡਿਸਟ੍ਰੀਬਿਊਟ ਹੋਏਗੀ, ਇਹ ਟੈਨਸ਼ਨ ਵਧੀ ਜਾਏਗੀ ਜਦੋਂ ਤੱਕ ਇਹਦੇ ਬਰਾਬਰ ਨਹੀਂ ਹੋ ਜਾਂਦੀ 18 ਨਿਊਟਨ ਦੇ। ਜਦੋਂ ਇਹ 18 ਦੇ ਬਰਾਬਰ ਹੋ ਗਈ, ਜਿਵੇਂ 34 ਨਿਊਟਨ ਅਪਲਾਈ ਕਰਨ ਤੇ, ਉਸ ਤੋਂ ਬਾਅਦ ਟੈਨਸ਼ਨ ਅਲੱਗ ਤਰ੍ਹਾਂ ਐਡਜਸਟ ਹੋਏਗੀ ਤਾਂ ਕਿ ਦੋਨੋਂ ਦੀ ਐਕਸਲਰੇਸ਼ਨ ਸੇਮ ਆ ਜਾਣ, ਕਿਉਂਕਿ ਦੋਨਾਂ ਨੇ ਇਕੱਠੇ ਮੂਵ ਕਰਨਾ ਹੈ। ਸੋ ਉਹਨੂੰ ਬਿਨਾਂ ਇਕੁਏਸ਼ਨ ਬਣਾਏ ਅੰਦਾਜ਼ਾ ਤੁੱਕਾ ਲਾ ਕੇ ਨਹੀਂ ਕੀਤਾ ਜਾ ਸਕਦਾ। ਕਲੀਅਰ ਹੈ ਗੱਲ? Yes, sir. ਸਰ ਹਾਂਜੀ ਸਰ ਉਹ ਐਕਸਲਰੇਸ਼ਨ ਸਾਰੇ ਸਿਸਟਮ ਦੀ ਕੱਢੀ ਸੀ ਪੂਰੀ 6/7। ਹਾਂ ਤੂੰ ਇਹ ਚੋਂ ਕੱਢ ਲਈ, ਆ ਇਕੁਏਸ਼ਨ ਸੋਲਵ ਕਰ ਲਈ, ਇਹ ਚੋਂ ਨਿਕਲ ਜਾਣੀ ਹੈ, ਸੇਮ ਹੀ ਆਣੀ ਆ, ਦੇਖ ਲਈ। ਓਕੇ ਸਰ। ਸਿਸਟਮ ਦੀ ਕੱਢ ਵੀ ਲੈਣੇ, ਕਈ ਵਾਰ ਆਪਾਂ ਕਹਿੰਦੇ ਨਹੀਂ ਵੀ ਕੱਢਦੇ, ਉਹ ਤਾਂ ਆਪਾਂ ਪਹਿਲਾਂ ਵੀ ਐਵੇਂ ਕਰਦੇ ਰਹੇ ਕੁਐਸਚਨ। ਜਦੋਂ ਤੂੰ ਮੇਨਲੀ ਆ ਪੁੱਛ ਰਿਹਾ ਸੀ ਕਿ ਫ੍ਰੀ ਬੋਡੀ ਡਾਇਗਰਾਮ, ਤੇ ਫਿਰ ਮੈਂ ਤੈਨੂੰ ਲੱਗ ਤੋਂ ਦੱਸੇ ਸੀ ਫ੍ਰੀ ਬੋਡੀ ਡਾਇਗਰਾਮ ਬਣਾਣੇ, ਹੈਨਾ? ਹਾਂਜੀ ਸਰ। ਉਸੇ ਦਿਨ ਨਿਕਾਲ ਸੀਗੇ। ਹੁਣ ਜਿਵੇਂ ਦੇਖੋ ਇੱਕ ਸਵਾਲ ਲਾਸਟ ਕੁਐਸਚਨ ਆ, ਤੁਹਾਨੂੰ ਕਾਫੀ ਆਈਡੀਆ ਹੋ ਜਾਣਗਾ ਹੁਣ ਕੁਐਸਚਨਾਂ ਦਾ, ਤੇ ਅੱਗੇ ਆਪਾਂ ਕਰਦੇ ਰਵਾਂਗੇ ਫਿਰ ਕੰਮ। What maximum acceleration person can climb so that block does not move? जवाब है। अच्छा पहला तो बनाता था सवाल, क्योंकि हरे पूरा नहीं होया सवाल, मैंने दसना तुहानू। सवाल ये है भी एक इस तरह का सरफेस है, उस सरफेस ते एक ब्लॉक पिया होया, तुसीं बस देखिया करो इहनूं, डायग्राम तो देख के अपना पूरा कॉमन सेंस लाया करो, ते किसी चीज़ का कोई रूल नहीं हुंदा ते सारी चीज़ों के रूल हुंदे ने। तुसीं नहीं कहना वा जो तुहानूं गल पता लग गई तो तुहाडे लिए कोई रूल नहीं हैगा। 100 kg का एक ब्लॉक है, तुसीं आप सोचो
ਬਹੁਤ ਆਰਾਮ ਨਾਲ ਸੋਚੋ, ਇੱਥੇ ਇੱਕ ਪੁਲੀ ਲੱਗੀ ਹੋਈ ਹੈ, ਠੀਕ ਹੈ, ਬਲੌਕ ਦੇ ਆ ਕੋਨੇ ਦੇ ਨਾਲ ਇੱਕ ਥ੍ਰੈਡ ਲੱਗਿਆ ਹੋਇਆ ਐ ਕਰਕੇ, ਤੇ ਥ੍ਰੈਡ ਇੱਥੋਂ ਦੀ ਐ ਲਮਕਿਆ ਹੋਇਆ ਵਾ ਇਹਦੇ ਵਿੱਚੋਂ ਦੀ, ਤੇ ਇੱਥੇ ਇੱਕ ਬੰਦਾ ਜਿਹੜਾ ਆ ਉਹ ਇਸ ਰੱਸੀ ਨੂੰ ਫੜ ਕੇ ਉੱਪਰ ਚੜ ਰਿਹਾ। ਉਹ ਕਹਿੰਦੇ ਕਿੰਨੀ ਮੈਕਸਿਮਮ ਐਕਸਲਰੇਸ਼ਨ ਨਾਲ ਉੱਪਰ ਚੜ ਸਕਦਾ। ਇੱਥੇ ਫ੍ਰਿਕਸ਼ਨ ਦਾ ਜਿਹੜਾ ਕੋਐਫੀਸ਼ੀਐਂਟ ਆ ਉਹ 1/3 ਗਿਵਨ ਆ। 100 ਕਿਲੋਗ੍ਰਾਮ ਦਾ ਬਲੌਕ ਆ, ਬੰਦਿਆਂ ਦਾ ਮਾਸ ਜਿਹੜਾ ਹੈ 25 ਕਿਲੋ ਆ, ਹਲਕਾ ਜਿਹਾ ਹੀ ਬੰਦਾ ਵਿਚਾਰਾ। ਜੇ 25 ਕਿਲੋ ਤਾਂ ਹੀ 100 ਕਿਲੋ ਦੇ ਬਲੌਕ ਦੇ ਅਗੇਂਸਟ ਚੜ ਰਿਹਾ ਉੱਪਰ ਨੂੰ, ਨਹੀਂ ਤਾਂ ਰੱਸੀ ਨੇ ਤਾਂ ਪੱਟ ਦੇਣਾ ਉਹਨੂੰ। 100 ਕਿਲੋ ਦਾ ਬੰਦਾ ਚੜੂਗਾ, ਬਲੌਕ ਹੀ ਹਿੱਲ ਜਾਣਾ ਉਥੋਂ। ਸੋ ਉਹੀ ਕਹਿੰਦੇ 25 ਕਿਲੋ ਵਾਲਾ ਕਿੰਨੀ ਕੇ ਮੈਕਸਿਮਮ ਐਕਸਲਰੇਸ਼ਨ ਨਾਲ ਉੱਪਰ ਨੂੰ ਚੜ ਸਕਦਾ। ਇੱਥੇ ਮੰਨ ਲਓ ਟੈਂਸ਼ਨ T ਹੈ, ਆਪਾਂ ਸ਼ੋ ਕਰਾਂਗੇ ਜਿਹੜੀ, ਠੀਕ ਹੈ, ਤੇ ਆ ਜਿਹੜੀ ਧਾਗੇ ਦੀ ਇਹਦੇ ਨਾਲ ਆ ਵੀ ਗਿਵਨ ਹੈ ਆਪਾਂ ਨੂੰ 37 ਡਿਗਰੀ ਗਿਵਨ ਹੈ, ਤੇ ਬਲੌਕ ਰੈਸਟ ਵਿੱਚ ਹੈ ਫਿਲਹਾਲ, ਠੀਕ ਹੈ। ਉਹ ਬੰਦੇ ਨੇ ਐਕਸਲਰੇਸ਼ਨ A ਨਾਲ ਉੱਪਰ ਨੂੰ ਚੜਨਾ ਆ, ਤੇ ਹੁਣ ਉਹ ਕਹਿ ਰਹੇ ਨੇ ਕਿੰਨੀ ਮੈਕਸਿਮਮ ਐਕਸਲਰੇਸ਼ਨ ਨਾਲ ਉਹ ਬੰਦਾ ਚੜ ਸਕਦਾ ਕਿ ਬਲੌਕ ਨਾ ਹਿੱਲੇ। ਬਲੌਕ ਪਹਿਲਾਂ ਸਮਝੋ ਹਿੱਲੇਗਾ ਕਿਉਂ? ਬਲੌਕ ਇਸ ਲਈ ਹਿੱਲੇਗਾ ਕਿਉਂਕਿ ਆ ਜਿਹੜੀ ਟੈਂਸ਼ਨ ਹੈ ਥ੍ਰੈਡ 'ਚ, ਇਸ ਟੈਂਸ਼ਨ ਦਾ ਇੱਕ ਕੰਪੋਨੈਂਟ ਇਸ ਪਾਸੇ ਲੱਗੇਗਾ, ਹਨਾ? Yes, sir. ਤੇ ਇਸੇ ਟੈਂਸ਼ਨ ਦਾ ਇੱਕ ਕੰਪੋਨੈਂਟ ਇਸ ਪਾਸੇ ਲੱਗੇਗਾ, ਤੇ ਆ ਹੋਏਗੀ T cos 37 ਡਿਗਰੀ। cos 37 ਡਿਗਰੀ ਵੈਲਿਊ 4/5 ਹੁੰਦੀ ਹੈ, ਠੀਕ ਹੈ। ਸੋ ਇਹ ਆ ਜਾਏਗੀ 4/5 T ਇਸ ਪਾਸੇ ਲੱਗੇਗੀ, ਤੇ 3/5 T ਉੱਪਰ ਨੂੰ ਲੱਗੇਗੀ ਇਸ ਦੀ ਟੈਂਸ਼ਨ। ਤੁਸੀਂ ਦੱਸੋ ਬਲੌਕ ਨੂੰ ਹਿਲਾਉਣ ਵਾਲਾ ਕੌਣ ਹੋਏਗਾ? 4/5 T. ਜਿਹੜਾ ਕਿ ਫ੍ਰਿਕਸ਼ਨ ਦੇ ਖਿਲਾਫ ਹੋਏਗਾ। ਇੱਥੇ ਫਿਰ ਕੀ ਲੱਗਣਾ ਚਾਹੀਦਾ ਹੈ? Friction. ਫ੍ਰਿਕਸ਼ਨ ਦੀ ਵੈਲਿਊ ਜਿਹੜੀ ਆਂਦੀ ਹੈ ਉਹ ਤੁਹਾਨੂੰ ਪਤਾ μ ਇਨਟੂ ਕਿਹਦੇ ਬਰਾਬਰ ਆਂਦੀ ਹੈ? Reaction. Normal reaction. ਨਾਰਮਲ ਰਿਐਕਸ਼ਨ ਹਾਲੇ ਆਪਾਂ ਪਤਾ ਕਰਨਾ ਹੈ। ਉਹਦੇ ਲਈ ਬਲੌਕ ਦਾ ਫ੍ਰੀ ਬੋਡੀ ਡਾਇਗਰਾਮ ਬਣਾ ਕੇ ਦੇਖੋ। ਬਲੌਕ ਨੂੰ ਕਿੰਨਾ ਫੋਰਸ ਲੱਗ ਰਿਹਾ ਨੀਚੇ ਨੂੰ? 100 ਜੀ, ਤੇ ਬਲੌਕ ਨੂੰ ਇੱਕ 3T/5 ਉੱਪਰ ਨੂੰ ਵੀ ਲੱਗ ਰਿਹਾ, ਇਹਨੂੰ ਨਾ ਭੁੱਲ Yes, ਜਾਇਓ। sir. ਤੇ ਉੱਪਰ ਨੂੰ ਨਾਰਮਲ ਰਿਐਕਸ਼ਨ ਵੀ ਲੱਗੇਗੀ, ਤਾਂ ਨਾਰਮਲ ਰਿਐਕਸ਼ਨ ਪਲੱਸ 3T/5 Equal to 100 G. ਹੈ 100 100 G. ਜੀ। ਤਾਂ ਫਿਰ ਨਾਰਮਲ ਰਿਐਕਸ਼ਨ ਕਿਹਦੇ ਬਰਾਬਰ ਆਏਗੀ? R plus 3T/5. ਤੇ ਨਾਰਮਲ ਰਿਐਕਸ਼ਨ ਕਾਹਦੇ ਵਾਸਤੇ ਕੱਢੀ ਮੈਂ? Friction find out ਕਰਨ ਵਾਸਤੇ। ਠੀਕ ਹੈ ਜੀ। ਤੇ ਰੈਸਟ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਫ੍ਰਿਕਸ਼ਨ ਕਿਹਦੇ ਬਰਾਬਰ ਹੋਣਾ ਚਾਹੀਦਾ ਦੱਸੋ? 4/5 T ਦੇ। 4/5 ਯੈਸ ਐਗਜ਼ੈਕਟਲੀ। ਤਾਂ ਕਿਉਂਕਿ ਬਲੌਕ ਐਟ ਰੈਸਟ ਬੰਦੇ ਨੂੰ ਬਾਅਦ ਚ ਦੇਖਾਂਗੇ, ਉਤੋਂ ਟੈਨਸ਼ਨ ਦੇਖਾਂਗੇ ਨਾ, ਬੰਦਾ ਉੱਪਰ ਚੜਨਾ ਹੈ, ਟੈਨਸ਼ਨ ਨੂੰ ਚਲਾਵਾਂਗੇ ਉੱਥੇ। ਪਹਿਲਾਂ ਤਾਂ ਆਪਾਂ ਇਹ ਕੱਢ ਲਈਏ T ਦੀ ਫਾਰਮ ਦੇ ਵਿੱਚ ਹੀ। ਤਾਂ ਫ੍ਰਿਕਸ਼ਨ ਕਿੰਨਾ ਹੋਣਾ ਚਾਹੀਦਾ? 4T/5 ਜਿਹੜਾ ਆ ਇਹ ਫ੍ਰਿਕਸ਼ਨ ਦੇ ਫੋਰਸ ਦੇ ਬਰਾਬਰ ਹੋਣਾ ਚਾਹੀਦਾ ਹੈ। Yes, sir. R ਦੇ ਬਰਾਬਰ ਹੋਣਾ ਚਾਹੀਦਾ ਹੈ। ਤੇ μ ਕਿੰਨਾ ਹੈ? 1/3 ਹੈ। R ਕਿੰਨਾ ਹੈ? 100 G minus 3T/5. 3T/5 ਹੈ, 4T/5 ਇੱਥੇ ਹੈ। ਇਹਨੂੰ ਸਾਰਿਆਂ ਨੂੰ ਸੋਲਵ ਕਰ ਲਓ ਤੇ ਸੋਲਵ ਕਰਕੇ T ਦੀ ਵੈਲਿਊ ਆ ਜਾਂਦੀ ਹੈ 100 G/3। ਤੁਸੀਂ ਕਰਕੇ ਦੇਖ ਲਿਓ। Yes, sir. ਹੁਣ ਆ ਤਾਂ ਆ ਗਿਆ ਟੈਂਸ਼ਨ 100 G/3। ਤੇ ਉੱਪਰ ਪਾਸੇ ਦੇਖੋ, ਇੱਧਰ ਬੰਦੇ ਦੇ ਉੱਪਰ ਆ ਜਾਓ। ਹੁਣ ਇੱਕ ਪਾਸੇ ਸਾਰਾ ਮਸਲਾ ਹੱਲ ਕਰਦੇ ਆਇਆ ਕਰੋ। ਬੰਦੇ ਦਾ weight ਨੀਚੇ ਨੂੰ ਐਕਟ ਕਰ ਰਿਹਾ 25 G, Yes, sir. ਉੱਪਰ ਨੂੰ ਟੈਂਸ਼ਨ, ਤਾਂ ਟੈਂਸ਼ਨ ਮਾਈਨਸ 25 G 25 A. 25 A ਹੋਣਾ ਚਾਹੀਦਾ। A ਉਹਦੀ ਐਕਸਲਰੇਸ਼ਨ ਪਤਾ ਕਰਨੀ ਨਾ ਆਪਾਂ। Yes, sir. ਤਾਂ ਟੈਂਸ਼ਨ ਜਿਹੜੀ ਹੈ ਕਿੰਨੀ ਆਈ ਹੈ ਆਪਣੇ ਕੋਲ? 100 G/3. 100 G/3। 5G/3 हो जाएगा। 100 G/3 टेंशन माइनस 25 G बराबर है 25 A। 25 A. ਤੇ ਟੈਂਸ਼ਨ ਕਿੰਨੀ ਹੈ? 100 G/3 ਮਾਈਨਸ 25 G ਬਰਾਬਰ ਹੈ 25 A। ਇਹ ਤੋਂ A ਆ ਜਾਊਗਾ? Yes, sir. G/3 ਆਨਸਰ। मतलब कि मैं सिर्फ एक क्वेश्चन कोई नवा नहीं सीगा, पहली गल तो कोई नवी चीज नहीं ਆਪਾਂ ਵਰਤੀ ਹੈਗੀ। ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸ ਰਿਹਾ ਕਿ ਆਪਾਂ ਕਿਵੇਂ ਆਪਣੇ ਪਰਪਸ ਨੂੰ ਕੰਪਲੀਟ ਕਰਨਾ ਹੈ, ਪਰਪਸ ਨੂੰ ਸੈੱਟ ਕਰਨਾ ਹੈ, ਪਰਪਸ ਨੂੰ ਸਮਝਣਾ ਹੈ, ਤੇ ਫ੍ਰੀ ਬੋਡੀ ਡਾਇਗਰਾਮ ਵਿੱਚ ਕਿਵੇਂ ਕਿਵੇਂ ਕਿਹੜੀ ਚੀਜ਼ਾਂ ਦਾ ਧਿਆਨ ਜ਼ਿਆਦਾ ਦੇਣਾ ਹੈ, ਇਹਨਾਂ ਦਾ ਆਪਾਂ ਨੂੰ ਉਹ ਰੱਖਣਾ ਹੈ ਖਿਆਲ ਇਕੁਏਸ਼ਨ ਲਿਖਦੇ ਹੋਏ।
ਸਮਝ ਲੱਗੀ ਸਾਰਿਆਂ ਨੂੰ ਗੱਲ? Yes, sir. ਸਾਰੇ ਜਣੇ ਕੋਈ ਥੋੜਾ ਬਹੁਤਾ ਕਈ ਵਾਰ ਭੁੱਲ ਜਾਂਦਾ ਬੰਦਾ, ਕਈ ਵਾਰ ਸਟੈਪ ਵਾਈਜ਼ ਕੋਈ ਚੀਜ਼ ਕਰਨਾ ਭੁੱਲ ਜਾਂਦਾ, ਕੁਝ ਭੁੱਲ ਜਾਂਦਾ। ਤਾਂ ਜਿਹੜਾ ਫ੍ਰਿਕਸ਼ਨ ਦਾ ਪਿਛਲਾ ਕੰਮ ਜਿੰਨਾ ਵੀ ਕਰਵਾਇਆ ਹੋਇਆ ਸਾਰੇ ਦੀ ਰਿਵੀਜ਼ਨ ਚੰਗੀ ਤਰ੍ਹਾਂ ਦਵੋ। ਆਹ ਜੀ ਪ੍ਰੋਬਲਮਸ ਨੂੰ ਦੇਖਣ ਤੋਂ ਬਾਅਦ ਦੇਖੋ ਕੋਈ ਵੀ ਇਹ ਜੀ ਪ੍ਰੋਬਲਮ ਨਹੀਂ ਹੋ ਸਕਦੀ ਜਿਹਨੂੰ ਆਪਾਂ ਕਹਿ ਦਈਏ ਕਿ ਵੀ ਹੁਣ ਇਹਦੇ ਤੇ ਤਾਂ ਵੀ ਹੁਣ ਆਪਾਂ ਕੀ ਕਰੀਏ, ਕਿਉਂਕਿ ਸਾਰਾ ਕੁਝ ਤੁਹਾਨੂੰ ਪਤਾ ਹੈ। You know how to calculate normal reactions, how to calculate friction, how to take tensions, how to balance the forces, है ना? How to balance the forces when a particle is accelerating, how to balance the forces when the particle is at rest, how to balance three forces, Lami's theorem, सब कुछ यूज करना था तुम। सो अपनी जिन्नी भी presence of mind है, जिन्ना भी कल तो लेके ਆਪਾਂ ਅੱਜ ਤੱਕ ਕੀਤਾ ਆ, ਉਹਨੂੰ ਸਾਰੇ ਨੂੰ ਰਿਵਾਈਜ਼ ਕਰੋ ਤੇ ਤੁਹਾਨੂੰ ਅਸਲ ਵਿੱਚ ਇਹ ਆਪਾਂ ਇੱਕ ਬਹੁਤ ਵਧੀਆ ਐਕਸਪੈਰੀਮੈਂਟ ਕੀਤਾ ਪਿਛਲੇ 3 ਦਿਨ ਦੇ ਵਿੱਚ। ਆਪਾਂ ਜਿਹੜਾ HC ਵਰਮਾ ਦੇ ਪਿੱਛੇ ਪੈ ਕੇ ਕੱਲੀ ਚੀਜ਼ ਨੂੰ ਡਿਸਕਸ ਕੀਤਾ। ਤੁਸੀਂ ਸੋਚ ਕੇ ਦੇਖੋ, ਆਪ ਤੁਹਾਨੂੰ ਮਹਿਸੂਸ ਹੁੰਦਾ ਹੋਏਗਾ ਕਿ ਆਪਾਂ ਕਨਸੈਪਚੁਅਲ ਤੇ ਨਿਊਮੈਰੀਕਲ ਸੋਲਵਿੰਗ ਦੀ ਬਹੁਤ ਸਾਰੀ ਟੈਕਨੀਕਸ ਕਵਰ ਕਰ ਲੀਆਂ ਸਿਰਫ HC ਵਰਮਾ ਦੀ ਐਕਸਰਸਾਈਜ਼ ਸੋਲਵ ਕਰਦੇ ਹੋਏ, ਹਨਾ? Yes, sir. ਬਾਕੀ ਪਾਸੇ ਕਈ ਵਾਰ ਭਟਕਾਵ ਹੁੰਦਾ ਆ, ਕਈ ਵਾਰ ਆਪਾਂ ਕਹਿੰਦੇ ਆਹ ਬੁੱਕ ਨਹੀਂ ਉਹ ਬੁੱਕ, ਇਸ ਲਈ ਤੁਸੀਂ ਦੇਖੋ ਤੁਹਾਡੇ ਲਈ ਕਿੰਨਾ ਤੁਹਾਡਾ ਪਵਿੱਤਰ ਫਰਜ਼ ਹੈ ਕਿ ਤੁਸੀਂ ਕੋਈ ਵੀ ਕੁਐਸਚਨ ਕੋਈ ਵੀ ਆਪਾਂ ਹੁਣ ਕਰਾਂਗੇ ਟੌਪਿਕ ਤਾਂ HC ਵਰਮਾ ਦੀ ਐਕਸਰਸਾਈਜ਼ ਦਾ ਸੋਲਵ ਹੋਣਾ, ਉਹਦੇ ਕਨਸੈਪਚੁਅਲਸ ਤੇ ਨਿਊਮੈਰੀਕਲਸ ਦਾ ਮੇਰੇ ਨਾਲ ਤੁਹਾਡੀ ਡਿਸਕਸ਼ਨ ਹੋਣਾ, ਹਨਾ? ਉਹਦੇ ਚ ਮੈਂ ਕੁਝ ਐਡ ਕਰਕੇ ਜੋ ਚੀਜ਼ ਦੱਸਦਾ ਉਹ ਚੀਜ਼ਾਂ ਦਾ ਹੋਣਾ ਉਹ ਜ਼ਰੂਰੀ ਹੈ। ਇਹਦੇ ਨਾਲ ਤੁਹਾਡਾ ਜਿਹੜਾ ਸਹੀ ਤਰ੍ਹਾਂ ਤਿਆਰੀ ਹੋ ਪਾਏਗੀ ਓਵਰਆਲ, ਤੇ ਆਪਾਂ ਐਂਡ 'ਚ ਜਾ ਕੇ ਫਰਵਰੀ 'ਚ ਜਦੋਂ ਖਤਮ ਕਰ ਰਹੇ ਹੋਵਾਂਗੇ ਸਾਰਾ ਕੁਝ, ਆਪਾਂ ਕਹਾਂਗੇ ਹਾਂਜੀ ਅਸੀਂ 11ਵੇਂ 'ਚ ਕੁਝ ਸਿੱਖਿਆ ਜਿਹਨੂੰ ਆਪਾਂ 12ਵੇਂ 'ਚ ਵਰਤ ਸਕਦੇ ਹਾਂ। ਤੇ ਜੇ ਨਹੀਂ ਸਿੱਖਿਆ ਤਾਂ ਫਿਰ ਉਹ ਅੱਗੇ ਦਿੱਕਤ ਆਉਂਦੀ ਰਹਿਣੀ। ਹਾਂਜੀ ਵੈਭਵ? सर एक बार सर 39 बता दो सर उसका HC का। HC वर्मा जी का 39 इसमें है, देखो 39 नहीं, इसमें नहीं है। ये नीचे वाला? यस सर, इसके आगे एक फिगर बनता है लाइट वेइंग मशीन पर इन अ बॉक्स ऑफ मास 3 box is hanging from a pulley from a ceiling, other end of the rope held by a man himself. If the man manages to keep the box at rest, what is the weight by the machine? What force should he exert to get his correct weight of the machine? So basically इसका डायग्राम है आगे से, नेक्स्ट पेज पे सर। ये देखो इसमें बंदा उन्होंने बनाया हुआ है, आप खुद सोच कर देखो, बड़ा अजीब सा तो है वैसे, है ना, कि वो बंदा लिफ्ट के अंदर है। ठीक है ना, वो लिफ्ट के अंदर बैठा है। यस सर। थ्रेड जो है वो ऊपर से लगा हुआ है उसके साथ, उस थ्रेड को वो पकड़ के खुद खींच रहा है। ठीक है, उस थ्रेड को यस सर। और उसको जो उसका वेट है हमें पहले पता करना है कि अगर वो रेस्ट पर मैनेज कर लेता है उसको रोकने, यानी कि ये जो अपना बॉक्स है ये भी रेस्ट पे है और वो बंदा है वो भी रेस्ट पे है सब कुछ, तो वो कह रहे हैं कि उसका फिर अपेरेंट वेट बताओ आप, उसका अपेरेंट वेट कितना होगा। अब आप खुद सोच कर देखो, पहले तो ये बंदे के बारे में बात करो, एक बॉक्स के बारे में बात करो। जो बॉक्स का बंदे का वेट गिवन है वो मैन का वेट है 60 kg, ये मैन का वेट है। यस सर। मास है और 30 kg का वो बॉक्स है जिस बॉक्स में वो बैठा, बॉक्स है या जो भी वो कह रहे थे पीछे, केज या व्हाटएवर। ठीक है, तो अब यहाँ पर मैं देखो, अगर मैं बंदे की बात करूं तो उस मैन पर क्या क्या लग रहा है, वो क्योंकि मैन खड़ा है एक वेइंग मशीन पर और वो वेइंग मशीन उसके साथ ऑब्वियसली अटैच्ड है। यस सर। तो क्या होगा कि उस बंदे को, जो किसी भी बंदे का वेट तो एक्ट करना कभी बंद करता नहीं नीचे को, तो उसका वेट तो नीचे को एक्ट करेगा ही करेगा, ये बात पक्की है। और क्योंकि वो जो उसको उसने खींच रखा है उसको स्ट्रिंग है। यस सर। तो वो टेंशन तो उस बंदे को लग ही रही है। यस सर, टेंशन भी एक नॉर्मल ऊपर से, तो टेंशन ऊपर से नीचे पुली को भी लग रही है, जो वो खुद खींच रहा है उसकी वजह से वो उसको खुद को भी लग रही है टेंशन ऊपर की तरफ, तो मैं उस बंदे को तो टेंशन लग रही है उसे। इसके अलावा देखो और क्या चीजें कर रही है, नॉर्मल फोर्स। नॉर्मल फोर्स जो लगती ही है, तो मैं नॉर्मल फोर्स को R कह देता हूं, मुझे नहीं पता वो कितनी है, यही है वो अपेरेंट वेट जो बेसिकली मिलता है हमें। ओके। जो असल में अपेरेंट वेट होता है उस पे आता है, ये टेंशन की वजह से वो अपेरेंट वेट का। तो अब आप बताओ यहाँ पे इक्वेशन क्या बनेगी, देखो रेस्ट पे तो सर R + T = mg।
हाँ मैं इधर लिख देता हूँ साइड पर, R Yes. प्लस टी इज इक्वल टू एम जी, है ना? Yes, sir. एम जी 60G कह देता हूँ मैं इसे, बंदे का Yes, 60G. Yes, sir. ठीक है, इज इक्वल टू 60G। 60G. तो ये बात यहीं पे खत्म हो जाएगी, एक पहली बात, है ना? Yes, sir. और दूसरी बात ये कि अगर ये टेंशन है यहाँ पर, देखो वो टेंशन यहाँ पर भी यहाँ ब्लॉक पे भी। Yes, sir. है ना? तो Yes. ऊपर की तरफ, तो अगर मैं बॉक्स बनाऊं यहाँ पर, तो बॉक्स को एक जो धागा लगा हुआ है जो ऊपर की तरफ, तो उसके ऊपर को टेंशन टेंशन लगेगी। Yes, sir. टी लग रही है, और बॉक्स का अपना खुद का वेट 30G, तो आप लगेगा ही लगेगा, ये सोच नहीं सकते ना लगे। Yes, sir. ठीक है, उसका 30G लगेगा। Yes, sir. हाँ, उसको क्या लग रहा है, उसके अलावा ये जो बंदे को नॉर्मल, Yes, sir. बंदे ने नॉर्मल रिएक्शन ली ना आर ऊपर, Yes. देखो ये Yes, sir. बंदे वाला वेट नहीं लगाना इस पे, Yes, sir. वो समझ गई मैं। वो नॉर्मल की वजह से लगता नॉर्मल है। रिएक्शन, क्योंकि Yes, नॉर्मल sir. की वजह से एक नॉर्मल रिएक्शन इसको भी लगेगी भाई यार, उसी के तो इस आर का ही तो आर मिल रहा है ना उस बंदे को। Yes, sir. ठीक है, तो यार लगेगा, तो ये भी तो रेस्ट पे ही है ना, है ना? Yes, sir. क्या होगा, T T is equal to R plus 30G. R प्लस 30G, ये आ जाएगा। तो यहाँ पर T और R दोनों निकाले जा सकते हैं कि नहीं? Yes, sir. पहले R की वैल्यू पुट कर दो तो बनेगा R प्लस T की जगह R प्लस 30G पुट कर देता हूँ मैं, is equal to 60G. तो ये बन जाएगा 2R इज इक्वल टू 30G, R इज इक्वल टू 15G, Yes, sir. है ना? तो 15G यानी कि उसका जो वेइंग मशीन बताएगी 15 किलोग्राम का वजन बताएगी उसका। Yes, sir. ठीक है। यहाँ आंसर्स भी पड़े हुए हैं, यहाँ पे इसमें नहीं है, इधर अगले पेज पे। Yes, sir. चलो कोई बात नहीं, आप चेक कर लेना 15 kg। ये सर 15 kg है। Yes, sir. अब कर लेंगे। ये तो हो गया बात। अब वो कह रहे कि वो कह रहे थे कि अब वो कितनी उससे करे, क्या था क्वेश्चन? उसको रियल वेट चाहिए। हाँ, रियल वेट कितना फोर्स लगाए कि उसको रियल वेट मिले। हाँ, तो वो जो फोर्स होता है वो क्या होता है, टी होता है ना? जो फोर्स उसको लगाना है वो बेसिकली उसे क्या बोलते हैं, टी बोलते हैं ना। यस सर। जो वो लगाएगा सर वो तो सर स्ट्रिंग से होगा सर, वो फिर एक नीचे की तरफ फोर्स नहीं लगाएगा, एक एक्स्ट्रा एफ नहीं, असल में वो जितना फोर्स टी ही होगा, टेंशन उतनी ही आएगी थ्रेड में ना। थ्रेड को अगर वो छोड़ दे मान लो, यस ओके ठीक है ना, यस सर, थ्रेड को छोड़ देगा तो कुछ नहीं होगा। टू गेट हिज करेक्ट वेट, अभी मान लो अप्लाइड फोर्स उसका टी ही होएगा, टेंशन लेंगे हम, और एक्सेलरेशन जो है वो अपवार्ड लेंगे विद एक्सेलरेशन ए मान लो। तो अब उस बंदे को भी हम एक्सेलरेट करेंगे ऊपर की तरफ को, और उसको भी। तो ये अब एक्सेलरेशन ऊपर की तरफ ए ले लेंगे हम। तो जो मैन की yes, भी, और ऑब्वियसली बॉक्स की भी। यस बॉक्स में तो खुद है ना। यस सर। ठीक है, तो ये अब ये इक्वेशन में एक फर्क आएगा बस, कि अगर ऊपर को एक्सेलरेट हो रही है तो ऊपर वाले फोर्सेस ज्यादा होंगे ना, तो अब ये आएगा आर प्लस टी माइनस एम जी इज इक्वल टू एम ए होएगा। एम की वैल्यू क्या आएगी, 60 आएगी यहाँ पर, 60। ठीक है, और दूसरे केस में यहां पर क्या आएगा, यहां पर आएगा टी माइनस आर माइनस 30G इज इक्वल टू एम ए। यहां पर एम की वैल्यू कितनी आएगी, मैं लिख नहीं रहा, गलत हो गया यहाँ पर, मैंने एम सबको कर दिया मैंने। यस सर। तो ये 30 पुट कर देना इसको, और कर देना, और उनको सॉल्व कर लेना, तो आपको मिल जाएगा टी कितना है। टी आ जाएगा आपका आंसर, जो भी आएगा वो आंसर। सर एक्सेलरेशन ऊपर क्यों दिया है? वो टेंशन, वो ऊपर को खींच रहा है ना, उसको ऊपर को एक्सेलरेट कर रहा है ना थ्रेड पकड़ के, नीचे को थोड़ी आ रहा है, वो ढील छोड़ते थोड़ी आ रहा है वो। सर अगर हम वैसे सर अगर हम नीचे भी लें तो सर अभी बाद में तो वैल्यू आ जानी चाहिए फिर उसकी। अगर तो देखो वो पूरी तरह छोड़ दे उसको, यस सर। ऐसे तो थ्रेड को छोड़ ही दे वो, पर नहीं, थ्रेड को छोड़ देगा तो पूरा ब्लॉक नीचे गिर जाएगा सर, से नीचे आएगा ना। यानी वो तब हो सकता है अगर यूनिफॉर्म, या तो यूनिफॉर्म मोशन से चल रहा हो सब कुछ, है ना। पर वो जो फोर्स वो जो ऊपर की तरफ महसूस होता है, और वही फोर्स ऊपर की तरफ उसको भी महसूस होता है। देखो टी दोनों में लगी, टी ऊपर को लगी है, यस बॉक्स को भी। तो हमने उनकी एक कॉमन एक्सेलरेशन निकाली है, जिस एक्सेलरेशन पर जाकर वो ऐसे एडजस्ट होगा कि उसका जो अपेरेंट वेट है वो उसके वेट के बराबर हो जाएगा। अरे यहाँ पर आर की वैल्यू आप लोगे मेरे ख्याल से, कितने किलो का बंदा था, 60 kg का था ना। यस सर। मेरे ख्याल यहाँ पे आपको आर की वैल्यू, उन्होंने कहा आपको वो वेट चाहिए उसका, उसके बराबर। तो आर की वैल्यू आप 60G पुट करोगे। 60G
हाँ, क्योंकि ओके, चाहिए रियल वेट क्योंकि चाहिए। उसको वो तो यहाँ पे वेरिएबल आपका आर नहीं है यस सर। इस केस में, तो आर तो 60G है ना, यस ठीक है ना, तो यहाँ पे आर 60G है और वो ये टी पता कर रहा है आपको, बस टी सॉल्व कर लेना सर। ये जो टी है सर, ये इसमें से। सर जो पिछली सिचुएशन में टी था सर, उससे तो डिफरेंट है ये टी। हाँ ऑब्वियसली, तो टी डैश कह लो ना। यस सर। केस ही अलग है ना, मैंने इस केस में आपको बना हुआ डायग्राम है, इसमें मैंने शो कर दिया सब। ओके सर। आप बनाकर लिखो अच्छे से और आंसर मैच करो, ठीक है सर। ठीक है। थैंक यू सर। सो चलो सारे ने ਹੁਣ ਕੱਲ ਦਾ ਟੈਸਟ ਲਈ ਦੇਖੋ ਪੂਰਾ ਮਿਹਨਤ ਕਰੋ ਅੱਜ ਜਿੰਨਾ ਮੈਕਸਿਮਮ। सर ਹਾਂਜੀ ਹਾਂਜੀ सर कुछ भी नहीं समझ आया ਹੈ ਕਿਹਦੇ ਵਿੱਚੋਂ? सर 39th क्वेश्चन भी नहीं सर क्वेश्चन ही नहीं समझ आया, क्वेश्चन की दिता है ਅਸਲ ਵਿੱਚ ਕੁਐਸਚਨ ਮੈਨੂੰ ਲੱਗਦਾ ਵੈਬਰ ਨੇ ਪਿਛਲੇ ਪੜਿਆ ਹੋਇਆ ਸੀ, ਉਹ ਪੇਜ ਇਹਦੇ ਸਾਹਮਣੇ ਮੈਂ ਸ਼ੋ ਨਹੀਂ ਕਰ ਪਾਇਆ ਨਾ, ਐ ਕਰਦਾ ਮੈਂ ਤੁਹਾਨੂੰ ਦਿਖਾ ਦਿੰਦਾ ਦੁਬਾਰਾ ਗਰੁੱਪ ਚ। ਬਾਕੀ ਸਾਰਾ ਆ ਗਿਆ ਕਿ ਨਹੀਂ? ਬਾਕੀ ਸਾਰਾ नो सर क्वेश्चन ही नहीं समझ आया। ਬਾਕੀ ਸਾਰਾ मतलब ਬਾਕੀ ਲੈਕਚਰ ਦੇ ਵਿੱਚ ਜੋ ਕਰਾਇਆ ਆਪਾਂ, यस सर। ਆ ਵਾਲਾ 29th क्वेश्चन समझ नहीं आया ना? यस सर। चलो 39th क्वेश्चन मैं दोबारा हैगा ना टाइम ਤੁਹਾਡੇ ਕੋਲ ਸਾਰਿਆਂ ਕੋਲ? यस सर 11:30 क्लास। बस ठीक है, रुक जाओ फिर एक मिनट मैं बुक ले लूँ। नहीं बुक ऐ करता क्वेश्चन पिछला पेज शेयर कर देना मैं, आ डायग्राम तो हम पता ही है ना, मैं वैसे शो कर दूंगा, डायग्राम बना लूंगा मैं। चलो 39th क्वेश्चन ਨੂੰ ਦੇਖੀਏ ਆਪਾਂ, ਤੇ ਉਹ ਡਾਇਗਰਾਮ ਜਿਹੜਾ ਤੁਸੀਂ ਹੁਣ ਦੇਖ ਤਾਂ ਚੁੱਕੇ ਹੀ ਹੋ, ਮੈਂ ਇੱਕ ਵਾਰ ਇੱਥੇ ਆਪਣਾ ਰਫਲੀ ਬਣਾ ਲੂੰਗਾ ਤੇ ਤੁਹਾਨੂੰ ਪਤਾ ਲੱਗ ਜਾਏਗਾ। ਐਡ ਟੂ ਨਿਊ पेज, ठीक है जी, रीडेबल है? यस सर। देखो फिगर मैं बना देना। असल ਵਿੱਚ ਕੀ ਹੈ, ਇੱਕ ਇੱਥੇ ਇੱਕ ਫਿਕਸ ਉਹ ਹੈ, ਇੱਥੇ ਇੱਕ ਪੁਲੀ ਹੈ ਇਸ ਤਰ੍ਹਾਂ, ਇੱਕ ਇਸ ਤਰ੍ਹਾਂ ਦਾ ਇੱਕ ਬਾਕਸ ਹੈ, ਤੇ ਉਸ ਬਾਕਸ ਦੇ ਵਿੱਚ ਇੱਕ ਵੇਇੰਗ ਮਸ਼ੀਨ ਹੈ, ਵੇਇੰਗ ਮਸ਼ੀਨ ਤੇ ਇੱਕ ਬੰਦਾ ਖੜਾ ਹੈ, ਉਹ ਬੰਦਾ ਖੜਾ ਆ ਤੇ ਉਹਨੇ ਕੀ ਕੀਤਾ, ਇੱਕ ਥ੍ਰੈਡ ਫੜੀ ਹੋਈ ਹੈ, ਤੇ ਉਹ ਜਿਹੜੀ ਥ੍ਰੈਡ ਹੈ ਨਾ, ਉਹ ਇੱਥੋਂ ਇਹਦੇ ਵਿੱਚ ਨਾ ਸਮਝ ਲਓ ਕਿ ਇੰਨੀ ਕੁ ਜਗ੍ਹਾ ਹੈ ਜਿਹਦੇ ਵਿੱਚ ਕਿ ਥ੍ਰੈਡ ਨਿਕਲ ਸਕੇ, ਤੇ ਮੋਰੀ ਕੀਤੀ ਹੋਈ ਸਮਝ ਲਓ ਇਸ ਤਰ੍ਹਾਂ ਐ ਕਰਕੇ, ਠੀਕ ਹੈ, ਵੀ ਜਿਹਦੇ ਵਿੱਚ ਉਹ ਥ੍ਰੈਡ ਉੱਪਰ ਨਿਕਲ ਸਕਦਾ ਹੈ, ਥ੍ਰੈਡ ਵਿੱਚੋਂ ਨਿਕਲ ਗਿਆ ਬਾਹਰ, ਤੇ ਉਸ ਤੋਂ ਬਾਅਦ ਉਹ ਥ੍ਰੈਡ ਇਸ ਤਰ੍ਹਾਂ ਬਿਲਕੁਲ ਸਟ੍ਰੇਟ ਹੈ, ਉਹ ਇਹਨਾਂ ਕੇ ਮੰਨ ਲਿਓ ਆਪਣੇ ਆਪ ਹੀ ਆ ਇਹਦੇ ਨਾਲ ਜੁੜਿਆ ਹੋਇਆ ਵਾ, ਠੀਕ ਹੈ, ਕਲੀਅਰ? ਤੇ ਬੰਦੇ यस सर। weight ਹੈ, ਵਜਨ ਹੈ ਬੰਦੇ ਦਾ 60 kg ਦਾ, ਮੈਨ ਦਾ ਮਾਸ ਜਿਹੜਾ 60 kg ਹੈ, ਤੇ ਜਿਹੜਾ ਬਾਕਸ ਹੈ ਜਿਹਦੇ ਚੋਂ ਬੈਠਾ ਆ ਜਾਂ ਖੜਾ ਆ ਉਹਦਾ weight 30 kg ਹੈ, ਠੀਕ ਹੈ ਗੱਲ? ਇੰਨੀ ਕੁ ਗੱਲ ਹੈ ਪਹਿਲਾਂ ਤਾਂ ਉਹ ਕਹਿੰਦੇ ਆ ਮੈਨ of 60 kg standing on a light weighing machine kept in a box of 30 kg, the box is hanging from a pulley fixed to the ceiling, ठीक है, through a light rope, so other end of which is held by the man itself. If the man, इथे देखते हैं ना, if the man manages to keep the box at rest, यानी बंदे ने बस ਉਹਨੂੰ ਐ ਫੜਿਆ ਹੈ ਕਿ ਬਾਕਸ ਰੈਸਟ ਵਿੱਚ ਆ, ਯਾਨੀ ਕਿ ਉਸ ਬੰਦੇ ਨੇ ਪੱਕੀ ਗੱਲ ਹੈ ਇਸ ਥ੍ਰੈਡ ਨੂੰ ਫੜ ਕੇ ਫੋਰਸ ਲਾਇਆ ਹੋਇਆ ਤੇ ਇਹਨੂੰ ਲੱਗ ਰਹੀ ਹੈ ਟੈਨਸ਼ਨ, ਹਨਾ, ਤੇ ਉਹਦੇ ਕਰਕੇ ਟੈਨਸ਼ਨ ਇੱਥੇ ਵੀ ਜਨਰੇਟ ਹੋਈ ਹੈ, ਠੀਕ ਹੈ, ਤੇ ਆਪਾਂ यस सर। ਪੁਲੀ ਤੇ ਲੱਗਣ ਵਾਲੀ ਟੈਨਸ਼ਨ ਨੂੰ ਸ਼ੋ ਨਹੀਂ ਕਰਦੇ, ਇਸ ਲਈ ਮੈਂ ਆ ਨਹੀਂ ਸ਼ੋ ਕੀਤੀ, ਠੀਕ ਹੈ, यस सर। ਠੀਕ ਹੈ, ਆ ਸ਼ੋ ਨਹੀਂ ਕੀਤੀ, ਆ ਜਿਹੜੀ ਟੈਨਸ਼ਨ ਹੈ ਇਹ ਇਹਨੂੰ ਐ ਲੱਗ ਰਹੀ ਹੈ ਬਾਕਸ ਨੂੰ। ਹੁਣ ਇਹਦੇ ਕਰਕੇ ਕੀ ਆ, ਉਹ ਕਹਿ ਰਿਹਾ ਕਿ ਵੀ ਜਿਹੜਾ ਆ ਹੈਗਾ ਵਾ ਮਤਲਬ ਬਾਕਸ ਉਹਨੂੰ ਰੈਸਟ ਤੇ ਮੈਨੇਜ ਕਰ ਰਿਹਾ, ਤਾਂ ਤੁਸੀਂ ਦੱਸਣਾ ਕਿ what is the weight shown by the machine, ਤੇ ਮਸ਼ੀਨ ਕਿਹੜਾ weight ਸ਼ੋ ਕਰਦੀ ਹੈ, ਤੁਹਾਨੂੰ ਮੈਂ ਪਹਿਲੇ ਸਮਝਾਇਆ ਸੀ, नॉर्मल रिएक्शन डिवाइडेड बाय जी। ਜਿਹੜੀ ਉਸ ਬੰਦੇ ਦੀ ਹੋਏਗੀ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਉਸ ਮੈਨ ਦਾ ਇੱਕ ਅਲੱਗ ਡਾਇਗਰਾਮ ਬਣਾ ਦਿੰਦੇ ਹਾਂ, ਠੀਕ ਹੈ, ਉਸ ਮੈਨ ਨੇ ਇੱਕ ਤਾਂ ਥ੍ਰੈਡ ਫੜਿਆ ਹੋਇਆ ਵਾ, ਉਹਦੇ ਕਰਕੇ ਉਸ ਨੂੰ ਟੈਨਸ਼ਨ ਲੱਗ ਰਹੀ ਹੈ ਉੱਪਰ ਨੂੰ ਟੀ, ਇਸ ਬੰਦੇ ਦਾ ਆਪਣਾ ਖੁਦ ਦਾ ਵਜਨ ਹੋਏਗਾ ਨੀਚੇ 60 ਕਿਲੋ ਦਾ ਹੈ, ਤਾਂ 60 जी। ਟੀ ਦੀ ਵੈਲਿਊ ਮੈਂ ਪੁੱਟ ਨਹੀਂ ਕਰ ਰਿਹਾ, ਐਂਡ ਚ ਪੁੱਟ ਕਰ ਲੈਂਦੇ ਆ, ਨਹੀਂ ਤਾਂ ਇਹ ਛੱਡ ਦਿੰਦੇ ਆ, ਠੀਕ ਹੈ, यस सर। ਕਿਉਂਕਿ ਉਹ ਜਿਹੜੇ ਫਰਸ਼ ਤੇ ਖੜਾ ਆ ਉਸ ਨੂੰ ਉਸ ਫਰਸ਼ ਤੋਂ ਥੋੜਾ ਉਸ ਬੰਦੇ ਦਾ ਜਿੰਨਾ ਵੀ ਅਸਰ ਨੀਚੇ ਨੂੰ ਪੈ ਰਿਹਾ ਹੈਗਾ, ਉਸ ਬੰਦੇ ਨੂੰ ਫਰਸ਼ ਤੋਂ ਉਹਦਾ ਇੱਕ ਨਾਰਮਲ ਰਿਐਕਸ਼ਨ ਮਿਲ ਰਿਹਾ ਹੋਏਗਾ। यस सर। ਇਹ ਕਲੀਅਰ ਹੈ ਗੱਲ? यस सर। ਬੰਦੇ ਦੀ ਗੱਲ ਹੈ ਤੇ ਬੰਦਾ ਰੈਸਟ ਵਿੱਚ ਹੈ, ਜੇ ਬੰਦਾ ਰੈਸਟ ਵਿੱਚ ਹੈ ਇਹਦਾ ਮਤਲਬ ਉੱਪਰ ਨੂੰ ਲੱਗਣ ਵਾਲੇ ਫੋਰਸ
ਤੇ ਨੀਚੇ ਨੂੰ ਲੱਗਣ ਵਾਲੇ ਫੋਰਸ ਬਰਾਬਰ ਨੇ। ਕਲੀਅਰ ਹੈ ਗੱਲ? yes sir ਤੇ ਆ ਹੋ ਗਿਆ ਪਹਿਲੀ ਇਕੁਏਸ਼ਨ। ਠੀਕ ਹੈ, ਦੂਜੀ ਇਕੁਏਸ਼ਨ ਕਿਵੇਂ ਬਣੇਗੀ? ਉਹ ਬਾਕਸ ਦੀ ਬਣੇਗੀ, ਕਿਉਂਕਿ ਦੂਜਾ ਬਾਕਸ ਹੈ ਹੁਣ 30 kg ਦਾ। ਜੇ ਬਾਕਸ ਨੂੰ ਦੇਖਾਂ ਕਿਹੜੇ ਕਿਹੜੇ ਫੋਰਸ ਲੱਗ ਰਿਹਾ, ਪਹਿਲੀ ਗੱਲ ਤਾਂ ਜਿਹੜਾ ਬੰਦੇ ਨੂੰ ਰਿਐਕਸ਼ਨ ਮਿਲਿਆ ਉਹ ਮਿਲਿਆ ਹੀ ਤਾਂ ਹੈ, ਬੰਦੇ ਨੇ ਉਹ ਰਿਐਕਸ਼ਨ ਦੇ ਬਰਾਬਰ ਹੀ ਫੋਰਸ ਨੀਚੇ ਨੂੰ ਲਗਾਇਆ ਹੋਣਾ। yes sir ਕਿਵੇਂ ਫਰਸ਼ ਨੂੰ ਰਿਐਕਸ਼ਨ ਮਿਲਦਾ ਕਿਉਂ? ਵੀ ਅਸੀਂ ਜਿੰਨੇ ਜ਼ੋਰ ਨਾਲ ਫਰਸ਼ ਨੂੰ ਫੋਰਸ ਲਾਣੇ ਆ ਉਹਨੇ ਜ਼ੋਰ ਨਾਲ ਲੱਗਦਾ ਨਾ ਉੱਪਰ ਨੂੰ, ਤੇ ਇਹ ਬੰਦਾ ਆਪਣੇ weight ਦੇ ਬਰਾਬਰ ਨਹੀਂ ਲਗਾ ਪਾ ਰਿਹਾ ਸੀ ਨੀਚੇ ਨੂੰ, ਤਾਂ ਹੀ ਰਿਐਕਸ਼ਨ ਅਲੱਗ ਆਏਗਾ ਇਹਦਾ ਇੱਥੇ, ਉਹ ਟੈਂਸ਼ਨ ਦੇ ਕਰਕੇ ਨਾ, ਟੈਂਸ਼ਨ ਦੇ yes sir weight ਨੂੰ ਥੋੜਾ ਬੈਲੈਂਸ ਉਧਰ ਵੀ ਕਰ ਲਿਆ ਸੀ, ਇਸ ਲਈ ਉਹ ਬੰਦਾ ਇਸ ਉਹਦੇ ਉੱਪਰ ਆਰ ਹੀ ਲਗਾ ਰਿਹਾ ਨੀਚੇ ਨੂੰ, ਤੇ ਉਹਨੂੰ ਟੈਂਸ਼ਨ ਉੱਪਰ ਨੂੰ ਲੱਗ ਰਹੀ ਹੈ ਜਿਹੜੀ ਇਧਰਲੇ ਪਾਸੇ, ਆ ਦੇਖੋ ਇਧਰਲੇ ਪਾਸੇ ਸ਼ੋ ਕੀਤੀ ਹੈ ਮੈਂ, ਤੇ ਇਸ ਦਾ ਆਪਣਾ ਵਜਨ ਨੀਚੇ ਨੂੰ ਹੈਗਾ 30 g, ਕਿਉਂਕਿ 30 ਕਿਲੋਗ੍ਰਾਮ ਦਾ ਉਹ ਹੈਗਾ ਆ। ਠੀਕ ਹੈ ਗੱਲ? yes sir ਇਸ ਤੋਂ ਇਲਾਵਾ ਇਹਨੂੰ ਹੋਰ ਕੋਈ ਫੋਰਸ ਨਹੀਂ ਲੱਗ ਰਿਹਾ। ਤੇ ਹੁਣ ਇਹਦੇ ਪਰ ਕਿੰਨਾ ਆਏਗਾ ਟੋਟਲ? ਇਹ ਆਏਗਾ T ਬਰਾਬਰ ਹੈ R ਜਮਾ 30 STG, ਸਭ ਕੁਝ ਮੈਨੇਜ ਕੀਤਾ ਹੈ। ਕਲੀਅਰ ਹੈ ਗੱਲ? yes sir ਦੋਨੋਂ ਨੂੰ ਆਪਾਂ ਜੋੜ ਦਈਏ ਜਾਂ T ਨੂੰ ਮਾਈਨਸ ਕਰ ਦਈਏ, ਜੋ ਮਰਜ਼ੀ ਕਰ ਲਓ, ਤਾਂ ਇਹ ਆ ਜਾਏਗਾ R plus T minus T is equal to 60G minus R minus 30G। ਆ ਕੱਟਿਆ ਗਿਆ, yes sir 2R ਆ ਜਾਏਗਾ ਬਰਾਬਰ ਹੈ 30G, ਤੇ R ਕਿੰਨਾ ਆ ਜਾਏਗਾ 15G। ਸੋ ਬੇਸਿਕਲੀ ਅਪੇਰੈਂਟ weight ਜਿਹੜਾ ਉਹਨਾਂ ਨੇ ਕਿਹਾ ਉਹ 15G ਹੈ, ਪਰ ਆਪਾਂ ਉਹਨੂੰ ਜੇ ਇਹਨੂੰ ਕੈਲਕੂਲੇਟ ਕਰੀਏ ਕਿ ਉਹ ਵੇਇੰਗ ਮਸ਼ੀਨ ਕਿੰਨਾ ਸ਼ੋ ਕਰੇਗੀ, 15 kg 15 ਕਿਲੋਗ੍ਰਾਮ ਸ਼ੋ ਕਰੇਗੀ, ਕਿਉਂਕਿ ਉਹਨੂੰ ਜੀ ਫੋਰਸ ਲੱਗ ਰਿਹਾ ਨੀਚੇ ਨੂੰ, ਤਾਂ ਉਹ ਵੇਇੰਗ ਮਸ਼ੀਨ ਨਾ ਸ਼ੋ ਕਰੀਏ। ਆ ਪਹਿਲਾ ਸਵਾਲ ਦਾ ਜਵਾਬ ਹੈ। ਕਲੀਅਰ ਹੈ ਗੱਲ? ਠੀਕ ਹੈ ਗੱਲ? yes sir ਹੁਣ ਮੈਂ ਇਹ ਕਹਿ ਰਿਹਾ, ਉਹ ਕਹਿ ਰਹੇ ਨੇ ਕਿ what force should he exert on the rope to get his correct weight on the machine। ਉਹ ਕਹਿੰਦੇ ਉਹਦਾ ਕਰੈਕਟ weight ਹੀ ਆਉਣਾ ਚਾਹੀਦਾ ਮਸ਼ੀਨ ਤੇ, ਇਹਦਾ ਤਾਂ ਕੁਝ ਕਰੋ ਤੁਸੀਂ ਕਿ ਉਹ ਕਿੰਨੀ ਕੁ ਟੈਂਸ਼ਨ ਐਗਜ਼ਰਟ ਕਰੇ। ਹੁਣ ਇਸ ਸਵਾਲ ਦਾ ਜਵਾਬ ਬਦਲ ਜਾਏਗਾ। ਹੁਣ ਆਪਾਂ ਕੀ ਕਰਾਂਗੇ, ਉਸ ਵਿੱਚ ਕਰਨਾ ਇਹਨੂੰ ਇਹ ਚਾਹੀਦਾ ਸੀ, ਉਹ ਮੈਨੂੰ ਸੀਗਾ ਕਿ ਉਹ ਵੈਬਲ ਦੀ ਪ੍ਰੋਬਲਮ ਥੋੜੀ ਜਿਹੀ, ਮੈਂ ਉਹ ਕਰਕੇ ਥੋੜਾ ਤੇਜ਼ ਹੀ ਕਰ ਗਿਆ ਉਹਨੂੰ ਕੰਮ ਨੂੰ। ਆ ਲਓ ਆ ਗੱਲ ਕਲੀਅਰ ਹੈ? yes sir ਮੰਨ ਲੈਂਦੇ ਆ ਕਿ ਉਹਦੀ ਟੈਂਸ਼ਨ T ਨਹੀਂ T ਡੈਸ਼ ਹੈ, ਹਨਾ, ਤੇ yes sir ਉਹਦਾ weight ਉਹਦੇ ਬਰਾਬਰ ਹੀ ਅਪੇਰੈਂਟ weight ਤੇ ਆਵੇ ਤਾਂ ਆਬਵੀਅਸਲੀ ਉਹ T ਡੈਸ਼ ਲਗਾਏਗਾ। T ਤੇ ਤਾਂ ਮੈਨੇਜ ਕਰ ਪਾ ਰਿਹਾ ਸੀ ਰੈਸਟ ਤੇ ਨਾ, ਜਦੋਂ T ਡੈਸ਼ ਕਰੇਗਾ, ਇਹਨੇ ਵਧਾਏਗਾ ਥੋੜਾ ਜਿਹਾ, ਤਾਂ ਉਹ ਉੱਪਰ ਨੂੰ ਐਕਸੈਲਰੇਟ ਹੋਏਗਾ ਬੰਦਾ ਆਪ ਵੀ, ਤੇ ਉੱਪਰ ਨੂੰ ਐਕਸੈਲਰੇਟ ਹੋਏਗਾ ਇਹ ਤੁਹਾਡਾ ਬਾਕਸ ਵੀ ਸੀਗੇ ਇੱਕਦਮ ਉੱਤੇ। ਇਦਾਂ ਦੀ ਚੀਜ਼ਾਂ ਨਾ ਕਈ ਵਾਰ ਆਪਾਂ ਵੈਸੇ ਡਾਇਰੈਕਟਲੀ ਇਮੇਜਿਨ ਵੀ ਕਰਨ ਲੱਗ ਜਾਂਦੇ, ਜਿਵੇਂ ਹੁਣ ਬਾਂਦਰ ਦੀ ਗੱਲ ਕਰ ਰਹੇ ਸੀ ਆਪਾਂ ਬਲੌਕ M ਦੇ ਨਾਲ। ਸੋ ਹੁਣ ਆਪਾਂ ਕਹਿੰਦੇ ਕਿ ਜੇ ਐਕਸਲਰੇਸ਼ਨ A ਨਾਲ ਉੱਪਰ ਨੂੰ ਜਾ ਰਿਹਾ ਹੈ, ਤੇ ਹੁਣ ਇਸ ਕੇਸ ਦੇ ਵਿੱਚ ਜਿਹੜੀ R ਦੀ ਵੈਲਿਊ ਹੈ, ਉਹ R ਦੀ ਵੈਲਿਊ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ? ਸਰ ਜਦੋਂ ਬਾਕਸ ਦੇ ਨਾਲ ਜਾ ਰਹੇ ਫਿਰ ਇੱਥੇ ਸੁਡੋ ਫੋਰਸ ਨਹੀਂ ਲੱਗੂ? ਮੈਂ ਇਹ ਕਹਿ ਰਿਹਾ ਕਿ ਜੋ ਜਾ ਰਿਹਾ ਉਹ ਉਹੀ ਸ਼ੂਡੋ ਫੋਰਸ ਹੀ ਤਾਂ ਲਗਾ ਦਿੰਦੇ ਹੁੰਦੇ ਆਪਾਂ। ਇਹ ਜਿਵੇਂ ਦੇਖ ਮੇਰੀ ਗੱਲ ਸੁਣ, ਮੈਂ ਤੁਹਾਨੂੰ ਇੱਕ ਚੀਜ਼ ਸਮਝਾਣਾ। ਦੇਖ, ਜਦੋਂ ਇਹ ਇੱਕ ਉਹ ਥ੍ਰੈਡ ਹੈਗਾ ਆ, ਠੀਕ ਹੈ ਨਾ, ਸ਼ੂਡੋ ਨੂੰ ਸਮਝੋ ਪਹਿਲਾਂ ਕੀ ਆ। ਦੇਖੋ ਉਹਦੇ ਮੰਨ ਲਓ ਬਸ M, ਠੀਕ ਹੈ, ਉੱਪਰ ਨੂੰ ਕੀ ਹੈ ਟੈਂਸ਼ਨ T ਹੈ, ਨੀਚੇ ਨੂੰ ਕੀ ਹੈ mg weight ਹੈ। weight ਇਹ ਬਾਕਸ ਨੂੰ ਜਦੋਂ ਮੈਂ ਕਹਿ ਰਿਹਾ ਇਹਨੇ ਐਕਸਲਰੇਟ ਉੱਪਰ ਨੂੰ ਹੋਣਾ ਆ, ਤਾਂ ਤੁਸੀਂ ਕੀ ਕਰਦੇ ਹੋ? t minus mg equal to ma ਤੁਸੀਂ ਇਹ ਲਿਖਦੇ ਹੋ ਨਾ T minus mg equal to ma। ਜਦੋਂ ਇਕੁਏਸ਼ਨ ਲਿਖ ਰਹੇ ਹੋ ਨਾ ਤਾਂ ਤੁਸੀਂ ਸ਼ੂਡੋ ਲਗਾ ਦਿੱਤੀ ਹੈ, ਤੁਹਾਨੂੰ ਪਤਾ ਵੀ ਨਹੀਂ ਹੈ, ਕਿਉਂਕਿ ਜੇ ਇਹ ਉੱਪਰ ਨੂੰ ਐਕਸਲਰੇਟ ਹੋ ਰਿਹਾ ਤਾਂ ਬਾਕਸ ਦੇ ਉੱਪਰ ਇਹਦੇ ਉੱਪਰ ਕਿਹੜਾ ਫੋਰਸ ਲੱਗੇਗਾ? 10 ਮਿੰਟ ਨੀਚੇ ਨੂੰ ਲੱਗੇਗਾ ਨਾ ਫਿਰ ma। yes sir ਤਾਂ ਲਗਾ ਦਨੇ ਆਪਾਂ ਤਾਂ T ਦੀ ਵੈਲਿਊ ਕਿਹਦੇ ਬਰਾਬਰ ਆਏਗੀ ਫਿਰ? mg plus ma ਲੈ ਆ ਗਈ, ਹਾਂ ਉਹ ਸ਼ੂਡੋ ਹੀ ਲਗਾ ਰਹੇ ਹਾਂ yes sir ਇਸ ਤਰ੍ਹਾਂ ਲਿਖ ਦਿੰਦੇ ਆ ਇੱਥੇ, ਤਾਂ ਕਈ ਵਾਰ ਸ਼ੂਡੋ ਤੇ ਉਹ ਚ ਕਨਫਿਊਜ਼ ਹੋ ਜਾਂਦੇ ਆਪਾਂ। ਜਦੋਂ ਮੋਸ਼ਨ ਹੀ ਹੋ ਰਿਹਾ ਓਵਰਆਲ, ਤੇ ਸਾਰੇ ਮੋਸ਼ਨ ਨੂੰ ਜੋ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਲਿਖਦਾ, ਆ ਇਹਨੇ ਆਪਣਾ ਬੈਲੈਂਸ ਇਹਨੇ ਕਰ ਲੈਣਾ ਕੰਮ, ਇਹ ਲੱਗ ਗਿਆ ਆਪਣੇ ਆਪ। ਤੇ ਇਹਨੂੰ ਬੰਦਾ ਕੋਈ ਐਂ ਦੇਖ ਲੈਂਦਾ ਆ, ਕੋਈ ਐਂ ਦੇਖ ਲੈਂਦਾ ਆ। ਮੈਨੂੰ ਉਹ ਦੇਖਣਾ ਜ਼ਿਆਦਾ ਪਸੰਦ ਹੈ ਜ਼ਿਆਦਾਤਰ ਕੇਸਿਸ 'ਚ। ਫ੍ਰਿਕਸ਼ਨ ਦੇ ਕੇਸਿਸ 'ਚ ਆਪਾਂ ਸ਼ੂਡੋ ਨੂੰ ਜ਼ਰੂਰ ਲਗਾ ਦਿੰਦੇ ਹਾਂ ਮਾਈਨਸ ma, ਉੱਥੇ ਆਪਣੇ ਮਾਮਲਾ ਹੋਰ ਹੁੰਦਾ ਹੈ, ਇੱਥੇ ਇਸ ਤਰ੍ਹਾਂ ਲਗਾ ਦਿੰਦੇ ਹਾਂ। ਕਲੀਅਰ ਹੈ ਗੱਲ? yes sir ਹੁਣ ਜਿਹੜੀ ਆ ਇੱਥੇ ਬਣੇਗੀ ਚੀਜ਼, ਇੱਥੇ ਬਣੇਗੀ T ਡੈਸ਼ ਪਲੱਸ R ਵੈਲਿਊ 60G ਹੀ ਹੈ ਬੇਸਿਕਲੀ, ਠੀਕ ਹੈ ਨਾ, ਮਾਈਨਸ 60G नीचे वाला इज इक्वल टू 60 इंटू ए है, क्योंकि ऊपर नु है ना एक्सेलरेट हो रही ਇਹਦੇ ਲਈ yes sir ਇਹ ਚੀਜ਼ ਜਿਹੜੀ टी डैश है ना माइनस आ आर है, ये आर फिर कितनी है क्योंकि बंदे का रिएक्शन 60G प्लस
ओ माइनस 30 है ना, नीचे ਨੂੰ है ना, इज इक्वल टू बॉक्स ਦਾ weight ਕਿੰਨਾ ਹੈ 30a है। ਆ ਮੈਂ ਕਹਿ ਰਿਹਾ ਸੀ ਇਹਨਾਂ ਦੋਨੋਂ ਇਕੁਏਸ਼ਨ ਨੂੰ ਸੋਲਵ ਕਰਕੇ t ਡੈਸ਼ ਕੱਢ ਲਓ। ਠੀਕ ਹੈ ਗੱਲ? ओके सर। ਇਹਨੂੰ ਕਰ ਲਿਓ ਵੀ ਚੰਗੀ ਤਰ੍ਹਾਂ ਹੁਣ ਜੋ ਵੀ ਹੈ। ਤੇ ਕੱਲ ਇਹਦੇ ਤੁਹਾਡਾ ਟੈਸਟ ਹੈਗਾ ਵਾ, ਉਸ ਤੋਂ ਬਾਅਦ ਜਿਹੜਾ ਮੈਂ ਕੋਸ਼ਿਸ਼ ਕਰੂੰਗਾ ਵਰਕ ਪਰ એનર્ਜੀ ਦੀ ਤੁਹਾਨੂੰ ਅੱਜ ਮੈਂ ਸ਼ਾਮ ਤੱਕ ਵਰਕਸ਼ੀਟਸ ਭੇਜ ਦੇਵਾਂ। ਕੱਲ ਟੈਸਟ ਤੋਂ ਬਾਅਦ ਹੀ ਉਹ ਕਰਨੀਆਂ ਨੇ, ਪਹਿਲਾਂ ਕੋਈ ਨਹੀਂ ਹੱਥ ਲਾਣਾ ਉਹਨੂੰ। ਆਪਣਾ ਆਹੀ ਕੰਮ ਕਰੀ ਜੋ ਇੰਪਰੂਵ ਕਰ ਕਰਕੇ। ਥੈਂਕ ਯੂ।